ਅਖਾੜਾ ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅਸੀਂ ਦੇਖਦੇ ਹਾਂ ਕਿ ਅਕਸਰ ਹੀ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟਿਆ ਹੋਵੇ। ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਡਾ ਮੇਲ ਕਰਾਉਣ ਜਾ ਰਹੇ ਹਾਂ, ਜਿਨੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆਪਣੀ ਪ੍ਰਤਿਭਾ ਹੈ ਉਹਦਾ ਲੋਕਾਂ ਨਾਲ ਸਾਂਝ ਪਾਈ ਤੇ ਉਹਦੇ ਵਿੱਚ ਨਾਮਣਾ ਖੱਟਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਚੀਜ਼ ਉਹਨਾਂ ਦੇ ਬਿਲਕੁਲ ਨਾਲੋਂ ਨਾਲ ਚੱਲੀ ਹੈ, ਉਹ ਹੈ ਕਵਿਤਾ। ਤੇ ਜਿਨ੍ਹਾਂ ਨੇ ਸੂਖਮ ਜਿਹੜੀ ਭਾਵ ਨੇ ਸਭ ਤੋਂ ਵੱਧ ਵਿਅਕਤੀ ਕਵਿਤਾ ਦੇ ਖੇਤਰ ਦੇ ਵਿੱਚ ਆਪਣੇ ਪ੍ਰਗਟ ਕਰਦਾ ਹੈਗਾ, ਤਾਂ ਉਸ ਕਵਿਤਾ ਹਮੇਸ਼ਾ ਉਹਨਾਂ ਦੇ ਨਾਲ ਰਹੀ ਹੈ, ਉਹ ਪਹਿਚਾਣ ਉਹਨਾਂ ਦੀ ਪੱਕੀ ਰਹੀ ਹੈ। ਉਸ ਤੋਂ ਇਲਾਵਾ ਉਹਨਾਂ ਨੇ ਰੰਗਮੰਚ ਦੇ ਖੇਤਰ ਦੇ ਵਿੱਚ, ਲੋਕ ਨਾਚਾਂ ਦੇ ਖੇਤਰ ਦੇ ਵਿੱਚ ਆਪਣੀਆਂ ਜਿਹੜੀਆਂ ਤੇ ਗਾਇਕੀ ਦੇ ਖੇਤਰ ਦੇ ਵਿੱਚ ਵੀ ਸਰਗਰਮੀਆਂ ਦਿਖਾਈਆਂ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਂਗੇ ਅੱਜ ਇੱਕ ਅਜਿਹੀ ਸ਼ਖਸੀਅਤ ਜਿਸ ਦਾ ਨਾਮ ਹੈ ਅਵਤਾਰਜੀਤ ਅਟਵਾਲ, ਜਿਹੜੇ ਕਿ ਅਵਤਾਰਜੀਤ ਅਵੀ ਦੇ ਨਾਮ ਨਾਲ ਵੀ ਸਾਹਿਤਕ ਖੇਤਰ ਦੇ ਵਿੱਚ ਜਾਣੇ ਜਾਂਦੇ ਆ। ਆਓ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ ਅਵਤਾਰਜੀਤ ਜੀ ਨਾਲ। ਅਵਤਾਰਜੀਤ ਜੀ, ਅਖਾੜਾ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਤੁਹਾਡਾ ਬਹੁਤ-ਬਹੁਤ ਧੰਨਵਾਦ। ਅਖਾੜਾ ਚੈਨਲ ਦੇ ਸਾਰੇ ਦੇਖਣ ਵਾਲੇ ਮੇਰੇ ਦੋਸਤਾਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ, ਜੀ ਆਇਆਂ। ਅਵਤਾਰਜੀਤ ਜੀ, ਸ਼ੁਰੂਆਤ ਕਰਦੇ ਹਾਂ ਆਪਣੀ ਮਿੱਟੀ ਤੋਂ, ਜੀ, ਜਿੱਥੋਂ ਬੰਦਾ ਜਨਮ ਲੈਂਦਾ ਹੈ। ਤੁਸੀਂ ਕਿਸ ਜ਼ਿਲ੍ਹੇ ਦੇ ਵਿੱਚ ਜਨਮੇ, ਕਿੱਥੋਂ ਆਪਣੇ ਜੀਵਨ ਦੀ, ਕਿੱਥੇ ਆਪਣੀ ਸਾਹਿਤਕ ਰਚਨਾਵਾਂ ਦੀ ਜਿੱਥੋਂ ਤੁਹਾਨੂੰ ਗੁੜਤੀ ਮਿਲੀ, ਉਸ ਗੱਲ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਚੈਲ ਸਾਹਿਬ, ਐ ਵੀ ਸਾਡੇ ਮਾਲਵੇ ਦੀ ਜ਼ਮੀਨ ਹੈ, ਜਿਹੜੀ ਮਾਲਵੇ ਧਰਤੀ ਹੈ, ਉਹ ਮੈਂ ਅਕਸਰ ਹੀ ਕਹਿਣਾ ਉਹਨਾਂ ਸਟੇਜਾਂ ਦੇ ਉੱਤੇ ਕਿ ਉਹ ਜਾਂ ਤਾਂ ਕਣਕ ਪੈਦਾ ਕਰਦੀ ਹੈ ਤੇ ਜਾਂ ਕਲਾ ਪੈਦਾ ਕਰਦੀ ਹੈ। ਉਹ ਕਲਾ ਦੇ ਵਿੱਚ ਦੋਨੇ ਚੀਜ਼ਾਂ, ਕਲਾ ਤੇ ਕਣਕ, ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ। ਸਾਡੇ ਮਾਲਵੇ ਦਾ ਬਹੁਤ ਹੀ ਮਸ਼ਹੂਰ ਡਿਸਟ੍ਰਿਕਟ ਬਠਿੰਡਾ, ਉਹਦੇ ਵਿੱਚ ਪਿੰਡ ਸੀ ਮੇਰਾ ਆਲਮਪੁਰ ਮੰਦਰਾਂ। ਉਸ ਤੋਂ ਬਾਅਦ ਇਹ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਗਿਆ, 2 ਜ਼ਿਲ੍ਹੇ ਬਣ ਗਏ। ਤੇ ਮਾਨਸਾ ਦੀ ਜਿਹੜੀ ਸਾਹਿਤਕ ਪਰੰਪਰਾ ਹੈ, ਜਿਹੜੀ ਵਿਰਾਸਤ ਹੈ ਕਲਾ ਦੀ, ਉਹ ਬਹੁਤ ਰਿਚ ਹੈ। ਉੱਥੇ ਕਵਿਤਾ, ਕਹਾਣੀ, ਨਾਵਲ, ਨਾਟਕ ਪੈਦਾ ਹੋਏ ਤੇ ਬਹੁਤ ਵੱਡੇ ਨਾਮਣਾ ਖੱਟਣ ਵਾਲੇ ਰਾਈਟਰ, ਸ਼ਾਇਰ, ਨਾਟਕ ਲੇਖਕ, ਨਾਵਲਕਾਰ, ਕਹਾਣੀਕਾਰ ਹੋਏ, ਜਿਨ੍ਹਾਂ ਦੇ ਵਿੱਚ ਮੈਂ ਜ਼ਿਕਰ ਕਰ ਸਕਦਾ ਪ੍ਰੋਫੈਸਰ ਅਜਮੇਰ ਸਿੰਘ ਔਲਖ, ਦਰਸ਼ਨ ਮਿਤਵਾ, ਦਰਸ਼ਨ ਦਰਵੇਸ਼, ਗੁਰਪ੍ਰੀਤ, ਰਾਮ ਸਿੰਘ ਚਾਹਲ, ਕਮਲ ਨੇਤਰ, ਪਾਸ਼ੋ ਤੇ ਮੈਂ ਤੁਹਾਡਾ ਅਵਤਾਰਜੀਤ। ਇਸ ਜਰਖੇਜ਼ ਧਰਤੀ ਨੇ ਬਹੁਤ ਸਾਰੇ ਸ਼ਾਇਰ ਪੈਦਾ ਕੀਤੇ। ਮੇਰਾ ਜਿਹੜਾ ਪਿੰਡ ਸੀ, ਸਾਡੀ ਇਸ ਪਿੰਡ ਦੀ ਇੱਕ ਵਿਚਾਰਧਾਰਕ ਤੌਰ ਤੇ ਅਸੀਂ ਜਿਵੇਂ ਵੱਡਿਆਂ ਨੂੰ ਦੇਖਦੇ ਸੀ ਕਿ ਕਮਿਊਨਿਸਟ ਵਿਚਾਰਧਾਰਾ ਦਾ ਇਹ ਪਿੰਡ ਸੀ। ਜਿਹੜੇ ਸਾਡੇ ਵੱਡੇ ਸੀ, ਇੱਥੇ ਮੀਟਿੰਗਾਂ ਹੁੰਦੀਆਂ ਸੀ, ਜਾਂਦੇ ਛੋਟੇ ਹੁੰਦੇ ਸੀ। ਤੇ ਮੇਰੇ ਸਕੂਲ ਦੇ ਵਿੱਚ ਹੀ ਮੇਰੇ ਬਹੁਤ ਪਿਆਰੇ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਬਲਬੀਰ ਸਿੰਘ ਹੁੰਦੇ ਸੀ। ਉਹ ਸਾਨੂੰ ਇੰਗਲਿਸ਼ ਪੜ੍ਹਾਉਂਦੇ ਸੀ ਤੇ ਉਹਨਾਂ ਦੀ ਸੋਚ ਦੇ ਅਨੁਸਾਰ ਹੀ ਅਸੀਂ ਲਿਟਰੇਚਰ ਨਾਲ ਜੁੜੇ। ਮੈਂ 5ਵੀਂ ਤੋਂ ਹੀ ਲਿਟਰੇਚਰ ਨਾਲ ਜੁੜ ਗਿਆ ਸੀ। ਸਭ ਤੋਂ ਪਹਿਲੀ ਕਿਤਾਬ ਮੈਂ ਕਢਵਾਈ ਨਾਨਕ ਸਿੰਘ ਦਾ ਮਤਰੇਈ ਮਾਂ, ਫਿਰ ਕਰਤਾਰ ਸਿੰਘ ਦੁੱਗਲ ਦਾ ਪਿੱਪਲ ਪੱਤੀਆਂ, ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ। ਛੋਟਾ ਜਿਹਾ ਹੀ ਮੈਂ 5ਵੀਂ 6ਵੀਂ ਤੋਂ ਕਿਤਾਬਾਂ ਨਾਲ ਤੇ ਸਪੋਰਟਸ ਨਾਲ ਜੁੜ ਗਿਆ ਸੀ। ਤੇ ਸਾਡੇ ਇਲਾਕੇ ਦਾ, ਸਾਡੇ ਇਸ ਧਰਤੀ ਦਾ ਇਹ ਇੱਕ ਵਰਦਾਨ ਹੈ ਕਿ ਸਾਡੇ ਲਿਟਰੇਚਰ ਦੇ ਵਿੱਚ, ਫਿਲਮਾਂ ਦੇ ਵਿੱਚ, ਨਾਟਕ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ ਸਾਡਾ ਜਿਹੜਾ ਕੇਂਦਰੀ ਭਾਵ ਹੈ ਉਹ ਸਾਡੇ ਮਾਲਵੇ ਦੀ ਭਾਸ਼ਾ ਹੈ। ਸੋ ਮੈਨੂੰ ਮਾਣ ਹੈ ਕਿ ਮੈਂ ਇਸ ਕਣਕ ਬੰਨੇ ਧਰਤੀ ਤੇ ਕਣਕ ਬੰਨੇ ਅੱਖਰਾਂ ਦੇ ਅੰਗ ਸੰਗ ਹੋ ਤੁਰਿਆ। ਅਵਤਾਰਜੀਤ ਜੀ, ਤੁਸੀਂ ਗੱਲ ਕੀਤੀ ਮਾਨਸਾ ਜ਼ਿਲ੍ਹੇ ਦੀ। ਮਾਨਸਾ ਜ਼ਿਲ੍ਹੇ ਇੱਕ ਤੁਸੀਂ ਆਪਣੇ ਪਿੰਡ ਦਾ ਜ਼ਰੂਰ ਜ਼ਿਕਰ ਕਰਨਾ, ਕਿਉਂਕਿ ਤੁਹਾਡੇ ਜ਼ਿਲ੍ਹੇ 'ਚ ਕੁਝ ਜਿਸ ਤਰ੍ਹਾਂ ਦੇ ਜਿਹੜੇ ਮਾਨਸਾ ਜ਼ਿਲ੍ਹੇ 'ਚ ਪਿੰਡ ਨੇ ਕਮਿਊਨਿਸਟ ਲਹਿਰ ਨਾਲ ਜੁੜੇ ਹੋਏ ਸੀ ਤੇ ਜਿਨ੍ਹਾਂ ਦੀ ਜਿਹੜੀ ਅਗਲੀਆਂ ਪੀੜ੍ਹੀਆਂ ਸੀ ਉਹਨਾਂ ਨੂੰ ਮੱਲੋ ਮੱਲੀ ਸਾਹਿਤਕ ਗੁੜਤੀ ਮਿਲ ਗਈ। ਤਾਂ ਤੁਸੀਂ ਇਹ ਪ੍ਰਭਾਵ ਜਿਹੜਾ ਪਹਿਲਾਂ ਆਪਣੇ ਪਿੰਡ ਤੋਂ ਹੀ ਗੱਲ ਸ਼ੁਰੂ ਕਰੋ, ਵੀ ਕੋਈ ਪਿੰਡ ਦੀ ਸ਼ਖਸੀਅਤ ਵੀ ਸੀ ਜਿਹਨੇ ਪ੍ਰਭਾਵ ਪਾਇਆ ਜਾਂ ਸਾਹਿਤਕ ਕਿਰਤਾਂ ਨੇ ਤੁਹਾਨੂੰ ਇਸ ਪਾਸੇ ਵੱਲ ਤੋਰਿਆ? ਕਿ ਤੁਸੀਂ ਸਪੋਰਟਸ ਦੀ ਗੱਲ ਵੀ ਕੀਤੀ ਹੈ, ਬਾਅਦ ਚ ਕਰਾਂਗੇ। ਪਹਿਲਾਂ ਸਾਹਿਤ ਵਾਲੀ ਜਿਹੜੀ ਰੁਚੀ ਲੱਗਣ ਚ ਕਿਸੇ ਵਿਸ਼ੇਸ਼ ਸ਼ਖਸੀਅਤ ਜਾਂ ਕਿਸੇ ਸਾਹਿਤਕ ਸ਼ਖਸੀਅਤ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਹਾਂ, ਬਹੁਤ ਸਾਰੇ ਮੇਰੇ ਟੀਚਰ ਸੀਗੇ ਜਿਹੜੇ ਲਿਟਰੇਚਰ ਦੀਆਂ ਗੱਲਾਂ ਕਰਦੇ ਸੀ। ਸਾਡੇ ਨਿਰਮਲ ਸਿੰਘ ਪੰਜਾਬੀ ਦੇ ਅਧਿਆਪਕ ਸੀ। ਉਹਨਾਂ ਨੇ ਇੱਕ ਵਾਰੀ ਅੰਮ੍ਰਿਤਾ ਪ੍ਰੀਤਮ ਦੀ ਗੱਲ ਕੀਤੀ ਕਿ ਅੰਮ੍ਰਿਤਾ ਪ੍ਰੀਤਮ ਦਿੱਲੀ ਰਹਿੰਦੀ ਹੈ, ਬਹੁਤ ਵੱਡੀ ਸ਼ਾਇਰ ਹੈ। ਉਹਨੇ ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਜਦੋਂ ਇਹ ਲਾਈਨਾਂ ਸੁਣਾਈਆਂ, ਉਹਨਾਂ ਨੇ ਕਿਹਾ ਵੀ ਉਹਦੇ ਵਾਲ ਕੱਟੇ ਹੋਏ ਹੈ, ਉਹ ਸਿਗਰਟ ਪੀਂਦੀ ਹੈ ਤੇ ਵਿਸਕੀ ਵੀ ਪੀ ਲੈਂਦੀ ਹੈ। ਸਾਡੇ ਲਈ ਇਹ ਬਹੁਤ ਅਚੰਭਾ ਸੀ ਤੇ ਇਹ ਜਿਹੜੀਆਂ ਲਾਈਨਾਂ ਸੀ ਇਹ ਮੇਰੇ ਅੰਦਰ ਕਿਸੇ ਭੂਤ ਸਾਇਆ ਵਾਂਗ ਅੰਦਰ ਮੇਰੇ ਮਤਲਬ ਛਾ ਗਈਆਂ।
ਮਤਲਬ ਮੈਨੂੰ ਇਹ ਹੋਇਆ ਵੀ ਮੈਂ ਇਹ ਕੌਣ ਹੈ ਜਿਹਨੇ ਲਾਈਨਾਂ ਲਿਖੀਆਂ ਜਾਖਾਂ ਬਾਰੇ ਸ਼ਾਹ ਨੂੰ, ਬਹੁਤ ਲੰਬੀ ਕਵਿਤਾ, ਉਹਨਾਂ ਦੀ ਵਰਲਡ ਫੇਮਸ ਇਹ ਕਵਿਤਾ ਹੈ। ਤੇ ਫਿਰ ਮੈਂ ਉਹਨਾਂ ਦੀ ਕਿਤਾਬਾਂ, ਮਤਲਬ ਨਿਰਮਲ ਸਿੰਘ ਸਾਡੇ ਪੰਜਾਬੀ ਅਧਿਆਪਕ ਸੀ, ਉਹਨਾਂ ਤੋਂ ਚੇਤਕ ਲੱਗੀ ਤੇ ਮੈਂ ਕਿਤਾਬਾਂ ਕਢਾ ਕੇ ਲਾਇਬ੍ਰੇਰੀ ਦੇ ਵਿੱਚੋਂ ਪੜ੍ਹਨੀਆਂ ਸ਼ੁਰੂ ਕੀਤੀਆਂ। ਤੇ ਜਿਵੇਂ ਸਾਡੇ ਪਿੰਡ ਦੀ ਇੱਕ ਬਹੁਤ ਵੱਡੀ ਵਿਰਾਸਤ ਹੈ ਕਮਿਊਨਿਸਟ ਲਹਿਰ ਦੇ ਨਾਲ, ਸਾਡੇ ਮਾਲਵੇ ਦੀ ਹੀ ਕਹਾਂ ਮੈਂ ਕਿ ਬਹੁਤ ਵੱਡੀ ਵਿਰਾਸਤ ਹੈ ਔਰ ਪਰੰਪਰਾ ਰਹੀ ਹੈ ਕਿ ਅਸੀਂ ਜਿਹੜੇ ਸੰਘਰਸ਼ਾਂ ਦੀ ਲਾਈਫ ਜਿਉਈ ਹੈ ਸ਼ੁਰੂ ਤੋਂ। ਔਰ ਸਾਨੂੰ, ਅਸੀਂ ਜਿਵੇਂ ਵੱਡਿਆਂ ਨੂੰ ਦੇਖਦੇ ਸੀ, ਰੈਲੀਆਂ ਮੁਸਾਵੇ ਹੁੰਦੇ ਸੀ, ਮਹਿਫਲਾਂ ਲੱਗਦੀਆਂ ਸੀ, ਉਹਨਾਂ ਦੇ ਵਿੱਚ ਜਾਂਦੇ ਸੀ। ਉਹਨਾਂ ਵੇਲਿਆਂ ਦੇ ਵਿੱਚ ਤਾਂ ਇਹ ਲਾਲ ਰੰਗ ਦੇ ਵਿੱਚ ਧਰਤੀ ਰੰਗੀ ਹੋਈ ਸੀ। ਉਸ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਸੋਵੀਅਤ ਸੰਘ ਨਾਂ ਦਾ ਮੈਗਜ਼ੀਨ ਪੜ੍ਹਨਾ ਸ਼ੁਰੂ ਕੀਤਾ, ਰਸ਼ੀਅਨ ਲਿਟਰੇਚਰ ਪੜ੍ਹਿਆ, ਮੈਕਸਿਮ ਗੋਰਕੀ ਤੋਂ ਲਾ ਕੇ ਲਿਓ ਟੋਲਸਟਾਏ ਤੱਕ, ਦਸਤੋਵਸਕੀ, ਸੋਲੋਖੋਵ ਤੇ ਹੋਰ ਵੱਡੇ ਵੱਡੇ ਰਾਈਟਰ ਨੇ ਜਿਹੜੇ ਉਹ ਪੜ੍ਹੇ ਇਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ। ਤੇ ਹੁਣ ਲੋਕ ਜਿਹੜੀ ਸਾਡੀ ਲੋਕ ਚੇਤਨਾ ਹੈ, ਲੋਕ ਪੱਖ ਹੈ, ਉਹ ਹੁਣ ਵੀ ਮੇਰੀ ਪੋਇਟਰੀ ਦੇ ਵਿੱਚ ਕਿਤੇ ਨਾ ਕਿਤੇ ਡਾਇਰੈਕਟ ਇਨਡਾਇਰੈਕਟ ਪੋਲਿਟਿਕਸ ਦੇ ਅਗੇਂਸਟ, ਰਾਜਨੀਤੀ ਦੇ ਸੱਤਾ ਦੇ ਅਗੇਂਸਟ ਇਹ ਤੱਤ ਹੁੰਦਾ ਰਹਿੰਦਾ। ਤਾਰਜੀ ਜੀ, ਤੁਸੀਂ ਇਹ ਦੱਸਿਆ ਕਿ ਬੜੀਆਂ ਛੋਟੀਆਂ ਗੱਲਾਂ ਨੂੰ ਤੁਸੀਂ ਕਿਵੇਂ ਵੱਡੇ ਕੈਨਵਸ ਤੇ ਲੈ ਕੇ ਗਏ, ਤਾਂ ਤੁਸੀਂ ਆਪਣੇ ਮਾਪਿਆਂ ਬਾਰੇ ਵੀ ਚਾਨਣਾ ਪਾਓਗੇ, ਕਿਉਂਕਿ ਮਾਪਿਆਂ ਦਾ ਜਿਹੜਾ ਯੋਗਦਾਨ ਹੈ ਉਹ ਅਧਿਆਪਕਾਂ ਤੋਂ ਵੀ ਪਹਿਲਾਂ ਆਉਂਦਾ ਹੈ, ਜਿਨ੍ਹਾਂ ਨੇ ਤੁਹਾਨੂੰ ਹੌਸਲਾ ਅਫਜ਼ਾਈ ਦਿੱਤੀ ਹੋਊਗੀ ਇਸ ਪਾਸੇ ਤੁਰਨ ਦੀ। ਫਿਰ ਤੁਹਾਡੀ ਅਗਲੀ ਗੱਲ ਕਰਾਂਗੇ ਲਿਖਤਾਂ ਬਾਰੇ, ਤੇ ਪਹਿਲਾਂ ਆਪਣੇ ਮਾਪਿਆਂ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ। ਹਾਂ, ਮੇਰੇ ਫਾਦਰ ਆਰਮੀ ਦੇ ਵਿੱਚ ਸੀ, ਮੇਰੇ ਚਾਚੇ ਤਾਏ ਸਾਰੇ ਆਰਮੀ ਦੇ ਵਿੱਚ ਸੀ, ਸਾਡੀ ਇੱਕ ਫੌਜੀ ਫੈਮਿਲੀ ਸੀ। ਕਾਫੀ ਪੁਰਾਣੀਆਂ ਗੱਲਾਂ, ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਅੱਛੀ ਪੋਸਟ ਤੇ ਸੀ, ਨਾਇਬ ਸੂਬੇਦਾਰ, ਉਹ ਰਿਟਾਇਰ ਹੋਏ ਸੀਗੇ। ਤੇ ਉਹਨਾਂ ਨੇ ਬਹੁਤ ਸਾਰਾ ਸਮਾਂ, ਮਤਲਬ ਆਜ਼ਾਦੀ ਦੇ ਜਿਹੜੇ ਘੋਲ ਚੱਲ ਰਿਹਾ ਸੀ ਉਹਦੇ ਵਿੱਚ ਡਾਇਰੈਕਟ ਇਨਡਾਇਰੈਕਟ ਹਿੱਸਾ ਪਾਇਆ ਸੀ, ਮੈਨੂੰ ਦੱਸਦੇ ਰਹਿੰਦੇ ਸੀ। ਤੇ ਬਾਹਰਲੇ ਮੁਲਕਾਂ ਦੇ ਵਿੱਚ ਸਿੰਗਾਪੁਰ ਤੇ ਮਲੇਸ਼ੀਆ ਵਗੈਰਾ ਸਾਰੇ ਇਹਨਾਂ ਥਾਵਾਂ 'ਤੇ ਉਹਨਾਂ ਨੇ ਜਾ ਕੇ ਆਪਣੀ ਸੇਵਾ ਨਿਭਾਈ। ਤੇ ਉਸ ਤੋਂ ਬਾਅਦ ਮੇਰੇ ਮਾਤਾ ਜੀ ਸੀਗੇ, ਮੇਰੇ ਫਾਦਰ ਦਾ ਨਾਂ ਸਰਦਾਰ ਗੰਜਨ ਸਿੰਘ ਤੇ ਮੇਰੀ ਮਾਤਾ ਜੀ ਦਾ ਨਾਂ ਸ਼੍ਰੀਮਤੀ ਗਿਆਨ ਕੌਰ, ਜਿਹੜੇ ਇੱਕ ਬਹੁਤ ਹੀ ਹਾਊਸ ਵਾਈਫ ਸੀ, ਪਰ ਉਹਨੂੰ ਲਿਟਰੇਚਰ ਦੇ ਨਾਲ, ਕਿਤਾਬਾਂ ਦੇ ਨਾਲ ਵੀ ਉਹਨਾਂ ਨੂੰ ਲਗਾਓ ਸੀ। ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਕਹਿਣ ਤੇ ਹੀ ਸ਼ਹਿਰ ਤੋਂ ਇੱਕ ਕਿਤਾਬ, ਇੱਕ ਕਿੱਸਾ ਸੀਗਾ ਕੋਈ ਜਾਨਵਰਾਂ ਦਾ, ਸਟੋਰੀ ਸੀ, ਕਵਿਤਾ ਦੇ ਵਿੱਚ ਲਿਖੀ ਹੋਈ, ਉਹ ਖਰੀਦ ਕੇ ਲਿਆ ਸੀ। ਤੇ ਉਸ ਤੋਂ ਬਾਅਦ ਮੈਂ ਪੱਕੇ ਤੌਰ 'ਤੇ ਲਿਟਰੇਚਰ ਨਾਲ ਜੁੜ ਗਿਆ ਸੀਗਾ, ਗੀਤ ਲਿਖਣੇ, ਕਵਿਤਾਵਾਂ ਲਿਖਣੀਆਂ, ਗੀਤ ਗਾਉਣੇ, ਤੇ ਇਸ ਤਰ੍ਹਾਂ ਮੇਰਾ ਸੱਭਿਆਚਾਰਕ ਇੱਕ ਪੱਖ ਹੈਗਾ। ਇਹ ਦੇਖੋ ਤੁਸੀਂ ਸ਼ੁਰੂਆਤ ਕਰ ਲਈ, ਕੀ ਤੁਹਾਨੂੰ ਸਕੂਲ ਦੀਆਂ ਸਭਾਵਾਂ 'ਚ ਕਵਿਤਾ ਗਾਉਣੀ ਜਾਂ ਗੀਤ ਗਾਉਣੇ ਉੱਥੋਂ ਵੀ ਕੋਈ ਮੋਟੀਵੇਸ਼ਨ ਮਿਲੀ, ਜਾਂ ਸਭ ਤੋਂ ਪਹਿਲਾਂ ਇੱਕ ਅਗਲੀ ਜਿਹੜੀ ਗੱਲ ਹੈ ਕਿ ਤੁਹਾਡੀ ਕਿਹੜੀ ਰਚਨਾ ਸੀ ਜਿਹਨੂੰ, ਜਾਂ ਕਿਸੇ ਅਖਬਾਰ ਨੇ, ਕਿਸੇ ਰਸਾਲੇ ਨੇ ਵੀ ਜਿਹੜੀ ਪਹਿਲੀ ਰਚਨਾ ਛਪੀ, ਤੇ ਉਸ ਰਚਨਾ ਦੇ ਛਪਣ ਦੀ ਖੁਸ਼ੀ ਕੀ ਸੀ? ਸਾਡੇ ਇੱਕ ਸਕੂਲ ਦੇ ਵਿੱਚ ਸਰਦਾਰ ਬਹਾਦਰ ਸਿੰਘ ਪੀਟੀ ਮਾਸਟਰ ਹੁੰਦੇ ਸੀਗੇ, ਮੇਰੇ ਕੋਰਸ ਸੀ ਕਬੱਡੀ ਦੇ, ਔਰ ਉਹ ਆਪ ਖੁਦ ਬਹੁਤ ਸੋਹਣਾ ਕੀਮਾ ਮਲ ਕੇ ਗਾਉਂਦੇ ਹੁੰਦੇ ਸੀ। ਉਹਨਾਂ ਤੋਂ ਗਾਉਣ ਦੀ ਚੇਤਕ ਲੱਗੀ। ਸਭਾਵਾਂ ਹੁੰਦੀਆਂ ਸੀ ਜਿਹਦੇ ਵਿੱਚ ਅਸੀਂ ਕਵਿਤਾਵਾਂ ਤੇ ਆਪਣੇ ਗੀਤ ਪੇਸ਼ ਕਰਦੇ, ਤੇ ਮੈਨੂੰ ਰਿਦਮ ਦੇ ਨਾਲ ਬਹੁਤ ਪਿਆਰ ਸੀ, ਮੈਂ ਰਿਦਮ ਨਾਲ ਵਜਾਉਂਦਾ, ਤੇ ਉਹਨਾਂ ਨੇ ਬੜੀ ਖੁਸ਼ ਹੋਣਾ। ਮੈਂ ਸਾਰੇ ਬੱਚਿਆਂ ਨਾਲ ਮਤਲਬ ਤਾਲਮੇਲ ਕਰਕੇ ਅਸੀਂ ਆਪਣੀ ਕਵਿਤਾਵਾਂ ਜੋੜਨੀਆਂ, ਗਾਉਣੀਆਂ। ਸਭ ਤੋਂ ਪਹਿਲਾਂ ਚਹਿਲ ਸਾਹਿਬ ਮੈਂ ਇੱਕ ਕਵਿਤਾ ਲਿਖੀ ਸੀ, ਪੰਜਾਬ ਦੇ ਹਾਲਾਤ ਸੀਗੇ ਜਿਹੜੇ ਉਦੋਂ ਬਹੁਤ ਮਾੜੇ ਚੱਲ ਰਹੇ ਸੀ, 84 85 82 83 ਦੀਆਂ ਗੱਲਾਂ ਨੇ। ਤੇ ਮੈਂ ਜਦੋਂ ਅੰਮ੍ਰਿਤਾ ਪ੍ਰੀਤਮ ਤੋਂ ਪ੍ਰਭਾਵਿਤ ਸੀ ਕਿ ਜਿਵੇਂ 1947 ਦੇ ਵਿੱਚ ਜਦੋਂ ਸਾਡਾ ਦੇਸ਼ ਉਜੜ ਗਿਆ, ਡਿਵਾਈਡ ਹੋ ਗਿਆ, ਪਾਰਟੀਸ਼ਨ ਹੋ ਗਈ, ਉਹਨਾਂ ਨੇ ਲਿਖਿਆ ਸੀ ਵੀ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਹੋਲ। ਇਸੇ ਤਰ੍ਹਾਂ ਹੀ ਮੇਰੇ ਇੱਕ ਦਿਨ ਧਿਆਨ 'ਚ ਆਈ ਕਵਿਤਾ, ਮੈਂ ਕਿਹਾ ਵੀ ਇਸ ਮਾੜੇ ਦੌਰ 'ਚ, ਇਸ ਖੂਨੀ ਜੰਗ ਦੇ ਵਿੱਚ, ਇਸ ਸੱਤਾ ਤੇ ਆਪੋਜੀਟ ਜਿਹੜੀ ਖਾੜਕੂ ਲਹਿਰ ਹੈ, ਇਹਦੇ ਵਿੱਚ ਦੋਨੇ ਧਿਰਾਂ ਮਰ ਰਹੀਆਂ ਸੀ, ਤੇ ਮੈਂ ਕਿਹਨੂੰ ਆਵਾਜ਼ ਮਾਰਾਂ? ਤੇ ਮੈਂ ਫਿਰ ਅੰਮ੍ਰਿਤਾ ਪ੍ਰੀਤਮ ਨੂੰ ਹੀ ਆਵਾਜ਼ ਮਾਰੀ, ਨੀ ਕੁੜੀਆਂ ਨਜ਼ਮਾਂ ਬੰਨੀਏ ਕਦੇ ਪੇ ਵਿਕੜੇ ਘਰ ਆ, ਤੇਰੇ ਭਾਈਆਂ ਸੰਦੀਆਂ ਘੋੜੀਆਂ ਅੱਜ ਪਈਆਂ ਪੁੱਠੜੇ ਰਾਹ, ਅੱਜ ਸ਼ਾਲੂ ਕਫਨ ਹੋ ਗਏ ਇਸ ਘਰ ਨੂੰ ਲੱਗੇ ਢਾਹ, ਕੋਈ ਵਿਹੜਾ ਜਾਮਨ ਨਾ ਬਣੇ, ਕੋਈ ਕੰਧ ਨਾ ਬਣੇ ਗਵਾਹ, ਇਹ ਗਲੀਆਂ ਵਾਵਲ ਵਾਲੀਆਂ ਇਹਦਾ ਕਬਰੇ ਜਾਂਦਾ ਰਾਹ, ਇੱਥੇ ਉੱਗਣ ਵਾਲੇ ਤੀਲੀਆਂ ਤੇ ਆਥਣ ਹੋਏ ਸਵਾ। ਇਹ ਕਵਿਤਾ ਮੈਂ ਪਹਿਲੀ ਕਵਿਤਾ ਲਿਖੀ ਤੇ ਮੈਂ ਅੰਮ੍ਰਿਤਾ ਪ੍ਰੀਤਮ ਹੋਰਾਂ ਨੂੰ ਭੇਜਤੀ, ਤੇ ਉਹਨਾਂ ਨੇ ਮੈਨੂੰ 6 ਮਹੀਨੇ ਕੋਈ ਰਿਸਪੌਂਸ ਨਹੀਂ ਦਿੱਤਾ। ਮੈਂ ਭੁੱਲ ਭੁਲਾ ਗਿਆ। ਇੱਕ ਦਿਨ ਅਚਾਨਕ ਉਹਨਾਂ ਦੀ ਲੰਬੀ ਚਿੱਠੀ ਆਈ ਕਿ ਤੁਹਾਡੀ ਨਜ਼ਮ ਮੇਰੇ ਕੋਲ ਇੱਕ ਅਮਾਨਤ ਵਾਂਗ ਸਾਂਭ ਕੇ ਰੱਖੀ ਹੋਈ ਹੈ, ਤੇ ਮੈਂ ਥੋੜ੍ਹੀ ਜਿਹੀ ਉਹ 'ਚ ਤਰਮੀਮ ਕਰ ਰਹੀ ਹਾਂ, ਪਰ ਤੁਹਾਡੇ ਇਜਾਜ਼ਤ ਤੋਂ ਬਿਨਾਂ
ਤੁਹਾਡੀ ਇਜਾਜ਼ਤ ਤੋਂ ਬਿਨਾਂ ਉਹਦੇ ਵਿੱਚ ਕੁਝ ਤਰਮੀਮ ਕਰ ਰਹੇ ਹਾਂ, ਪਰ ਮੈਂ ਸਮਝਦੀ ਹਾਂ ਕਿ ਤੁਹਾਡਾ ਪਿਆਰ ਅਤੇ ਦੁੱਖ ਦਰਦ ਮੈਨੂੰ ਹੱਕ ਦੇ ਸਕਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਜਿਹਨੇ ਮੇਰੇ ਪਰ ਲੱਗੇ। ਉਹ ਟਾਈਟਲ ਪੇਜ ਦੇ ਉੱਤੇ ਉਹਨਾਂ ਨੇ ਨਾਗਮਣੀ ਦੇ, ਇੱਕ ਉਹਨਾਂ ਦਾ ਬਹੁਤ ਵੱਡਾ ਮੈਗਜ਼ੀਨ ਸੀ ਨਾਗਮਣੀ, ਜਿਹਨੂੰ ਲੋਕ ਉਡੀਕਦੇ ਸੀ, ਅੱਜ ਵੀ ਉਹਦੀਆਂ ਗੱਲਾਂ ਹੁੰਦੀਆਂ ਨੇ। ਉਹ ਤੇ ਟਾਈਟਲ ਪੇਜ ਦੇ ਉੱਤੇ ਉਹ ਕਵਿਤਾ ਉਹਨਾਂ ਨੇ ਛਾਪੀ ਤੇ ਉਸ ਤੋਂ ਬਾਅਦ ਮੈਂ ਲਿਟਰੇਚਰ ਦੇ ਵਿੱਚ, ਸਾਹਿਤ ਦੇ ਵਿੱਚ ਮੇਰਾ ਐਜ ਏ ਕਵੀ ਜਾਣ ਪਛਾਣ ਹੋ ਗਈ ਤੇ ਮੈਨੂੰ ਲੋਕ ਜਾਣਨ ਲੱਗ ਗਏ ਸੀ। ਵਾਹ ਜੀ ਵਾਹ, ਦੇਖੋ ਕਿੰਨੀ ਵੱਡੀ ਪ੍ਰਾਪਤੀ। ਉਸ ਸਮੇਂ ਨਾਗਮਣੀ ਦਾ ਇੱਕ ਬਹੁਤ ਵੱਡਾ ਨਾਮ ਸੀ ਤੇ ਤੁਸੀਂ ਉਸ ਵੇਲੇ ਤੁਹਾਡੀ ਇੱਕ ਕਵਿਤਾ ਦਾ ਛਪਣਾ। ਤੇ ਇਹ ਦੱਸੋ ਕਿ ਉਸ ਵੇਲੇ ਤੁਸੀਂ ਪੜ੍ਹਾਈ ਕਰ ਰਹੇ ਸੀ ਜਾਂ ਨੌਕਰੀ ਕਰ ਰਹੇ ਸੀ? ਥੋੜਾ ਪੜ੍ਹਾਈ ਬਾਰੇ ਵੀ ਸਾਨੂੰ ਚਾਨਣਾ ਪਾਉਣਾ ਵੀ ਸਕੂਲ ਟਾਈਮ ਤੋਂ ਬਾਅਦ ਉਸ ਤੋਂ ਬਾਅਦ ਮੈਂ ਇਹ 88 ਦੀਆਂ ਗੱਲਾਂ ਨੇ, ਮੈਂ ਸਰਵਿਸ ਦੇ ਵਿੱਚ ਆ ਗਿਆ ਸੀ ਕਿਉਂਕਿ ਮੈਂ ਡਿਪਲੋਮਾ ਕੀਤਾ ਸਿਵਲ ਇੰਜੀਨੀਅਰਿੰਗ ਦੇ ਵਿੱਚ ਡਰਾਫਟਸਮੈਨਸ਼ਿਪ ਦਾ ਤੇ ਮੇਰੀ ਪੋਸਟਿੰਗ ਇੱਥੇ ਹੋ ਚੁੱਕੀ ਸੀਗੀ ਪਟਿਆਲੇ। ਇਹ 98 ਦੀ ਗੱਲ ਹੈ, ਇਹ ਉਹਨਾਂ ਦੀ ਗੱਲ ਹੈ। ਤੇ ਮੈਂ ਜਦੋਂ ਸਾਹਿਤ ਦੇ ਵਿੱਚ ਮਤਲਬ ਪੂਰਾ ਸਰਗਰਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਪਟਿਆਲੇ ਹੀ ਪੱਕੇ ਤੌਰ ਤੇ ਮਤਲਬ ਆ ਕੇ ਰਹਿਣ ਲੱਗ ਪਿਆ। ਤੇ ਪਰ ਜੜ੍ਹਾਂ ਜਿਹੜੀਆਂ ਸੀ ਉਹ ਮੇਰੇ ਮਾਲਵੇ ਦੇ ਵਿੱਚ, ਮੇਰੇ ਪਿੰਡ ਆਲਮਪੁਰ ਮੰਦਰਾਂ, ਮਾਨਸਾ, ਬੁਢਲਾਡਾ ਉੱਥੇ ਸੀ ਤੇ ਮੈਂ ਦੋਸਤਾਂ ਨੂੰ ਮਿਲਦਾ ਰਹਿੰਦਾ ਸੀ। ਮਹਿਫਲਾਂ ਲੱਗਦੀਆਂ ਰਹਿੰਦੀਆਂ ਸੀ, ਬੜੀਆਂ ਵਿਚਾਰ ਚਰਚਾ ਹੁੰਦੀਆਂ, ਬੜੇ ਬੜੇ ਫੰਕਸ਼ਨ ਹੁੰਦੇ, ਸਮਾਗਮ ਹੁੰਦੇ। ਤੇ ਇਸ ਦੇ ਦੌਰਾਨ ਹੀ ਮਤਲਬ ਸਟੈਪ ਬਾਈ ਸਟੈਪ ਕਿਤਾਬਾਂ ਤੱਕ ਪਹੁੰਚ ਗਿਆ। ਕਿਤਾਬਾਂ ਦੇ ਤੇ ਜਦੋਂ ਇੱਕ ਤੁਹਾਨੂੰ ਕਿਤਾਬਾਂ ਤੇ ਸਟੈਪ ਬਾਈ ਸਟੈਪ ਕਹਿੰਦੇ ਪਹੁੰਚ ਗਏ, ਜਦੋਂ ਪਟਿਆਲਾ ਸ਼ਹਿਰ ਚ ਆਏ ਤਾਂ ਤੁਸੀਂ ਕਾਵਿਕ ਹਲਕਿਆਂ ਦੇ ਵਿੱਚ ਪ੍ਰਵੇਸ਼ ਕੀਤਾ, ਔਰ ਜਾਂ ਉਹਦੇ ਸਮਾਨਾਂਤਰ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਗਤੀਵਿਧੀ ਦੇ ਵਿੱਚ ਸਰਗਰਮੀ ਦਿਖਾਈ? ਜਦੋਂ ਇੱਥੇ ਸ਼ਾਇਦ ਤੁਸੀਂ ਬਿਜਲੀ ਬੋਰਡ ਦੇ ਵਿੱਚ ਜੌਬ ਕੀਤੀ, ਜਿਹਦਾ ਨਾਮ ਹੁਣ ਬਦਲ ਚੁੱਕਿਆ ਹੈਗਾ। ਬਿਲਕੁਲ। ਜਦੋਂ ਮੈਂ ਇੱਥੇ ਪਟਿਆਲੇ ਆਇਆ ਤਾਂ ਜਿਵੇਂ ਕਹਿੰਦੇ ਹੁੰਦੇ ਨੇ, ਆਪਣੇ ਨੇਚਰ ਦੇ ਬੰਦੇ ਮਿਲ ਜਾਂਦੇ ਨੇ, ਤੁਹਾਡੇ ਸੁਭਾਅ ਦੇ, ਤੁਹਾਡੇ ਟੇਸਟ ਦੇ, ਤੁਹਾਡੇ ਦਿਲਚਸਪੀ ਜੋ ਤੁਸੀਂ ਰੱਖਦੇ ਹੋ ਉਸ ਹਿਸਾਬ ਦੇ ਬੰਦੇ ਤੁਹਾਨੂੰ ਮਿਲ ਜਾਂਦੇ ਨੇ। ਇੱਥੇ ਸਾਡਾ ਡਿਪਾਰਟਮੈਂਟ ਉਦੋਂ PSC ਵੀ ਸੀ, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ, ਤੇ ਅੱਜ ਕੱਲ੍ਹ PSPCL ਹੈ। ਇਹਦੇ ਵਿੱਚ ਬਹੁਤ ਸਾਰੇ ਕਲਾਕਾਰ ਸੀ, ਗੁਰਦਾਸ ਮਾਨ ਤੋਂ ਲਾ ਕੇ ਮਤਲਬ ਹੋਰ ਵੱਡੇ ਵੱਡੇ ਕਲਾਕਾਰ, ਜਸਪਾਲ ਭੱਟੀ, ਬੜੀਆਂ ਸਰਗਰਮੀਆਂ ਹੁੰਦੀਆਂ ਸੀ। ਜਿਹੜਾ ਸਾਡਾ ਡਿਪਾਰਟਮੈਂਟ ਸੀ ਇਹ ਸਪੋਰਟਸ ਤੇ ਕਲਚਰ ਨੂੰ ਬੜਾ ਇਹ ਉਹਨੂੰ ਪ੍ਰੋਤਸਾਹਿਤ ਕਰਤਾ ਸੀਗਾ, ਮਤਲਬ ਉਹਨੂੰ ਉਤਸ਼ਾਹ ਦਿੰਦਾ ਸੀਗਾ। ਜਿਹੜੇ ਮੁੰਡੇ ਮਤਲਬ ਨਵੇਂ ਹੁੰਦੇ ਸੀ ਉਹਨਾਂ 'ਚੋਂ ਪੁੱਛਿਆ ਜਾਂਦਾ ਸੀ ਤੁਹਾਡੀ ਐਕਟੀਵਿਟੀ ਕੀ ਹੈ। ਜਦੋਂ ਮੈਂ ਇੱਥੇ ਆਇਆ ਪਟਿਆਲੇ ਤੇ ਇੱਥੇ ਕਾਫੀ ਸਾਰੇ ਦੋਸਤ ਮੇਰੇ ਥੀਏਟਰ ਦੇ, ਲਿਟਰੇਚਰ ਦੇ, ਫੋਕ ਡਾਂਸ, ਫੋਕ ਸਿੰਗਰਸ ਮੈਨੂੰ ਮਿਲੇ ਤੇ ਸਾਡਾ ਬਹੁਤ ਵੱਡਾ ਗਰੁੱਪ ਬਣ ਗਿਆ। ਤੇ ਜਿਹਦੇ ਵਿੱਚ ਅਸੀਂ ਕਦੇ ਕਦੇ ਪੰਮੀ ਬਾਈ ਹੋਰੀ ਵੀ ਆ ਜਾਂਦੇ ਸੀ, ਨੱਚਦੀ ਜਵਾਨੀ ਦੇ ਸਾਡੇ ਬਖਸ਼ੀਸ਼ ਬੱਗਾ ਹੁੰਦੇ ਸੀਗੇ, ਭੰਗੜਾ ਕੋਚ ਮਤਲਬ ਸਾਡੇ ਗਰੁੱਪ ਦੇ, ਇੱਕ ਆਦ ਮੰਚ ਦੇ ਹਰਜੀਤ ਸਿੰਘ ਡਾਇਰੈਕਟਰ ਸੀਗੇ, ਉਹ ਮਿਲੇ। ਫਿਰ ਮੋਹਨ ਕੰਬੋਜ, ਪ੍ਰੇਮ ਹਾਂਡਾ, ਮੈਡਮ ਪਰਮਿੰਦਰਪਾਲ ਕੌਰ ਡਿਪਟੀ ਡਾਇਰੈਕਟਰ ਸਾਡੀ ਕਲਚਰ ਫੇਅਰ ਦੀ, ਜਿਹਦੇ ਅੰਡਰ ਅਸੀਂ ਬਹੁਤ ਸਾਰਾ ਕੰਮ ਕੀਤਾ। ਆਲ ਓਵਰ ਇੰਡੀਆ ਅਸੀਂ ਮਤਲਬ ਪਰਫਾਰਮ ਕੀਤਾ ਤੇ ਬਾਹਰ ਵੀ। ਜਿਹੜਾ ਨਾਲ ਇਹ ਦੱਸ ਰਹੇ ਤੁਸੀਂ ਭੰਗੜਾ ਵੀ ਪਾਇਆ ਤੇ ਤੁਸੀਂ ਰੰਗਮੰਚ ਵੀ, ਮੈਨੂੰ ਆਪਣੀ ਗੈਰ ਰਸਮੀ ਗੱਲ ਹੋਈ ਸੀ ਕਿ ਤੁਸੀਂ ਸਰਜੀਤ ਸੇਠੀ ਉਹਨਾਂ ਨਾਲ ਤੁਹਾਨੂੰ ਕੰਮ ਕਰਨ ਦਾ ਮਾਣ ਮਿਲਿਆ, ਬੜੇ ਵੱਡੇ ਨਾਟਕਕਾਰ ਨੇ ਰਹੇ ਉਹ ਆਪਣੇ ਜ਼ਮਾਨੇ ਦੇ। ਤਾਂ ਇਸ ਦੇ ਸਮਾਨਾਂਤਰ ਕਵਿਤਾ ਜਿਹੜੀ ਹੈ ਉਹਦੇ 'ਚ ਤੁਹਾਡੀ ਇੱਕ ਵਿਸ਼ੇਸ਼ ਪਹਿਚਾਣ ਹੈ ਜੀ। ਤੁਸੀਂ ਨਿਰੰਤਰ ਜਿਹੜੀਆਂ ਪੁਸਤਕਾਂ ਲਿਖੀਆਂ ਨੇ, ਆਪਣੀਆਂ ਪੁਸਤਕਾਂ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਸਾਨੂੰ ਇੱਕ ਅਜਿਹੀ ਨਜ਼ਮ ਸੁਣਾਓ ਜਿਹਦਾ ਤੁਹਾਡੇ ਪਿੰਡ ਦੀ ਕਿਸੇ ਸ਼ਖਸੀਅਤ ਨਾਲ ਜਾਂ ਪਿੰਡ ਨਾਲ ਕੋਈ ਬੜਾ ਗੂੜਾ ਰਿਸ਼ਤਾ ਹੋਵੇ, ਵੀ ਜਿਹਦੇ ਝਲਕ ਪੈਂਦੀ ਗਈ। ਚਹਿਲ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਮੇਰੀ ਕਵਿਤਾ ਦੇ ਵਿੱਚ ਕਿਸੇ ਪਿੰਡ ਦਾ ਜ਼ਿਕਰ, ਮੇਰੇ ਉਸ ਕਿਰਦਾਰਾਂ ਦਾ ਜ਼ਿਕਰ ਮਤਲਬ ਆਵੇ, ਜਿਹੜੇ ਕਿਰਦਾਰ ਨੇ ਆਪਣੇ ਅੰਦਰ, ਜਿਹੜੇ ਪਾਤਰ ਨੇ ਮਤਲਬ ਉਹ ਤਾਂ ਜਿਉਂਦੇ ਰਹਿੰਦੇ ਨੇ, ਚਾਹੇ ਉਹ ਦੋਸਤ ਨੇ, ਚਾਹੇ ਉਹ ਕਿਸਾਨ ਆ, ਕੋਈ ਮਜ਼ਦੂਰ ਆ, ਜਾਂ ਕੋਈ ਹੋਰ ਕਿਸੇ ਕਿਸਮ ਦਾ ਕੋਈ ਤੁਹਾਡੇ ਦਾਇਰੇ ਦੇ ਵਿੱਚ ਬੰਦਾ। ਤੇ ਹਾਂ, ਮੈਂ ਖਾਸ ਤੌਰ ਤੇ ਗੱਲ ਕਰ ਰਿਹਾ ਕਿ ਡਾਕੀਆ ਹੰਸਰਾਜ ਮੇਰਾ ਇੱਕ ਬਹੁਤ ਹੀ ਪਿਆਰਾ ਦੋਸਤ ਸੀ। ਸਾਡਾ ਡਾਕ ਦਾ ਕੰਮ ਵੀ ਦੇਖਦਾ ਸੀ, ਡਾਕੇ ਵੀ ਆਪ ਹੀ, ਪੋਸਟ ਮਾਸਟਰ ਵੀ ਉਹ ਆਪ ਹੀ ਸੀਗੇ। ਤੇ ਉਹ ਮੈਂ ਪਿੱਛੇ ਜੇ ਵਿਆਹ ਤੇ ਗਿਆ, ਕਾਫੀ ਪੁਰਾਣੀ ਗੱਲ ਹੈ, ਤੇ ਉਹ ਮੈਨੂੰ ਨਾ ਘੁੱਟ ਕੇ ਮਿਲੇ, ਕਹਿੰਦੇ ਵੀ ਮੈਂ ਹੁਣ ਸੌਖਾ ਮਰ ਜਾਊਂਗਾ। ਕਹਿੰਦਾ ਮੈਂ ਬਹੁਤ ਉਡੀਕਦਾ ਰਹਿੰਦਾ ਵੀ ਤੇਰਾ ਕੋਈ ਮਨੀ ਆਰਡਰ ਆਵੇ, ਤੇਰਾ ਕੋਈ ਕਾਗਜ਼ ਆਵੇ, ਤੇਰਾ ਮੈਗਜ਼ੀਨ ਆਵੇ, ਕੋਈ ਮੈਂ ਅਖਬਾਰ ਆਵੇ। ਮੇਰੇ ਆਉਂਦਾ ਰਹਿੰਦਾ ਸੀ, ਪਿੰਡ ਰਹਿੰਦਾ ਸੀ। ਉਹ ਬੜੇ ਚਾਅ ਨਾਲ ਮੈਨੂੰ ਦੇ ਕੇ ਜਾਂਦਾ, ਤੇ ਪੰਜਾਬੀ ਟ੍ਰਿਬਿਊਨ ਵੱਲੋਂ ਪੈਸੇ ਕਈ ਵਾਰੀ ਆਉਂਦੇ
ਛੋਟੇ ਛੋਟੇ 50 ਰੁਪਏ ਜਾਂ 40 ਰੁਪਏ 60 ਰੁਪਏ ਉਦੋਂ ਆਰਟੀਕਲ ਦੇ ਹੁੰਦੇ ਸੀ, ਮੈਂ ਛਪਦਾ ਰਹਿੰਦਾ ਸੀ। ਸੋ ਉਹਨਾਂ ਦੇ ਨਾਮ ਫਿਰ ਮੈਨੂੰ ਇੱਕ ਦਿਨ ਅਚਾਨਕ ਹੀ ਉਹ ਛਾ ਗਏ ਤੇ ਮੈਂ ਉਹਨਾਂ ਦਾ ਲਿਖਿਆ ਡਾਕੀਆ ਹੰਸਰਾਜ। ਡਾਕੀਆ ਹੰਸਰਾਜ ਜਦੋਂ ਵੀ ਦਰਵਾਜ਼ੇ ਤੇ ਦਸਤਕ ਦਿੰਦਾ ਸੀ ਅਚਾਨਕ, ਜਦੋਂ ਵੀ ਡਾਕੀਆ ਹੰਸਰਾਜ ਦਰਵਾਜ਼ੇ ਤੇ ਦਸਤਕ ਦਿੰਦਾ ਸੀ ਅਚਾਨਕ, ਤਾਂ ਲੱਗਦਾ ਲੈ ਕੇ ਆ ਰਿਹਾ ਕੋਈ ਸੁਨੇਹਾ। ਅੰਦਰੋਂ ਤੁਰ ਪੈਂਦੇ ਸੀ ਨਿਆਗਰਾ ਫਾਲਜ਼, ਦਰਵਾਜ਼ੇ ਤੱਕ ਜਾਂਦੇ ਭਿੱਜ ਜਾਂਦਾ ਸੀ ਆਪਾ ਕਿਸੇ ਦੈਵੇ ਅਹਿਸਾਸ ਨਾਲ। ਸਾਈਕਲ ਦੀ ਟੱਲੀ ਖੜਕਦੀ, ਵੱਜ ਉੱਠਦਾ ਜਿਵੇਂ ਅੰਦਰਲਾ ਸੁੱਤਾ ਆਰਕੈਸਟਰਾ। ਨੀਲੇ ਲਿਫਾਫੇ ਖਾਕੀ ਕਾਰਡ ਲੈ ਕੇ ਸੰਭਾਲ ਕੇ ਤੁਰਦਾ ਸਰਨਾਮੇ ਦੀ ਸ਼ਿੱਦਤ, ਆਪਣੇ ਬੈਗ 'ਚ ਪੂਰੇ ਪਿੰਡ ਦੀਆਂ ਖੁਸ਼ੀਆਂ ਗਮੀਆਂ, ਮਨੀ ਆਰਡਰ, ਪੂਰਾ ਸੰਸਾਰ ਲੈ ਕੇ। ਚਾਈ ਚਾਈ ਆਉਂਦਾ, ਕਾਲੇ ਕਦਮੀ ਮੁੜ ਜਾਂਦਾ, ਕਿਸੇ ਤਿੱਥ ਤਿਉਹਾਰ ਵਧਾਈਆਂ ਦਿੰਦਾ। ਸੇਵਾ ਮੁਕਤ ਹੋ ਗਿਆ ਡਾਕੀਆ ਹੰਸਰਾਜ, ਆਉਂਦਾ ਤਾਂ ਅੱਜ ਕੱਲ੍ਹ ਵੀ ਹੈ, ਦਸਤਕ ਦਿੰਦਾ ਹੈ ਮੇਰੇ ਸਮਾਰਟਫੋਨ ਉੱਤੇ। ਆਉਂਦਾ ਤਾਂ ਅੱਜ ਕੱਲ੍ਹ ਵੀ ਹੈ, ਦਸਤਕ ਦਿੰਦਾ ਹੈ ਮੇਰੇ ਸਮਾਰਟਫੋਨ ਉੱਤੇ। SMS WhatsApp ਮੈਸੇਂਜਰ ਗੁੱਡ ਮਾਰਨਿੰਗ ਭੇਜਦਾ, ਪਰ ਹੰਸਰਾਜ ਦਾ ਉਹ ਖੁਸ਼ੀਆਂ ਗਮੀਆਂ ਮਨੀ ਆਰਡਰਾਂ ਵਾਲਾ ਬੈਗ ਗੁੰਮ ਹੁੰਦਾ। ਸ਼ਿੱਦਤ ਹੁੰਦੀ ਉਹੀ, ਉਡੀਕ ਦੀ ਤਲਬ ਵੀ ਉਹੀ, ਤੇ ਮੇਰੇ ਅੰਦਰਲੇ ਨਿਆਗਰਾ ਫਾਲਜ਼ ਕਿੱਥੇ ਸੁੱਕ ਗਏ ਨੇ। ਭਿੱਜਣਾ ਤਾਂ ਮੈਂ ਹੀ ਕਦੋਂ ਨਾ ਭੁੱਲ ਗਿਆ ਹਾਂ, ਭਿੱਜਣਾ ਤਾਂ ਮੈਂ ਹੀ ਕਦੋਂ ਨਾ ਭੁੱਲ ਗਿਆ ਹਾਂ। ਵਾਹ ਜੀ ਵਾਹ, ਇਹ ਜਿਹੜੀ ਤੁਸੀਂ ਅਵਤਾਰ ਜੀ ਦੀ ਗੱਲ ਕੀਤੀ ਹੈ, ਇਹ ਅਜੋਕਾ ਸੰਦਰਭ ਵੀ ਹੈ। ਜਿਹੜੀ ਅਜੋਕਾ ਸਮਾਂ ਹੈ, ਜਿੱਥੋਂ ਤੱਕ ਸਾਡਾ ਅੱਜ ਦਾ ਦੌਰ ਪਹੁੰਚ ਗਿਆ ਕਿ ਚਿੱਠੀਆਂ ਦੀ ਜਗ੍ਹਾ ਕਿਸ ਚੀਜ਼ ਨੇ ਲੈ ਲਈ, ਡਿਜੀਟਲਾਈਜੇਸ਼ਨ ਹੋ ਗਈ। ਬਿਲਕੁਲ ਬਿਲਕੁਲ। ਹਾਂ, ਇਹ ਇਸ ਤਰ੍ਹਾਂ ਦੀ ਨਜ਼ਮ ਹੈ। ਉਹ ਕੋਈ ਵੀ ਜਿਹੜੀ ਰਚਨਾ ਹੈ, ਜਦੋਂ ਕੋਈ ਵੀ ਬੰਦਾ ਪਿਛਲੇ ਪੜਾਅ ਦੀ ਤੇ ਮੌਜੂਦਾ ਪੜਾਅ ਦੀ ਕੰਪੈਰੀਟਿਵ ਸਟੱਡੀ ਕਰਦਾ ਹੈ, ਤਾਂ ਉਹ ਜ਼ਰੂਰ ਆਕਰਸ਼ਕ ਬਣਦੀ ਹੈ। ਤੇ ਮੈਂ ਦਾਦ ਦਿੰਦਾ ਇਸ ਕਵਿਤਾ ਰਾਹੀਂ ਤੁਸੀਂ ਆਪਣੇ ਪਿੰਡ ਨੂੰ, ਵਿਰਾਸਤ ਨੂੰ ਵੀ ਨਾਲ ਜੋੜਿਆ ਤੇ ਅਜੋਕੇ ਸਮੇਂ ਦੀ ਵੀ ਗੱਲ ਕੀਤੀ। ਕਈ ਲੋਕਾਂ ਨੂੰ ਹੈ ਜਿਹੜੀ ਵਿਰਾਸਤ ਨਾਲ ਰੁਚੀ ਨਹੀਂ ਹੁੰਦੀ, ਅਜੋਕੇ ਸਮੇਂ ਨਾਲ ਹੁੰਦੀ ਹੈ, ਪਰ ਜਦੋਂ ਤੁਸੀਂ ਦੋਨਾਂ ਦਾ ਸੁਮੇਲ ਕੀਤਾ ਤਾਂ ਹੁਣ ਵਾਲਿਆਂ ਨੂੰ ਵੀ ਇਸ ਕਵਿਤਾ ਨਾਲ ਜੁੜਨ ਦਾ ਜਿਹੜਾ ਮੌਕਾ ਨਾ। ਦੇਖੋ, ਜਦੋਂ ਜਿਵੇਂ ਕਹਿੰਦਾ ਜਿਵੇਂ ਅਸੀਂ ਮਾਡਰਨ ਪੋਇਟਰੀ ਦੇ 5-7-10 ਦੋਸਤ ਹਾਂ ਜਿਹੜੇ ਮਾਡਰਨ ਪੋਇਟਰੀ ਦੇ ਵਿੱਚ ਸਾਨੂੰ ਗਿਣਿਆ ਜਾਂਦਾ, ਪਰ ਮੇਰੀ ਕਵਿਤਾ ਦੇ ਵਿੱਚ ਚਹਿਲ ਸਾਹਿਬ ਸੱਭਿਆਚਾਰਕ ਪਿੱਠ ਭੂਮੀ ਹੈ, ਜਿਹੜੇ ਸੱਭਿਆਚਾਰਕ ਫਲੇਵਰ, ਸੱਭਿਆਚਾਰਕ ਰਵਾਇਤੀ ਇੱਕ ਰੰਗ ਸਾਡੇ ਰਿਸ਼ਤਿਆਂ ਦਾ, ਸਾਡੇ ਕਲਚਰ ਦਾ, ਉਹ ਮੈਂ ਕਿਵੇਂ ਨਾ ਕਿਵੇਂ ਉਹ ਮੇਰੀ ਕਵਿਤਾ ਦੇ ਵਿੱਚ ਸ਼ਾਮਲ ਹੋ ਜਾਂਦਾ। ਅਵਤਾਰ ਜੀ ਦੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆਪਣੀ ਕਵਿਤਾ ਰਾਹੀਂ ਹੰਸਰਾਜ ਡਾਕੀ ਦੇ ਜਰੀਏ ਬੜੀ ਜਿਹੜੀ ਸੀਗੀ ਆਪਣੇ ਪਿੰਡ ਦਾ ਇੱਕ ਕਿਰਦਾਰ ਨੂੰ ਪੇਸ਼ ਕੀਤਾ। ਕੋਈ ਸਾਨੂੰ ਅਜਿਹੀ ਰਚਨਾ ਸੁਣਾਓ ਜਿਹਦੇ ਵਿੱਚ ਤੁਹਾਡੇ ਦਿਲ ਦੇ ਵਿੱਚ, ਕਿਉਂਕਿ ਬੰਦੇ ਦੀਆਂ ਕਈ ਜ਼ਿੰਦਗੀ 'ਚ ਘਾਟਾਂ ਹੁੰਦੀਆਂ ਨੇ, ਕਿਸੇ ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਕਿ ਮੇਰੀ ਮਾਤਾ ਜੀ ਸੀ ਜਿਹੜੇ ਉਹ ਮੇਰੀਆਂ ਪ੍ਰਾਪਤੀਆਂ ਮੈਨੂੰ ਕਿਸੇ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ, ਦੇਖਣ ਤੋਂ ਪਹਿਲਾਂ ਸਵਰਗਵਾਸ ਹੋ ਗਏ ਸੀ, ਤੇ ਤੁਸੀਂ ਉਹਨਾਂ ਦੇ ਸੰਦਰਭ 'ਚ ਵੀ ਕੁਛ ਨਾ ਕੁਛ ਜ਼ਰੂਰ ਰਚਿਆ ਹੋਣਾ। ਹਾਂ, ਮੈਂ ਉਹ ਸੁਣਾਉਂਗਾ। ਉਹਨਾਂ ਦੇ ਸੰਦਰਭ ਦੇ ਵਿੱਚ ਮੈਂ ਮੇਰੀ ਜਿਹੜੀ ਟੋਟਲ ਸ਼ਾਇਰੀ ਹੈ, ਟੋਟਲ ਮੇਰੀ ਕਵਿਤਾ ਜੈਲ ਸਾਹਿਬ, ਉਹ ਹੰਢਾਇਆ ਹੋਇਆ ਸੱਚ ਹੈ। ਬਿਲਕੁਲ ਵੀ ਮੈਂ ਮਤਲਬ ਹੰਢਾਏ ਹੋਏ ਸੱਚ ਤੋਂ ਬਿਨਾਂ ਮੈਂ ਫੈਸ਼ਨ ਦੇ ਤੌਰ ਤੇ ਨਹੀਂ ਲਿਖਦਾ। ਵੀ ਡਾਇਰੈਕਟ ਐਂਡ ਡਾਇਰੈਕਟ ਮੇਰੇ ਨਾਲ ਉਹ ਬੀਤੀ ਹੁੰਦੀ ਹੈ ਜਾਂ ਮੇਰੇ ਨਾਲ ਵਾਪਰ ਰਿਹਾ ਹੁੰਦਾ, ਤੇ ਉਹ ਮੇਰਾ ਮਤਲਬ ਕਿਰਦਾਰ ਬਣ ਕੇ ਕਿਸੇ ਪਾਤਰ ਦਾ ਮੇਰੀ ਕਵਿਤਾ ਦੇ ਵਿੱਚ ਆ ਜਾਂਦਾ। ਤੇ ਜਿਹੜੀ ਵੀ ਅੱਜ ਤੱਕ ਮੈਂ ਰਚਨਾ ਕੀਤੀ ਹੈ, ਉਹ ਸਾਰੇ ਦਾ ਸਾਰਾ ਮੇਰਾ ਇੱਕ ਲੰਬਾ ਪੈਂਡਾ ਲਿਟਰੇਚਰ ਦੇ ਵਿੱਚ, ਕਲਾ ਦੇ ਖੇਤਰ ਦੇ ਵਿੱਚ ਹੈ। ਉਹ ਮੈਂ ਸਾਰਾ ਆਪਣੇ ਹੱਡਾਂ ਤੇ ਹੰਢਾਇਆ। ਜੋ ਵੀ ਮੈਂ ਸੋਚਦਾ, ਜੋ ਵੀ ਮੈਂ ਹੰਢਾਉਣਾ, ਉਹ ਵੀ ਮੈਂ ਲਿਖਦਾ। ਇੱਕ ਵਾਰ ਮੈਂ ਬਹੁਤ ਇੱਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਜਾ ਰਿਹਾ ਸੀ ਤੇ ਮੈਨੂੰ ਮਾਂ ਯਾਦ ਆਈ, ਤੇ ਮੈਂ ਉਹ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਨੇ। ਨਿੱਕੇ ਨਿੱਕੇ ਪਰ ਮੇਰੇ ਮੰਜ਼ਿਲਾਂ ਨੇ ਭਾਰੀਆਂ, ਦੱਸੀ ਮਾਏ ਮੇਰੀਏ ਕਿਉਂ ਥੱਕੀਆਂ ਉਡਾਰੀਆਂ। ਨਿੱਕੀ ਜਿਹੀ ਤਲੀ ਉੱਤੇ ਸੁਪਨਾ ਸੀ ਧਰਿਆ, ਨਿੱਕੀ ਜਿਹੀ ਤਲੀ ਉੱਤੇ ਸੁਪਨਾ ਸੀ ਧਰਿਆ। ਤੇਰੇ ਦੁੱਧ ਤੇ ਲਹੂ ਨਾਲ ਲਿਖਿਆ ਜੋ ਨਾਮਾ ਸੀ, ਨਾ ਤੇਰਾ ਪਰਛਾਵਾਂ ਨਾ ਉਹ ਮੇਰਾ ਸਰਨਾਮਾ ਸੀ। ਥੱਕ ਗਏ ਬੂਹੇ ਬੰਦ ਹੋਏ ਬੂਹੇ ਵਾਰੀਆਂ, ਦੱਸੀ ਮਾਏ ਮੇਰੀਏ ਕਿਉਂ ਥੱਕੀਆਂ ਉਡਾਰੀਆਂ। ਨਿੱਕੇ ਨਿੱਕੇ ਪਰ ਮੇਰੇ ਮੰਜ਼ਿਲਾਂ ਨੇ ਭਾਰੀਆਂ। ਵਾਹ ਜੀ ਵਾਹ, ਅਵਤਾਰ ਜੀ ਦੀ ਬੜੀ ਸੋਹਣੇ, ਤੁਸੀਂ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਹੀ ਆਪਣੀ ਮਾਂ ਬਾਰੇ ਵੀ ਇਹਦੇ ਚਿੱਤਰਨ ਕੀਤਾ ਤੇ ਆਪਣੇ ਜੀਵਨ ਬਾਰੇ ਵੀ ਤੁਸੀਂ ਕਿੰਨੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਲੈ ਕੇ ਚੱਲ ਰਹੇ ਹੋ। ਤਾਂ ਇੱਕ ਤੁਸੀਂ ਹੋਰ ਜਿਹੜੀ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ ਤੇ ਦੇਖੀ, ਕਾਫੀ ਤੁਹਾਡੀ ਉਹ ਚਰਚਿਤ ਹੋਈ, ਭਾਸ਼ਾ ਵਿਭਾਗ ਨੇ ਵੀ ਤੁਹਾਨੂੰ ਉਸ ਕਵਿਤਾ ਦੇ ਜਿਹੜਾ ਮਾਣ ਦਿੱਤਾ ਆਪਣੇ ਪੇਜ ਦੇ ਉੱਤੇ ਪਾ ਕੇ, ਤੇ ਬਹੁਤ ਅੱਛੇ ਲੋਕਾਂ ਦੇ ਜਿਹੜੇ ਕਮੈਂਟ ਹੈ, ਟਿੱਪਣੀਆਂ ਆਏ ਨੇ, ਉਹ ਜ਼ਰੂਰ ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਬਿਲਕੁਲ ਚੈਲ ਸਾਹਿਬ, ਇੱਕ ਸਮਾਂ ਸੀ ਜਦੋਂ ਅਸੀਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਸੀ ਜਾਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਸੀ, ਜਦੋਂ ਕੋਈ ਆਈਡੀਆ ਆਉਣਾ ਜਾਂ ਕਵਿਤਾ ਆਉਣੀ ਜਾਂ ਗੀਤ
ਦਾ ਕੋਈ ਮਤਲਬ ਕਨਸੈਪਟ ਬਣਨਾ, ਤੁਸੀਂ ਟਿਕਟ ਦੇ ਪਿੱਛੇ ਹੀ ਲਿਖ ਲੈਂਦੇ ਸੀ। ਤੇ ਹੁਣ ਤਾਂ ਡਿਜੀਟਲ ਸਮਾਂ ਹੋ ਗਿਆ ਤੇ ਸਾਰਾ ਇਲੈਕਟ੍ਰੋਨਿਕ ਮੀਡੀਆ ਹੈਗਾ ਤੇ ਹੁਣ ਸਾਰਾ ਕੁਝ ਆਪਾਂ ਆਪਣੇ ਜਿਹੜਾ ਹੈਗਾ ਉਹ ਫੋਨ ਦੇ ਵਿੱਚ ਹੀ ਰੱਖਦੇ ਨੇ, ਫੋਨ 'ਚ ਸੁਣਾਉਣਾ। ਜਿਵੇਂ ਕਹਿੰਦੇ ਹੁੰਦੇ ਆ ਵੀ ਮਾਂ ਦਾ ਜਿਹੜਾ ਹੈਗਾ, ਮਾਂ ਤਾਂ ਬੰਦੇ ਦੇ ਹਮੇਸ਼ਾ ਹੀ, ਚਾਹੇ ਉਹ ਆਪਾਂ ਤੋਂ ਦੂਰ ਹੋ ਜਾਣ, ਹਮੇਸ਼ਾ ਹੀ ਆਪਣੇ ਦਰਮਿਆਨ ਰਹਿੰਦੇ ਨੇ। ਇਸ ਜਾਂ ਉਹਨਾਂ ਦੀਆਂ ਗੱਲਾਂ ਆਪਾਂ ਨੂੰ ਚੇਤੇ ਰਹਿੰਦੀਆਂ ਨੇ। ਸੋ ਮੈਂ ਇੱਕ ਨਜ਼ਮ ਪਿੱਛੇ ਜਿਹੜੀ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਪੇਜ ਦੇ ਉੱਤੇ ਮਤਲਬ ਉਹ ਪ੍ਰਿੰਟ ਕਰਕੇ ਤੇ ਇੱਕ ਪੋਸਟਰ ਬਣਾ ਕੇ ਉਹਨਾਂ ਨੇ ਪੇਸ਼ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੋਈ ਸੀ, ਜਿਹਦੇ ਵਿੱਚ ਸਾਡੇ ਤੇਜਿੰਦਰ ਗਿੱਲ ਭਾਜੀ ਨੇ ਮੇਰੇ ਕੋਲ ਡਿਪਟੀ ਡਾਇਰੈਕਟਰ ਅਸਿਸਟੈਂਟ ਡਾਇਰੈਕਟਰ ਨੇ, ਉਹਨਾਂ ਵੱਲੋਂ ਬੜਾ ਮਾਣ ਦਿੱਤਾ ਗਿਆ, ਪੂਰੇ ਭਾਸ਼ਾ ਵਿਭਾਗ ਵੱਲੋਂ ਮਾਣ ਦਿੱਤਾ ਗਿਆ। ਕੋਈ ਭਾਸ਼ਾ ਵਿਭਾਗ ਨਾਲ ਮੈਂ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ, ਸਾਰਿਆਂ ਨੂੰ ਬੜਾ ਪਿਆਰ ਸੀ। ਉਹ ਮੈਂ ਕਵਿਤਾ ਤੁਹਾਨੂੰ ਸੁਣਾਉਣਾ। ਮਾਂ ਅਕਸਰ ਆਖਦੀ ਪੁੱਤ ਰੋਟੀ ਖਾ ਲਓ। ਮਾਂ ਅਕਸਰ ਆਖਦੀ ਪੁੱਤ ਰੋਟੀ ਖਾ ਲਓ। ਰੋਟੀ ਨੂੰ ਜਦੋਂ ਹਵਾ ਲੱਗ ਜਾਵੇ ਰੋਟੀ ਸੁੱਕ ਜਾਂਦੀ ਹੈ। ਰੋਟੀ ਨੂੰ ਜਦੋਂ ਹਵਾ ਲੱਗ ਜਾਵੇ ਰੋਟੀ ਸੁੱਕ ਜਾਂਦੀ ਹੈ। ਅੱਜ ਵੀ ਕਈ ਵਾਰ ਸੋਚਦਾ ਕਿ ਬੰਦੇ ਨੂੰ ਵੀ ਜਦੋਂ ਹਵਾ ਲੱਗ ਜਾਵੇ ਤਾਂ ਉਹ ਅੰਦਰੋਂ ਬਾਹਰੋਂ ਸੁੱਕ ਜਾਂਦਾ ਹੈ। ਅੱਜ ਵੀ ਕਈ ਵਾਰ ਸੋਚਦਾ ਕਿ ਬੰਦੇ ਨੂੰ ਵੀ ਜਦ ਹਵਾ ਲੱਗ ਜਾਵੇ ਉਹ ਅੰਦਰੋਂ ਬਾਹਰੋਂ ਸੁੱਕ ਜਾਂਦਾ ਹੈ। ਮਾਂ, ਰੋਟੀ, ਹਵਾ ਮੇਰੇ ਦਰਮਿਆਨ ਹਮੇਸ਼ਾ ਹਾਜ਼ਰ ਹੋ ਜਾਂਦੀ ਹੈ। ਮਾਂ, ਰੋਟੀ, ਹਵਾ ਤੇ ਮੇਰੇ ਦਰਮਿਆਨ ਹਮੇਸ਼ਾ ਹਾਜ਼ਰ ਹੋ ਜਾਂਦੀ ਹੈ। ਇੱਕ ਵਾਰੀ ਫਿਰ ਭਾਸ਼ਾ ਵਿਭਾਗ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਇੱਕ ਗੱਲ ਮੈਂ ਭੁੱਲ ਗਿਆ, ਮਤਲਬ ਜਿਹੜੇ ਗੀਤਾਂ ਦੀ ਸ਼ੁਰੂਆਤ ਸੀਗੀ ਪੋਇਟਰੀ ਦੀ, ਉਹ ਇਹ ਵੀ ਸੀ ਕਿ ਅੰਮ੍ਰਿਤਸਰ ਦੇ ਉੱਤੋਂ ਫਿਲਮੀ ਸੰਸਾਰ ਨਾਮ ਦਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਸੀ, ਉਹਦੇ ਵਿੱਚ ਉਹ ਤੁਕ ਦਿੰਦੇ ਸੀ, ਇੱਕ ਲਾਈਨ ਦਿੰਦੇ ਸੀ, ਉਸ ਲਾਈਨ ਤੇ ਗੀਤ ਲਿਖਣਾ ਹੁੰਦਾ ਸੀ। ਤੇ ਮੇਰੇ ਲਗਾਤਾਰ ਉਹਦੇ ਵਿੱਚ ਬਹੁਤ ਸਾਰੇ ਗੀਤ ਛਪਦੇ ਰਹਿੰਦੇ ਸੀ, ਗਜ਼ਲਾਂ ਜਾਂ ਗੀਤ ਉਹਦੇ ਲਿਖਦੇ ਸੀ, ਛਪਦੇ ਰਹਿੰਦੇ ਸੀ। ਤੇ ਕੀ ਤੁਸੀਂ ਕਵਿਤਾ ਤੋਂ ਇਲਾਵਾ ਕਦੇ ਹੋਰ ਕਿਸੇ ਵਿਧਾ ਦੇ ਵਿੱਚ ਵੀ ਲਿਖਿਆ ਵੀ, ਜਾਂ ਸ਼ੁਰੂ ਤੋਂ ਕਵਿਤਾ ਹੀ ਲਿਖਦੇ ਆਏ ਹੋ? ਨਹੀਂ, ਪਹਿਲਾਂ ਸ਼ੁਰੂਆਤ ਮੇਰੀ ਕਹਾਣੀ ਤੋਂ ਹੋਈ ਸੀ। ਅੱਛਾ ਜੀ। ਜਦ ਸਾਹਿਬ ਸ਼ੁਰੂਆਤ ਮੇਰੀ ਕਹਾਣੀ ਤੋਂ ਹੋਈ। ਕਹਾਣੀਆਂ ਮੈਂ ਲਿਖੀਆਂ, ਕੁਝ ਚੰਦ ਕਹਾਣੀਆਂ ਲਿਖੀਆਂ 5-7, ਜਗਬਾਣੀ, ਪੰਜਾਬੀ ਟ੍ਰਿਬਿਊਨ, ਹੋਰ ਵੱਡੇ ਮੈਗਜ਼ੀਨ ਦੇ ਵਿੱਚ ਉਹ ਛਪਦੀਆਂ ਰਹੀਆਂ। ਤੇ ਜੇ ਇੱਕ ਸੀਗੀ ਕਾਲੇ ਕਦਮਾਂ ਦਾ ਪਿੰਡ, ਜਿਹੜੀ ਮੈਂ ਪੰਜਾਬੀ ਪੇਂਡੂ ਕਲਚਰ ਦੇ ਉੱਤੇ ਲਿਖੀ ਸੀ। ਇੱਕ ਪੜ੍ਹ ਤੋਂ ਪੰਜਾਬ, ਜਿਹੜੀ ਨਸ਼ਿਆਂ ਦੇ ਉੱਤੇ ਉਹ ਦੇਸ਼ ਸੇਵਕ ਨੇ ਛਾਪੀ ਸੀ ਪੂਰੇ ਪੇਜ ਦੇ ਉੱਤੇ। ਤੇ ਹੋਰ ਬਹੁਤ ਸਾਰੀਆਂ ਕਹਾਣੀਆਂ। ਹੁਣ ਮੇਰਾ ਮਨ ਬਣਦਾ ਕਿ ਮੇਰੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਨੇ, ਮੈਂ ਵੀ ਉਹਨਾਂ ਕਹਾਣੀਆਂ ਨੂੰ ਲਿਖਾਂ, ਵਾਰਤਕ ਲਿਖਾਂ। ਪਰ ਕਵਿਤਾ ਹੈ ਜਿਹੜੀ, ਕਵਿਤਾ ਤਾਂ ਅਚਾਨਕ ਹੀ ਆਪਣੇ, ਜਿਵੇਂ ਮੀਂਹ ਆ ਜਾਂਦਾ, ਬਾਰਿਸ਼ ਆ ਜਾਂਦੀ, ਉਸ ਤਰ੍ਹਾਂ ਆ ਜਾਂਦੀ ਹੈ। ਵਾਰਤਕ ਲਿਖਣ ਵਾਸਤੇ ਥੋੜੀ ਗੰਭੀਰਤਾ ਤੇ ਬਹੁਤ ਸਮੇਂ ਦੀ ਲੋੜ ਹੁੰਦੀ ਹੈ। ਸੋ ਹੁਣ ਮੈਂ ਜਦੋਂ ਸਮਾਂ ਮਿਲਿਆ ਤਾਂ ਮੈਂ ਕਹਾਣੀਆਂ ਉਹ ਜ਼ਰੂਰ ਤੇ ਕਿਤਾਬੀ ਰੂਪ ਦੇ ਵਿੱਚ ਵੀ ਪੇਸ਼ ਕਰੂੰਗਾ। ਤੁਸੀਂ ਅਵਤਾਰ ਜੀ ਹੁਣ ਤੱਕ ਕਿੰਨੀਆਂ ਜਿਹੜੀਆਂ ਪੁਸਤਕਾਂ ਉਹ ਰਚ ਚੁੱਕੇ ਹੋ? ਕਵਿਤਾਵਾਂ ਤੁਹਾਡੀਆਂ ਪਤਾ ਨਹੀਂ ਕਿੰਨੇ ਕੁ ਮੈਗਜ਼ੀਨਾਂ, ਸ਼ਾਇਦ ਤੁਹਾਨੂੰ ਵੀ ਨਾ ਯਾਦ ਹੋਵੇ, ਛਪ ਚੁੱਕੀਆਂ ਨੇ। ਤੇ ਮੈਨੂੰ ਤੁਹਾਡੀਆਂ ਜਿਹੜੀਆਂ ਕਿਤਾਬਾਂ ਨੇ, ਸਾਨੂੰ ਉਹਦੇ ਬਾਰੇ ਲੜੀਵਾਰ ਆ ਜਿਹੜਾ ਜਾਣਕਾਰੀ ਦਿਓ, ਕਿਉਂਕਿ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਪਾਠਕ ਨੇ, ਸਹਿਜ ਰੁਚੀ ਰੱਖਣ ਵਾਲੇ ਲੋਕ ਨੇ, ਉਹ ਤੁਹਾਡੀਆਂ ਕਿਤਾਬਾਂ ਨੂੰ ਖਰੀਦ ਕੇ ਪੜ੍ਹ ਸਕਣ ਤੇ ਤੁਹਾਡੀ ਸ਼ਾਇਰੀ ਦਾ ਜਿਹੜਾ ਆਨੰਦ ਹੈ ਉਹ ਮਾਣ ਸਕਣ। ਹਾਂਜੀ ਚਹਿਲ ਸਾਹਿਬ, ਮੇਰੀ ਪਹਿਲੀ ਕਿਤਾਬ ਆਈ ਸੀਗੀ 93 ਦੇ ਵਿੱਚ, 1993 ਦੇ ਵਿੱਚ, ਮਿੱਟੀ ਘਰੇ ਸੰਵਾਦ। ਉਦੋਂ ਟੈਰੋਰਿਜ਼ਮ ਬਹੁਤ ਸੀਗਾ ਪੰਜਾਬ ਦੇ ਵਿੱਚ ਤੇ ਉਹ ਪੂਰੇ ਦੀ ਪੂਰੀ ਕਿਤਾਬ ਹੈ ਜਿਹੜੀ ਉਹ ਪੰਜਾਬ ਦੇ ਸੰਤਾਪ ਤੇ ਸੀ, ਰਿਸ਼ਤਿਆਂ ਦੀ ਗੱਲ ਸੀ, ਉਹਦੇ ਵਿੱਚ ਮਿੱਟੀ ਦੀ ਗੱਲ ਸੀ, ਧਰਤੀ ਦੀ ਗੱਲ ਸੀ। ਤੇ ਉਸ ਕਿਤਾਬ ਨੂੰ ਬਹੁਤ ਹੰਗਾਰਾ ਪਾਠਕਾਂ ਦਾ ਮਿਲਿਆ, ਆਲੋਚਕਾਂ ਦਾ ਮਿਲਿਆ। ਮੇਰਾ ਕਾਫੀ ਨੋਟਿਸ ਲਿਆ ਗਿਆ ਉਸ ਕਿਤਾਬ ਤੇ। ਉਸ ਤੋਂ ਬਾਅਦ ਚੰਗੀ ਤਰ੍ਹਾਂ ਉਸ ਕਿਤਾਬ ਦੀ ਜਿਹੜੀ ਪਾਠਕਾਂ ਤੱਕ ਪਹੁੰਚ ਨਹੀਂ ਬਣ ਸਕੀ ਤੇ ਉਸ ਤੋਂ ਬਾਅਦ ਮੇਰੀ ਕਿਤਾਬ ਕਾਫੀ ਲੰਬਾ ਸਮਾਂ ਗੈਪ ਰਿਹਾ। ਇੱਕ ਤੇ ਦੋਸਤ ਮਿੱਤਰ ਸਾਰੇ ਕਹਿੰਦੇ ਤੂੰ ਪੋਇਟਰੀ ਨਹੀਂ ਲਿਖਦਾ, ਤੂੰ ਗੀਤ ਗਾਉਣ ਲੱਗ ਗਿਆ, ਤੂੰ ਐਂ ਕਰਨ ਲੱਗ ਗਿਆ, ਤੂੰ ਜਾਂਦਾ ਨਹੀਂ, ਤੂੰ ਆਉਂਦਾ ਨਹੀਂ, ਉਹਨਾਂ ਦੇ ਲਾਂਭੇ ਮਿਲਦੇ ਰਹੇ। ਤੇ ਹੁਣ ਪਿਛਲੇ ਸਾਲ 2021-22 ਦੇ ਵਿੱਚ ਮੇਰੀਆਂ 4 ਕਿਤਾਬਾਂ ਹੋਰ ਆ ਗਈਆਂ, ਜਿਹੜੀਆਂ ਮੋਹੇ ਰੰਗ ਦੇ ਸ਼ਬਦ ਲੋਕ ਲੁਧਿਆਣਾ ਨੇ ਛਾਪੀ। ਫਿਰ ਕੈਲੀਬਰ ਪਬਲੀਕੇਸ਼ਨ ਵੱਲੋਂ ਮੇਰੀ ਕਿਤਾਬ ਆਈ ਹੈ ਚਿੱਤਰਲੀਲਾ, ਤੇ ਗ੍ਰੇਸ਼ੀਅਸ ਪ੍ਰਕਾਸ਼ਨ ਵੱਲੋਂ ਆਈ ਹੈ ਮੇਰੀ ਕਿਤਾਬ ਕਾਲ ਦ੍ਰਿਸ਼। ਤੇ ਤਰਸਰੇਣ ਹਿੰਦੁਸਤਾਨ ਦੇ ਸਭ ਤੋਂ ਵੱਡੇ ਪਬਲੀਕੇਸ਼ਨ ਗਰੁੱਪ ਹਾਊਸ ਨਵਯੁਗ ਪ੍ਰਕਾਸ਼ਨ ਨੇ ਛਾਪੀ ਹੈ। ਵੱਡੇ ਵੱਡੇ ਪ੍ਰਕਾਸ਼ਨਾਂ ਨੇ ਮੇਰੀ ਕਿਤਾਬਾਂ ਛਾਪੀਆਂ ਨੇ। ਔਰ ਜਿਹੜੀ ਚਿੱਤਰਲੀਲਾ ਕਿਤਾਬ ਹੈ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਤਰ੍ਹਾਂ ਦੀ ਇਹਦੇ ਵਿੱਚ ਆਟੋਬਾਇਓਗ੍ਰਾਫੀ ਹੀ ਹੈ
ਵੀ ਜਿਹਦੇ ਵੀ ਜ਼ਿੰਦਗੀ 'ਚ ਮੇਰੇ ਲੋਕ ਮੈਨੂੰ ਮਿਲੇ ਜਾਂ ਜਿੰਨੇ ਤੋਂ ਮੈਂ ਪ੍ਰਭਾਵਿਤ ਰਿਹਾ, ਉਹਨਾਂ ਬਾਰੇ ਮੈਂ ਇਹ ਕਿਤਾਬ ਲਿਖੀ। ਇਹਦੇ ਵਿੱਚ ਕਾਵਿ ਚਿੱਤਰ ਨੇ ਇੱਕ ਨਵੀਂ ਸਿਨਫ ਹੈ ਵੀ ਕਿਸੇ ਦੀ ਪਰਸਨੈਲਿਟੀ ਨੂੰ, ਕਿਸੇ ਦੀ ਕਰੈਕਟਰ ਨੂੰ, ਕਿਸੇ ਦੀ ਕਿਰਦਾਰ ਨੂੰ ਤੁਸੀਂ ਆਪਣੀ ਕਵਿਤਾ ਦੇ ਵਿੱਚ ਕਿਵੇਂ ਪੇਸ਼ ਕਰਦੇ ਹੋ। ਠੀਕ ਹੈ, ਇਹਦੇ ਵਿੱਚ ਕਾਫੀ ਲੋਕ ਨੇ, ਪ੍ਰੋਫੈਸਰ ਅਨੂਪ ਵਿਰਕ, ਪ੍ਰੋਫੈਸਰ ਪੂਰਨ ਸਿੰਘ, ਅਮਰਤਾ ਪ੍ਰੀਤਮ, ਖੁਸ਼ਵੰਤ ਸਿੰਘ, ਬਲਵੰਤ ਗਾਰਗੀ, ਇਮਰੋਜ਼ ਚਿੱਤਰਕਾਰ, ਸਾਰਾ ਸ਼ਗੁਫਤਾ ਪਾਕਿਸਤਾਨ ਦੇ ਸ਼ਾਇਰਾ ਸੀ, ਪਾਸ਼, ਮਿਲਖਾ ਸਿੰਘ, ਬਰਜਿੰਦਰ ਸਿੰਘ ਹਮਦਰਦ, ਡਾਕਟਰ ਤੇਜਵੰਤ ਮਾਨ, ਗੁਰਦਾਸ ਮਾਨ, ਜਿਨ੍ਹਾਂ ਨੂੰ ਮੈਂ ਬਹੁਤ ਹੀ ਪਿਆਰ ਕਰਦਾ, ਬਹੁਤ ਜ਼ਿਆਦਾ ਮਤਲਬ ਉਹਨਾਂ ਤੋਂ ਪ੍ਰਭਾਵਿਤ, ਉਹਨਾਂ ਦੀ ਗਾਇਕੀ ਤੋਂ, ਉਹਨਾਂ ਦੀ ਸ਼ਾਇਰੀ ਤੋਂ। ਪ੍ਰੀਤਮ ਸਿੰਘ ਰਾਹੀ, ਦਰਸ਼ਨ ਬੁੱਟਰ, ਭਾਸ਼ੋ, ਸਵਰਨਜੀਤ ਸਵੀ, ਰਾਮ ਸਿੰਘ ਚਾਹਲ, ਮੋਹਨ ਤਿਆਗੀ, ਭੁਪਿੰਦਰ, ਦਰਸ਼ਨ ਦਰਵੇਸ਼, ਸੋ ਲక్ష్ਮੀ ਨਾਰਾਇਣ ਭਿੱਖੀ, ਨਵਦੀਪ ਚਹਿਲ ਮੇਰਾ ਬਹੁਤ ਅੱਛਾ ਦੋਸਤ ਹੈ, ਅਫੀਸਰ ਹੈ ਮੇਰੇ ਨਾਲ, ਦੇਸਰਾਜ ਮੋਗਾ, ਬਲਜੀਤ ਬਰਾੜ, ਵਿਕਰਮਜੀਤ, ਰਾਣੀ ਤੱਤ, ਹਰਮਨਜੀਤ, ਤੇ ਇਸ ਤਰ੍ਹਾਂ ਬੇਬੇ ਗਿਆਨ ਕੌਰ ਤੇ ਬਾਪੂ ਸੂਬੇਦਾਰ ਗੱਜਣ ਸਿੰਘ। ਤੇ ਮੇਰੀ ਪਹਿਲਾ ਮੇਰਾ ਖਿਆਲ ਕਵੀ ਹੋਊਗਾ ਜਿਹਨੇ ਆਪਣੀ ਵਾਈਫ ਤੇ ਕਵਿਤਾ ਲਿਖੀ ਹੈ, ਨਜਮ, ਉਹ ਇੱਕ ਸਾਂਵਲੀ ਜਿਹੀ ਸਖੀ ਰਵਾਲ ਮੇਰੀ ਵਾਈਫ ਹੈ, ਤੇ ਜਿਹੜੀ ਮੇਰੀ ਕਵਿਤਾ ਦੀ ਪਹਿਲੀ ਪਾਠਕ ਵੀ ਰਹੀ ਹੈ। ਤੇ ਮਹਿਕ ਦੇ ਮਿੱਟੀ ਦਾ ਮਹਿਕ ਦਾ ਵਜੂਦ, ਅੰਜੂ ਕੌਸ਼ਲ, ਕੁਲਵੀਰ ਕੌਰ ਵਿਰਕ, ਇੱਕ ਸੇ ਨਵੀਨਾ, ਇਹ ਸਾਰੇ ਬਾਬਾ ਦੇਵਾ ਸਿੰਘ ਤੇ ਬਾਬੇ ਬੁੱਲੇ ਨੂੰ ਬੁਲਾਉਂਦਾ ਮੇਰੇ ਦਾਦਾ ਜੀ ਸਰਦਾਰ ਦੇਵਾ ਸਿੰਘ, ਇਹ ਸਾਰੇ ਜਿਹੜੇ ਕਰੈਕਟਰ ਨੇ, ਇਹ ਸਾਡੇ ਜਿਹੜੇ ਇਹਨਾਂ ਦੇ ਕਾਵਿ ਚਿੱਤਰ ਨੇ, ਪਰਸਨੈਲਿਟੀ ਜਿਹਨੇ ਮੈਂ ਇਹਨਾਂ ਕਿਤਾਬਾਂ ਦੇ ਵਿੱਚ, ਇਸ ਕਿਤਾਬ ਦੇ ਵਿੱਚ ਪਰੋਇਆ। ਇਹ ਮੈਂ ਤਾਕੀਦ ਕਰਦਾ ਵੀ ਸਾਰੇ ਕਿਤਾਬ ਨੂੰ ਪੜ੍ਹਨ। ਤੇ ਜਿਹੜੀ ਇਹ ਮੇਰੀ ਕਾਲ ਦ੍ਰਿਸ਼ ਸੀਗੀ ਕਿਤਾਬ, ਇਹ ਹੈਗੀ ਹੈ ਜਦੋਂ ਕਰੋਨਾ ਆਇਆ, ਉਸ ਸੰਤਾਪ ਦੇ ਦੌਰਾਨ, ਉਸ ਸੰਕਟ ਦੇ ਦੌਰਾਨ ਜਿਹੜਾ ਲੋਕਾਂ ਨੇ ਸਾਹ ਰੋਕ ਕੇ ਉਹਨੂੰ ਹੰਢਾਇਆ, ਉਹਦੇ ਸੰਬੰਧ 'ਚ ਹੈ ਕੁਛ ਮੇਰੀ ਪਰਸਨੈਲਿਟੀ ਬਾਰੇ, ਵਿੱਚ ਮੇਰੀ ਇੰਟਰਵਿਊ ਹੈ ਲੰਬੀ। ਤੇ ਸੋ ਇਹ ਤਰਸਰੇਨ ਹੈਗੀ ਆ, ਤੇ ਇਹ ਕਿਤਾਬ ਹੈਗੀ ਹੈ ਸ਼ਬਦ ਲੋਕ ਵੱਲੋਂ ਮੋਹੇ ਰੰਗ ਦੇ। ਅਵਤਾਰ ਜੀ, ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਪਹਿਲਾਂ ਮੁਸ਼ਾਇਰੇ ਹੁੰਦੇ ਸੀ, ਕਵੀ ਦਰਬਾਰ ਹੁੰਦੇ ਸੀ, ਤੇ ਉਹ ਸੀਗੇ, ਉਹਨਾਂ ਦੇ ਵਿੱਚ ਅਸੀਂ ਦੇਖਦੇ ਸੀ ਅਕਸਰ ਹੀ ਕਿ ਕਵੀਆਂ ਨੂੰ ਇੱਕ ਮੰਚ ਮਿਲਦਾ, ਲੋਕ ਸੁਣਨ ਆਉਂਦੇ, ਤੇ ਕੀ ਜਿਵੇਂ ਤੁਸੀਂ ਹੁਣ ਇਹ ਦੱਸਿਆ ਕਿ ਸੋਸ਼ਲ ਮੀਡੀਆ ਤੇ ਤਕਰੀਬਨ ਤੁਸੀਂ ਅਕਸਰ ਰੋਜ਼ਾਨਾ ਇੱਕ ਕਵਿਤਾ ਪਾਉਂਦੇ ਹੋ, ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਸਾਡਾ ਰੋਜ਼ ਹੀ ਮੁਸ਼ਾਇਰਾ ਹੁੰਦਾ ਹੈ ਜਾਂ ਮੁਸ਼ਾਇਰੇ ਦਾ ਤਰੀਕਾ ਬਦਲ ਗਿਆ, ਤੇ ਕੀ ਪਿਛਲੇ ਮੁਸ਼ਾਇਰਿਆਂ ਨੂੰ ਤੁਸੀਂ ਮਿਸ ਨਹੀਂ ਕਰਦੇ? ਅਸਲ 'ਚ ਹੁਣ ਨਾ ਮੁਸ਼ਾਇਰੇ ਇੰਟਰਨੈਸ਼ਨਲ ਹੋ ਗਏ ਨੇ। ਮੁਸ਼ਾਇਰੇ ਪਹਿਲਾਂ ਮਹਿਫਲਾਂ ਲੱਗਦੀਆਂ ਸ਼ਹਿਰ ਦੇ ਵਿੱਚ, ਬਹੁਤ ਸਾਰੀਆਂ ਸੰਸਥਾਵਾਂ ਬਣੀਆਂ, ਮੈਨੂੰ ਬੁਲਾਉਂਦੇ ਆ, ਮੈਂ ਕਈ ਵਾਰ ਜਾਂਦਾ, ਕਈ ਵਾਰ ਟਾਈਮ ਨਹੀਂ ਮਿਲਦਾ, ਪਰ ਉਸ ਚੀਜ਼ ਨੂੰ ਪਹਿਲਾਂ ਮੁਸ਼ਾਇਰੇ ਹੁੰਦੇ, ਗੋਸ਼ਟੀਆਂ ਹੁੰਦੀਆਂ, ਸਭਾਵਾਂ ਹੁੰਦੀਆਂ, ਉਹਦੇ ਵਿੱਚ ਲਿਟਰੇਚਰ ਬਾਰੇ ਬੜੀ ਗੰਭੀਰ ਚਰਚਾ ਹੁੰਦੀ ਸੀ, ਔਰ ਕਵਿਤਾ ਬਾਰੇ, ਗਜ਼ਲ ਬਾਰੇ, ਗੀਤ ਬਾਰੇ, ਨਾਵਲ ਬਾਰੇ, ਕਹਾਣੀ ਬਾਰੇ। ਪਰ ਅੱਜ ਕੱਲ੍ਹ ਜਿਹੜਾ ਹੈਗਾ ਸੋਸ਼ਲ ਮੀਡੀਆ ਨੇ ਥੋੜ੍ਹਾ ਜਿਹਾ ਇਸ ਨੂੰ ਇਫੈਕਟ ਕੀਤਾ ਕਿ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਲੋਕ ਇੰਡੀਵਿਜੂਅਲ ਹੋ ਗਏ ਨੇ, ਰਾਈਟਰ ਵੀ ਕਿਤੇ ਨਾ ਕਿਤੇ ਇੰਡੀਵਿਜੂਅਲ ਹੋ ਗਿਆ, ਕਿਉਂਕਿ ਉਹ ਬਹੁਤੇ ਲੋਕਾਂ 'ਚ ਜਾਣਾ ਨਹੀਂ ਚਾਹੁੰਦਾ ਜਾਂ ਆਪਣੀ ਗੱਲ ਸੋਸ਼ਲ ਮੀਡੀਆ 'ਤੇ ਕਹਿ ਦਿੰਦਾ। ਜਦੋਂ ਇੱਕ ਕਵਿਤਾ ਪਾਉਂਦਾ ਤਾਂ ਉਹਨੂੰ 500-400 ਲਾਈਕਸ ਮਿਲ ਜਾਂਦੇ ਆ, ਉਹਨੂੰ ਬੱਲੇ ਬੱਲੇ ਮਿਲ ਜਾਂਦੀ ਹੈ, ਤੇ ਉਹ ਲੋੜ ਹੀ ਨਹੀਂ ਸਮਝਦਾ ਵੀ ਮੈਂ ਕਿਸੇ ਮਹਿਫਿਲ ਦੇ ਵਿੱਚ ਜਾਵਾਂ। ਤੇ ਮੁਸ਼ਾਇਰੇ ਹੁਣ ਵੀ ਹੁੰਦੇ ਨੇ, ਵੈਬੀਨਾਰ ਹੁੰਦੇ ਨੇ, ਮਤਲਬ ਇਹਦੇ ਵਿੱਚ ਤੁਸੀਂ ਇੰਟਰਨੈਸ਼ਨਲ, ਕੋਈ ਕੈਨੇਡਾ ਦਾ, ਕੋਈ ਅਮਰੀਕਾ, ਕੋਈ ਲੰਡਨ, ਕੋਈ ਕਿਤੋਂ ਦਾ, ਸਾਰੇ ਸ਼ਾਇਰ ਮਤਲਬ ਇਕੱਠੇ ਹੋ ਕੇ ਵੀ ਹੁਣ ਗੋਸ਼ਟੀਆਂ ਵੀ ਹੁੰਦੀਆਂ ਨੇ ਤੇ ਮੁਸ਼ਾਇਰੇ ਵੀ ਹੁੰਦੇ ਨੇ। ਚਲੋ ਜਿਹੜੀ ਤਬਦੀਲੀ ਹੈ ਉਹ ਤਾਂ ਵਕਤ ਦੀ, ਤੁਹਾਨੂੰ ਪਤਾ ਵਕਤ ਦੇ ਹਿਸਾਬ ਨਾਲ ਸਭ ਕੁਛ ਬਦਲਦਾ, ਪਰ ਜਿੱਥੋਂ ਤੱਕ ਮੈਂ ਸੋਚਦਾ ਵੀ ਇਲੈਕਟ੍ਰੋਨਿਕ ਮੀਡੀਆ ਨੇ ਲਿਟਰੇਚਰ ਨੂੰ, ਕਿਤਾਬ ਨੂੰ ਕਿਤੇ ਨਾ ਕਿਤੇ ਢਾਹ ਲਾਈ ਹੈ। ਆਪਾਂ ਦਰਸ਼ਕੋ ਦੇਖੋ, ਤੁਸੀਂ ਜਿਹੜੀ ਸਮੁੱਚੀ ਆਪਾਂ ਗੱਲਬਾਤ ਅਵਤਾਰਜੀਤ ਜੀ ਨਾਲ ਕੀਤੀ, ਉਹ 'ਚੋਂ ਇਹ ਲੱਗਿਆ ਕਿ ਉਹ ਸਮੇਂ ਦੇ ਹਾਣ ਦੇ ਰਹੇ ਨੇ ਹਮੇਸ਼ਾ ਹੀ। ਜਿਵੇਂ ਹੁਣ ਅੱਜ ਕੱਲ੍ਹ ਉਹ ਸੋਸ਼ਲ ਮੀਡੀਆ 'ਤੇ ਛਾਏ ਹੋਏ ਨੇ, ਪਹਿਲਾਂ ਜਦੋਂ ਆਏ ਉਸ ਜ਼ਮਾਨੇ 'ਚ ਪਟਿਆਲੇ 'ਚ ਆ ਕੇ ਸ਼ੁਰੂਆਤ ਕੀਤੀ, ਰੰਗਮੰਚ 'ਤੇ ਚਮਕੇ, ਔਰ ਭੰਗੜੇ ਦਾ ਆਪਣਾ ਜਿਹੜਾ ਸੀਗਾ ਅੰਦਰਲਾ ਟੈਲੈਂਟ ਦਿਖਾਇਆ। ਇਹਨਾਂ ਨੇ ਗਾਇਕੀ ਦੇ ਵਿੱਚ ਵੀ ਇਹਨਾਂ ਨੇ ਕਾਫੀ ਆਪਣੇ ਸੀ ਜਿਹੜੇ ਸਟੇਜ ਸ਼ੋਅ ਕਰਦੇ ਰਹੇ ਨੇ, ਜਿਵੇਂ ਦੱਸਿਆ ਬਿਜਲੀ ਬੋਰਡ ਵੱਲੋਂ। ਅਖੀਰਲਾ ਮੈਂ ਸਵਾਲ ਕਰਨਾ ਚਾਹੂੰਗਾ ਤੁਹਾਨੂੰ ਕਿ ਅਜੋਕੀ ਪੀੜ੍ਹੀ ਨੂੰ ਥੋੜ੍ਹੀ ਜਿਹੀ ਸਾਹਿਤ ਦੀ ਸਾਰਥਕਤਾ ਦੱਸੋ, ਸਾਹਿਤ ਦਾ ਕੀ ਮੁੱਲ ਹੈ ਤੇ ਉਹ ਕਿਵੇਂ ਸਾਹਿਤ ਨਾਲ ਜੁੜੋ? ਦੇਖੋ, ਨੌਜਵਾਨ ਪੀੜ੍ਹੀ ਜਿੱਥੇ ਬਹੁਤ ਬੁਰੀ ਤਰ੍ਹਾਂ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੀ ਹੋਈ ਹੈ, ਉੱਥੇ ਮਤਲਬ ਕਿਤਾਬਾਂ ਨਾਲ ਵੀ ਜੁੜੀ ਹੈ। ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਤਾਬ ਨਾਲ ਵੀ ਜੁੜੀ ਹੈ। ਜਿਹੜਾ ਲਿਟਰੇਚਰ ਹੈ, ਲਿਟਰੇਚਰ ਸੱਚ ਹੁੰਦਾ ਹੈ। ਲਿਟਰੇਚਰ ਨਾਲ ਜੁੜ ਕੇ, ਕਿਤਾਬਾਂ ਨਾਲ ਜੁੜ ਕੇ ਤੁਸੀਂ ਸੋਹਣੇ ਹੋ ਸਕਦੇ ਹੋ, ਸੁਨੱਖੇ ਹੋ ਸਕਦੇ ਹੋ। ਤੁਸੀਂ, ਤੁਹਾਡਾ ਜਿਹੜਾ ਫਿਊਚਰ ਹੈ ਉਹ ਬਹੁਤ ਹੀ, ਭਵਿੱਖ ਹੈ ਜਿਹੜਾ ਉਹ ਬਹੁਤ ਅੱਛਾ ਹੋ ਸਕਦਾ ਹੈ, ਕਿਉਂਕਿ ਲਿਟਰੇਚਰ ਦੇ ਵਿੱਚੋਂ ਕਿਸੇ ਵੀ ਕਹਾਣੀ, ਕਵਿਤਾ 'ਚੋਂ ਜਾਂ ਨਾਵਲ 'ਚੋਂ ਤੁਸੀਂ ਬਹੁਤ ਸੋਹਣਾ
ਆਪਣੇ ਤੁਹਾਡੇ ਹਿਸਾਬ ਦਾ ਜਿਹੜਾ ਸੋਹਣਾਪਣ ਹੁੰਦਾ ਤੁਸੀਂ ਉਹ ਲੈ ਸਕਦੇ ਹੋ। ਠੀਕ ਹੈ, ਕਿਤੇ ਨਾ ਕਿਤੇ ਇਲੈਕਟ੍ਰੋਨਿਕ ਮੀਡੀਆ ਜਿਵੇਂ PDF ਆ ਗਿਆ, PDF ਪੜ੍ਹ ਲੈਂਦੇ ਆ, ਪਰ PDF ਪੜ੍ਹਨ ਦਾ ਨੌਜਵਾਨਾਂ ਦੇ ਵਿੱਚ ਰੁਝਾਨ ਥੋੜ੍ਹਾ ਜ਼ਿਆਦਾ ਵਧਿਆ। ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕਿਤਾਬ ਨਾਲ ਜੁੜੋ, ਕਿਉਂਕਿ ਕਿਤਾਬ ਨਾਲ ਜੁੜੀ ਆ ਨੌਜਵਾਨ ਪੀੜ੍ਹੀ। ਐਸੀ ਗੱਲ ਨਹੀਂ। ਹੁਣ ਜਿਹੜੇ ਸਾਡੇ ਪੁਸਤਕ ਮੇਲੇ ਹੁੰਦੇ ਨੇ, ਪੁਸਤਕ ਮੇਲੇ ਪਬਲਿਸ਼ਰ ਤਾਂ ਬਹੁਤ ਰੌਲਾ ਪਾਉਂਦੇ ਨੇ ਵੀ ਕਿਤਾਬਾਂ ਵਿਕਦੀਆਂ ਨਹੀਂ, ਕਿਤਾਬ ਪੰਜਾਬੀ ਪੜ੍ਹਦੇ ਨਹੀਂ, ਪੰਜਾਬੀਆਂ ਨੂੰ ਵੈਸੇ ਬਦਨਾਮ ਕੀਤਾ ਹੋਇਆ ਵੀ ਪੰਜਾਬੀ ਪੜ੍ਹਦੇ ਨਹੀਂ, ਪੰਜਾਬੀ ਸ਼ਰਾਬ ਪੀਂਦੇ ਨੇ, ਬੋਤਲ ਤਾਂ ਲੈ ਲੈਂਦੇ 1000-2000 ਦੀ, ਪਰ ਕਿਤਾਬ 200 ਰੁਪਏ ਦੀ ਨਹੀਂ ਲੈਂਦੇ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਮੇਰਾ ਨਿੱਜੀ ਤਜਰਬਾ ਹੈ ਕਿ ਪਿਛਲੇ ਦੌਰ ਤੋਂ ਕਾਫੀ ਸਾਲਾਂ ਤੋਂ ਪੁਸਤਕ ਮੇਲੇ ਸ਼ੁਰੂ ਹੋਏ ਨੇ। ਪੁਸਤਕ ਮੇਲਿਆਂ ਦੇ ਉੱਤੇ ਕਈ ਕਰੋੜ ਦੀਆਂ ਕਿਤਾਬਾਂ, ਲੱਖਾਂ ਕਰੋੜਾਂ ਦੀਆਂ ਕਿਤਾਬਾਂ, 1.5, 2, 2.5 ਕਰੋੜ ਦੀਆਂ ਕਿਤਾਬਾਂ ਵਿਕਦੀਆਂ ਨੇ। ਜੇ ਉਹ ਪੰਜਾਬੀ ਹੀ ਨਹੀਂ ਜਿਹੜੇ ਮਤਲਬ ਕਿਤਾਬਾਂ ਨੂੰ ਲੈ ਕੇ ਪੜ੍ਹਦੇ ਨੇ, ਤੇ ਸੋ ਇਹ ਵੀ ਕੋਈ ਗਿਲਾ ਨਹੀਂ ਹੈ ਨੌਜਵਾਨ ਪੀੜ੍ਹੀ ਤੇ ਜਾਂ ਸਾਡੇ ਪੰਜਾਬੀਆਂ ਤੇ ਕਿ ਉਹ ਕਿਤਾਬ ਨਹੀਂ ਪੜ੍ਹਦੇ, ਕਿਤਾਬ ਨਾਲ ਜੁੜੇ ਹੋਏ ਨੇ। ਤੇ ਮੈਂ ਫਿਰ ਗੁਜ਼ਾਰਿਸ਼ ਕਰਦਾ ਹਾਂ ਸਾਰਿਆਂ ਨੂੰ ਕਿ ਕਿਤਾਬ ਨਾਲ ਵੱਧ ਤੋਂ ਵੱਧ ਜੁੜੋ, ਲਿਟਰੇਚਰ ਨਾਲ ਜੁੜੋ। ਬਹੁਤ ਬਹੁਤ ਸ਼ੁਕਰੀਆ ਅਵਤਾਰਜੀਤ ਜੀ। ਔਰ ਦਰਸ਼ਕੋ, ਇਹ ਸਨ ਅਵਤਾਰਜੀਤ ਅਭੀ ਅਟਵਾਲ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ, ਔਰ ਜਿਨ੍ਹਾਂ ਨੇ ਬਹੁਤ ਹੀ ਬੜਮੁੱਲੀਆਂ ਜਿਹੜੀਆਂ ਗੱਲਾਂ ਲਿਟਰੇਚਰ ਬਾਰੇ, ਕਲਾ ਬਾਰੇ ਸਾਡੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਦਾ ਜਿਹੜਾ ਸਫ਼ਰ ਹੈ ਜੀਵਨ ਦਾ, ਬੜੇ ਵਿਖਿਆਤ ਹਾਲਾਤਾਂ 'ਚੋਂ ਗੁਜ਼ਰਿਆ। ਮਾਂ ਪਿਓ ਜਲਦੀ ਚਲੇ ਗਏ ਸੰਸਾਰ ਤੋਂ, ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ। ਉਹ ਆਪਣੇ ਮਾਂ ਪਿਓ ਲਈ, ਆਪਣੇ ਪਾਠਕਾਂ ਲਈ ਹਮੇਸ਼ਾ ਲਿਖਦੇ ਰਹੇ, ਕੁਛ ਨਾ ਕੁਛ ਕਰਦੇ ਰਹੇ। ਤਾਂ ਸਾਨੂੰ ਜ਼ਰੂਰ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ, ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅਵਤਾਰਜੀਤ ਜੀ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਅਖਾੜਾ ਚੈਨਲ ਦੇ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਚਹਿਲ ਸਾਹਿਬ, ਤੁਹਾਡਾ ਕੈਮਰਾਮੈਨ ਦਾ, ਤੁਹਾਡੀ ਸਾਰੀ ਸਮੁੱਚੀ ਟੀਮ ਦਾ। ਮੈਂ ਅਖਾੜਾ ਚੈਨਲ ਰਾਹੀਂ ਤੁਹਾਡੇ ਸਾਰੇ ਪਿਆਰ ਕਰਨ ਵਾਲੇ ਦੋਸਤਾਂ ਦਾ, ਮਿੱਤਰਾਂ ਦਾ, ਲੇਖਕਾਂ ਦਾ, ਸ਼ਾਇਰਾਂ ਦਾ, ਕਲਾਕਾਰਾਂ ਦਾ, ਜਿਹੜੇ ਵੀ ਮੇਰੇ ਨਾਲ ਜੁੜੇ ਰਹੇ ਨੇ, ਜਾਂ ਜਿਹੜੇ ਮੈਨੂੰ ਹੁਣ ਵੇਖਣਗੇ ਜਾਂ ਮੇਰੀਆਂ ਗੱਲਾਂ ਤੋਂ ਜਿਹੜੇ ਪ੍ਰਭਾਵਿਤ ਹੋਣਗੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਖਾੜਾ ਚੈਨਲ ਦੀ ਜਿਹੜੀ ਕਾਮਯਾਬੀ ਦਾ, ਇਹਦੀ ਤਰੱਕੀ ਦਾ ਲਈ ਦੁਆ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ। ਅਖੀਰ ਦੇ ਵਿੱਚ ਇੱਕ ਵਾਰੀ ਫੇਰ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੇ ਮੇਰੇ ਕੈਮਰਾਮੈਨ ਲਵਪ੍ਰੀਤ ਕਸਿਆਣਾ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਖਾੜਾ ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅਸੀਂ ਦੇਖਦੇ ਹਾਂ ਕਿ ਅਕਸਰ ਹੀ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ, ਉਹ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮ ਨਾ ਖੱਟਿਆ ਹੋਵੇ। ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਡਾ ਮੇਲ ਕਰਾਉਣ ਜਾ ਰਹੇ ਹਾਂ, ਜਿਨੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆਪਣੀ ਪ੍ਰਤਿਭਾ ਹੈ, ਉਹਦਾ ਲੋਕਾਂ ਨਾਲ ਸਾਂਝ ਪਾਈ ਤੇ ਉਹਦੇ ਵਿੱਚ ਨਾਮ ਨਾ ਖੱਟਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਚੀਜ਼ ਉਹਨਾਂ ਦੇ ਬਿਲਕੁਲ ਨਾਲੋਂ ਨਾਲ ਚੱਲੀ ਹੈ, ਉਹ ਹੈ ਕਵਿਤਾ। ਤੇ ਜਿਨ੍ਹਾਂ ਨੇ ਸੂਖਮ ਜਿਹੜੀ ਭਾਵ ਨੇ ਸਭ ਤੋਂ ਵੱਧ ਵਿਅਕਤੀ ਕਵਿਤਾ ਦੇ ਖੇਤਰ ਦੇ ਵਿੱਚ ਆਪਣੇ ਪ੍ਰਗਟ ਕਰਦਾ ਹੈਗਾ, ਤਾਂ ਉਸ ਕਵਿਤਾ ਹਮੇਸ਼ਾ ਉਹਨਾਂ ਦੇ ਨਾਲ ਰਹੀ ਹੈ, ਉਹ ਪਹਿਚਾਣ ਉਹਨਾਂ ਦੀ ਪੱਕੀ ਰਹੀ ਹੈ। ਉਸ ਤੋਂ ਇਲਾਵਾ ਉਹਨਾਂ ਨੇ ਰੰਗਮੰਚ ਦੇ ਖੇਤਰ ਦੇ ਵਿੱਚ, ਲੋਕ ਨਾਚਾਂ ਦੇ ਖੇਤਰ ਦੇ ਵਿੱਚ ਆਪਣੀਆਂ ਜਿਹੜੀਆਂ, ਤੇ ਗਾਇਕੀ ਦੇ ਖੇਤਰ ਦੇ ਵਿੱਚ ਵੀ ਸਰਗਰਮੀਆਂ ਦਿਖਾਈਆਂ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਂਗੇ ਅੱਜ ਇੱਕ ਅਜਿਹੀ ਸ਼ਖਸੀਅਤ ਜਿਸ ਦਾ ਨਾਮ ਹੈ ਅਵਤਾਰਜੀਤ ਅਟਵਾਲ, ਜਿਹੜੇ ਕਿ ਅਵਤਾਰਜੀਤ ਅਵੀ ਦੇ ਨਾਮ ਨਾਲ ਵੀ ਸਾਹਿਤਕ ਖੇਤਰ ਦੇ ਵਿੱਚ ਜਾਣੇ ਜਾਂਦੇ ਆ। ਆਓ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ ਅਵਤਾਰਜੀਤ ਜੀ ਨਾਲ। ਅਵਤਾਰਜੀਤ ਜੀ, ਅਖਾੜਾ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਖਾੜਾ ਚੈਨਲ ਦੇ ਸਾਰੇ ਦੇਖਣ ਵਾਲੇ ਮੇਰੇ ਦੋਸਤਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ, ਜੀ ਆਇਆਂ। ਅਵਤਾਰਜੀਤ ਜੀ, ਸ਼ੁਰੂਆਤ ਕਰਦੇ ਹਾਂ ਆਪਣੀ ਮਿੱਟੀ ਤੋਂ, ਜੀ, ਜਿੱਥੋਂ ਬੰਦਾ ਜਨਮ ਲੈਂਦਾ ਹੈ। ਤੁਸੀਂ ਕਿਸ ਜ਼ਿਲ੍ਹੇ ਦੇ ਵਿੱਚ ਜਨਮੇ, ਕਿੱਥੋਂ ਆਪਣੇ ਜੀਵਨ ਦੀ, ਕਿੱਥੇ ਆਪਣੀ ਸਾਹਿਤਕ ਰਚਨਾਵਾਂ ਦੀ ਜਿੱਥੋਂ ਤੁਹਾਨੂੰ ਗੁੜਤੀ ਮਿਲੀ, ਉਸ ਗੱਲ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਚਹਿਲ ਸਾਹਿਬ, ਐ ਵੀ ਸਾਡੇ ਮਾਲਵੇ ਦੀ ਜ਼ਮੀਨ ਹੈ, ਜਿਹੜੀ ਮਾਲਵੇ ਦੀ ਧਰਤੀ ਹੈ, ਉਹ ਮੈਂ ਅਕਸਰ ਹੀ ਕਹਿੰਦਾ ਉਹਨਾਂ ਸਟੇਜਾਂ ਦੇ ਉੱਤੇ ਕਿ ਉਹ ਜਾਂ ਤਾਂ ਕਣਕ ਪੈਦਾ ਕਰਦੀ ਹੈ ਤੇ ਜਾਂ ਕਲਾ ਪੈਦਾ ਕਰਦੀ ਹੈ। ਉਹ ਕਲਾ ਦੇ ਵਿੱਚ ਦੋਨੇ ਚੀਜ਼ਾਂ, ਕਲਾ ਤੇ ਕਣਕ, ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ। ਸਾਡੇ ਮਾਲਵੇ ਦਾ ਬਹੁਤ ਹੀ ਮਸ਼ਹੂਰ ਡਿਸਟ੍ਰਿਕਟ ਬਠਿੰਡਾ, ਉਹਦੇ ਵਿੱਚ ਪਿੰਡ ਸਮਰਾਲਮਪੁਰ ਮੰਦਰਾਂ। ਉਸ ਤੋਂ ਬਾਅਦ ਇਹ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਗਿਆ, 2 ਜ਼ਿਲ੍ਹੇ ਬਣ ਗਏ। ਤੇ ਮਾਨਸਾ ਦੀ ਜਿਹੜੀ ਸਾਹਿਤਕ ਪਰੰਪਰਾ ਹੈ, ਜਿਹੜੀ ਵਿਰਾਸਤ ਹੈ ਕਲਾ ਦੀ, ਉਹ ਬਹੁਤ ਰਿਚ ਹੈ। ਉੱਥੇ ਕਵਿਤਾ, ਕਹਾਣੀ, ਨਾਵਲ, ਨਾਟਕ ਪੈਦਾ ਹੋਏ ਤੇ ਬਹੁਤ ਵੱਡੇ ਵੱਡੇ ਨਾਮ ਨਾ ਖੱਟਣ ਵਾਲੇ ਰਾਈਟਰ, ਸ਼ਾਇਰ, ਨਾਟਕ ਲੇਖਕ, ਨਾਵਲਕਾਰ, ਕਹਾਣੀਕਾਰ ਹੋਏ, ਜਿਨ੍ਹਾਂ ਦੇ ਵਿੱਚ ਮੈਂ ਜ਼ਿਕਰ ਕਰ ਸਕਦਾ ਪ੍ਰੋਫੈਸਰ ਅਜਮੇਰ ਸਿੰਘ ਔਲਖ, ਦਰਸ਼ਨ ਮਿਤਵਾ, ਦਰਸ਼ਨ ਦਰਵੇਸ਼, ਗੁਰਪ੍ਰੀਤ, ਰਾਮ ਸਿੰਘ ਚਾਹਲ, ਕਮਲ ਨੇਤਰ, ਭਾਸ਼ੋ ਤੇ ਮੈਂ ਤੁਹਾਡਾ ਅਵਤਾਰਜੀਤ।
ਇਸ ਜਰਖੇਜ਼ ਧਰਤੀ ਨੇ ਬਹੁਤ ਸਾਰੇ ਸ਼ਾਇਰ ਪੈਦਾ ਕੀਤੇ। ਮੇਰਾ ਜਿਹੜਾ ਪਿੰਡ ਸੀ, ਸਾਡੀ ਇੱਕ ਇਸ ਪਿੰਡ ਦੀ ਇੱਕ ਵਿਚਾਰਧਾਰਕ ਤੌਰ ਤੇ ਅਸੀਂ ਜਿਵੇਂ ਵੱਡਿਆਂ ਨੂੰ ਦੇਖਦੇ ਸੀ ਕਿ ਕਮਿਊਨਿਸਟ ਵਿਚਾਰਧਾਰਾ ਦਾ ਇਹ ਪਿੰਡ ਸੀ। ਜਿਹੜੇ ਸਾਡੇ ਵੱਡੇ ਸੀ, ਇੱਥੇ ਮੀਟਿੰਗਾਂ ਹੁੰਦੀਆਂ ਸੀ, ਜਾਂਦੇ ਛੋਟੇ ਛੋਟੇ ਹੁੰਦੇ ਸੀ। ਤੇ ਮੇਰੇ ਸਕੂਲ ਦੇ ਵਿੱਚ ਹੀ ਮੇਰੇ ਬਹੁਤ ਪਿਆਰੇ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਬਲਬੀਰ ਸਿੰਘ ਹੁੰਦੇ ਸੀ। ਉਹ ਸਾਨੂੰ ਇੰਗਲਿਸ਼ ਪੜ੍ਹਾਉਂਦੇ ਸੀ ਤੇ ਉਹਨਾਂ ਦੀ ਸੋਚ ਦੇ ਅਨੁਸਾਰ ਹੀ ਅਸੀਂ ਲਿਟਰੇਚਰ ਨਾਲ ਜੁੜੇ। ਮੈਂ 5ਵੀਂ ਤੋਂ ਹੀ ਲਿਟਰੇਚਰ ਨਾਲ ਜੁੜ ਗਿਆ ਸੀ। ਸਭ ਤੋਂ ਪਹਿਲੀ ਕਿਤਾਬ ਮੈਂ ਕਢਵਾਈ ਨਾਨਕ ਸਿੰਘ ਦਾ ਮਤਰੇਈ ਮਾਂ, ਫਿਰ ਕਰਤਾਰ ਸਿੰਘ ਦੁੱਗਲ ਦਾ ਪਿੱਪਲ ਪੱਤੀਆਂ, ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ। ਛੋਟਾ ਜਿਹਾ ਹੀ ਮੈਂ 5ਵੀਂ 6ਵੀਂ ਤੋਂ ਕਿਤਾਬਾਂ ਨਾਲ ਤੇ ਸਪੋਰਟਸ ਨਾਲ ਜੁੜ ਗਿਆ ਸੀ। ਤੇ ਸਾਡੇ ਇਲਾਕੇ ਦਾ, ਸਾਡੇ ਇਸ ਧਰਤੀ ਦਾ ਇਹ ਇੱਕ ਵਰਦਾਨ ਹੈ ਕਿ ਸਾਡੇ ਲਿਟਰੇਚਰ ਦੇ ਵਿੱਚ, ਫਿਲਮਾਂ ਦੇ ਵਿੱਚ, ਨਾਟਕ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ ਸਾਡਾ ਜਿਹੜਾ ਕੇਂਦਰੀ ਭਾਵ ਹੈ ਉਹ ਸਾਡੇ ਮਾਲਵੇ ਦੀ ਭਾਸ਼ਾ ਹੈ। ਸੋ ਮੈਨੂੰ ਮਾਣ ਹੈ ਕਿ ਮੈਂ ਇਸ ਕਣਕ ਬੰਨੇ ਧਰਤੀ ਤੇ ਕਣਕ ਬੰਨੇ ਅੱਖਰਾਂ ਦੇ ਅੰਗ ਸੰਗ ਹੋ ਤੁਰਿਆ। ਅਵਤਾਰ ਜੀ, ਤੁਸੀਂ ਗੱਲ ਕੀਤੀ ਮਾਨਸਾ ਜ਼ਿਲ੍ਹੇ ਦੀ। ਮਾਨਸਾ ਜ਼ਿਲ੍ਹੇ ਇੱਕ ਤੁਸੀਂ ਆਪਣੇ ਪਿੰਡ ਦਾ ਜ਼ਰੂਰ ਜ਼ਿਕਰ ਕਰਨਾ, ਕਿਉਂਕਿ ਤੁਹਾਡੇ ਜ਼ਿਲ੍ਹੇ 'ਚ ਕੁਝ ਜਿਸ ਤਰ੍ਹਾਂ ਦੇ ਜਿਹੜੇ ਮਾਨਸਾ ਜ਼ਿਲ੍ਹੇ 'ਚ ਪਿੰਡ ਨੇ ਕਮਿਊਨਿਸਟ ਲਹਿਰ ਨਾਲ ਜੁੜੇ ਹੋਏ ਸੀ ਤੇ ਜਿਨ੍ਹਾਂ ਦੀ ਜਿਹੜੀ ਅਗਲੀਆਂ ਪੀੜ੍ਹੀਆਂ ਸੀ ਉਹਨਾਂ ਨੂੰ ਮੱਲੋ ਮੱਲੀ ਸਾਹਿਤਕ ਗੁਰਤੀ ਮਿਲ ਗਈ। ਤਾਂ ਤੁਸੀਂ ਇਹ ਪ੍ਰਭਾਵ ਜਿਹੜਾ ਪਹਿਲਾਂ ਆਪਣੇ ਪਿੰਡ ਤੋਂ ਹੀ ਗੱਲ ਸ਼ੁਰੂ ਕਰੋ ਵੀ ਕੋਈ ਪਿੰਡ ਦੀ ਸ਼ਖਸੀਅਤ ਵੀ ਸੀ ਜਿਹਨੇ ਪ੍ਰਭਾਵ ਪਾਇਆ ਜਾਂ ਸਾਹਿਤਕ ਕਿਰਤਾਂ ਨੇ ਤੁਹਾਨੂੰ ਇਸ ਪਾਸੇ ਵੱਲ ਤੋਰਿਆ? ਕਿ ਤੁਸੀਂ ਸਪੋਰਟਸ ਦੀ ਗੱਲ ਵੀ ਕੀਤੀ ਹੈ, ਬਾਅਦ ਚ ਕਰਾਂਗੇ। ਪਹਿਲਾਂ ਸਾਹਿਤ ਵਾਲੀ ਜਿਹੜੀ ਰੁਚੀ ਲੱਗਣ ਚ ਕਿਸੇ ਵਿਸ਼ੇਸ਼ ਸ਼ਖਸੀਅਤ ਜਾਂ ਕਿਸੇ ਸਾਹਿਤਕ ਸ਼ਖਸੀਅਤ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਹਾਂ, ਬਹੁਤ ਸਾਰੇ ਮੇਰੇ ਟੀਚਰ ਸੀਗੇ ਜਿਹੜੇ ਲਿਟਰੇਚਰ ਦੀਆਂ ਗੱਲਾਂ ਕਰਦੇ ਸੀ। ਸਾਡੇ ਨਿਰਮਲ ਸਿੰਘ ਪੰਜਾਬੀ ਦੇ ਅਧਿਆਪਕ ਸੀ। ਉਹਨਾਂ ਨੇ ਇੱਕ ਵਾਰੀ ਅੰਮ੍ਰਿਤਾ ਪ੍ਰੀਤਮ ਦੀ ਗੱਲ ਕੀਤੀ ਕਿ ਅੰਮ੍ਰਿਤਾ ਪ੍ਰੀਤਮ ਦਿੱਲੀ ਰਹਿੰਦੀ ਹੈ, ਬਹੁਤ ਵੱਡੀ ਸ਼ਾਇਰ ਹੈ। ਉਹਨੇ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਜਦੋਂ ਇਹ ਲਾਈਨਾਂ ਸੁਣਾਈਆਂ, ਉਹਨਾਂ ਨੇ ਕਿਹਾ ਵੀ ਉਹਦੇ ਵਾਲ ਕੱਟੇ ਹੋਏ ਹੈ, ਉਹ ਸਿਗਰਟ ਪੀਂਦੀ ਹੈ ਤੇ ਉਹ ਵਿਸਕੀ ਵੀ ਪੀ ਲੈਂਦੀ ਹੈ। ਸਾਡੇ ਲਈ ਇਹ ਬਹੁਤ ਅਚੰਭਾ ਸੀ ਤੇ ਇਹ ਜਿਹੜੀਆਂ ਲਾਈਨਾਂ ਸੀ ਇਹ ਮੇਰੇ ਅੰਦਰ ਕਿਸੇ ਭੂਤ ਸਾਇਆ ਵਾਂਗ ਅੰਦਰ ਮੇਰੇ ਮਤਲਬ ਛਾ ਗਈਆਂ। ਮਤਲਬ ਮੈਨੂੰ ਇਹ ਹੋਇਆ ਵੀ ਮੈਂ ਇਹ ਕੌਣ ਹੈ ਜਿਹਨੇ ਲਾਈਨਾਂ ਲਿਖੀਆਂ ਜਾਖਾਂ ਵਾਰੇ ਸ਼ਾਹ ਨੂੰ। ਬਹੁਤ ਲੰਬੀ ਕਵਿਤਾ, ਉਹਨਾਂ ਦੀ ਵਰਲਡ ਫੇਮਸ ਇਹ ਕਵਿਤਾ ਹੈ। ਤੇ ਫਿਰ ਮੈਂ ਉਹਨਾਂ ਦੀ ਕਿਤਾਬਾਂ, ਮਤਲਬ ਨਿਰਮਲ ਸਿੰਘ ਸਾਡੇ ਪੰਜਾਬੀ ਦੇ ਅਧਿਆਪਕ ਸੀ, ਉਹਨਾਂ ਤੋਂ ਚੇਤਕ ਲੱਗੀ ਤੇ ਮੈਂ ਕਿਤਾਬਾਂ ਕਢਾ ਕੇ ਲਾਇਬ੍ਰੇਰੀ ਦੇ ਵਿੱਚੋਂ ਪੜ੍ਹਨੀਆਂ ਸ਼ੁਰੂ ਕੀਤੀਆਂ। ਤੇ ਜਿਵੇਂ ਸਾਡੇ ਪਿੰਡ ਦੀ ਇੱਕ ਬਹੁਤ ਵੱਡੀ ਵਿਰਾਸਤ ਹੈ ਕਮਿਊਨਿਸਟ ਲਹਿਰ ਦੇ ਨਾਲ, ਸਾਡੇ ਮਾਲਵੇ ਦੀ ਹੀ ਕਹਾਂ ਮੈਂ ਕਿ ਬਹੁਤ ਵੱਡੀ ਵਿਰਾਸਤ ਹੈ ਔਰ ਪਰੰਪਰਾ ਰਹੀ ਹੈ ਕਿ ਅਸੀਂ ਜਿਹੜੇ ਸੰਘਰਸ਼ਾਂ ਦੀ ਲਾਈਫ ਜਿਉਈ ਹੈ ਸ਼ੁਰੂ ਤੋਂ। ਔਰ ਸਾਨੂੰ, ਅਸੀਂ ਜਿਵੇਂ ਵੱਡਿਆਂ ਨੂੰ ਦੇਖਦੇ ਸੀ, ਰੈਲੀਆਂ ਮੁਸਾਵੇ ਹੁੰਦੇ ਸੀ, ਮਹਿਫਲਾਂ ਲੱਗਦੀਆਂ ਸੀ, ਉਹਨਾਂ ਦੇ ਵਿੱਚ ਜਾਂਦੇ ਸੀ। ਉਹਨਾਂ ਵੇਲਿਆਂ ਦੇ ਵਿੱਚ ਤਾਂ ਇਹ ਲਾਲ ਰੰਗ ਦੇ ਵਿੱਚ ਧਰਤੀ ਰੰਗੀ ਹੋਈ ਸੀ। ਉਸ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਸੋਵੀਅਤ ਸੰਘ ਨਾਂ ਦਾ ਮੈਗਜ਼ੀਨ ਪੜ੍ਹਨਾ ਸ਼ੁਰੂ ਕੀਤਾ, ਰਸ਼ੀਅਨ ਲਿਟਰੇਚਰ ਪੜ੍ਹਿਆ। ਮੈਕਸਮ ਗੋਰਕੀ ਤੋਂ ਲਾ ਕੇ ਲਿਓ ਟੋਲਸਟਾਏ ਤੱਕ, ਦਸਤੋਵਸਕੀ, ਸੋਲੋਖੋਵ ਤੇ ਹੋਰ ਵੱਡੇ ਵੱਡੇ ਰਾਈਟਰ ਨੇ ਜਿਹੜੇ ਉਹ ਪੜ੍ਹੇ ਇਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ। ਤੇ ਹੁਣ ਲੋਕ ਜਿਹੜੀ ਸਾਡੀ ਲੋਕ ਚੇਤਨਾ ਹੈ, ਲੋਕ ਪੱਖ ਹੈ, ਉਹ ਹੁਣ ਵੀ ਮੇਰੀ ਪੋਇਟਰੀ ਦੇ ਵਿੱਚ ਕਿਤੇ ਨਾ ਕਿਤੇ ਡਾਇਰੈਕਟ ਇਨਡਾਇਰੈਕਟ ਪੋਲਿਟਿਕਸ ਦੇ ਅਗੇਂਸਟ, ਰਾਜਨੀਤੀ ਦੇ ਸੱਤਾ ਦੇ ਅਗੇਂਸਟ ਇਹ ਤੱਤ ਹੁੰਦਾ ਰਹਿੰਦਾ। ਅਵਤਾਰ ਜੀ, ਤੁਸੀਂ ਇਹ ਦੱਸਿਆ ਕਿ ਬੜੀਆਂ ਛੋਟੀਆਂ ਗੱਲਾਂ ਨੂੰ ਤੁਸੀਂ ਕਿਵੇਂ ਵੱਡੇ ਕੈਨਵਸ ਤੇ ਲੈ ਕੇ ਗਏ, ਤਾਂ ਤੁਸੀਂ ਆਪਣੇ ਮਾਪਿਆਂ ਬਾਰੇ ਵੀ ਚਾਨਣਾ ਪਾਓਗੇ, ਕਿਉਂਕਿ ਮਾਪਿਆਂ ਦਾ ਜਿਹੜਾ ਯੋਗਦਾਨ ਹੈ ਉਹ ਅਧਿਆਪਕਾਂ ਤੋਂ ਵੀ ਪਹਿਲਾਂ ਆਉਂਦਾ ਹੈ, ਜਿਨ੍ਹਾਂ ਨੇ ਤੁਹਾਨੂੰ ਹੌਸਲਾ ਅਫਜ਼ਾਈ ਦਿੱਤੀ ਹੋਊਗੀ ਇਸ ਪਾਸੇ ਤੁਰਨ ਦੀ। ਫਿਰ ਤੁਹਾਡੀ ਅਗਲੀ ਗੱਲ ਕਰਾਂਗੇ ਲਿਖਤਾਂ ਬਾਰੇ, ਤੇ ਪਹਿਲਾਂ ਆਪਣੇ ਮਾਪਿਆਂ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ। ਹਾਂ, ਮੇਰੇ ਫਾਦਰ ਆਰਮੀ ਦੇ ਵਿੱਚ ਸੀ, ਮੇਰੇ ਚਾਚੇ ਤਾਏ ਸਾਰੇ ਆਰਮੀ ਦੇ ਵਿੱਚ ਸੀ। ਸਾਡੀ ਇੱਕ ਫੌਜੀ ਫੈਮਿਲੀ ਸੀ। ਕਾਫੀ ਪੁਰਾਣੀ ਗੱਲਾਂ, ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਅੱਛੀ ਪੋਸਟ ਤੇ ਸੀ, ਨਾਇਬ ਸੂਬੇਦਾਰ, ਉਹ ਰਿਟਾਇਰ ਹੋਏ ਸੀਗੇ। ਤੇ ਉਹਨਾਂ ਨੇ ਬਹੁਤ ਸਾਰਾ ਸਮਾਂ, ਮਤਲਬ ਆਜ਼ਾਦੀ ਦੇ ਜਿਹੜੇ ਘੋਲ ਚੱਲ ਰਿਹਾ ਸੀ ਉਹਦੇ ਵਿੱਚ ਡਾਇਰੈਕਟ ਇਨਡਾਇਰੈਕਟ ਹਿੱਸਾ ਪਾਇਆ ਸੀ। ਮੈਨੂੰ ਦੱਸਦੇ ਰਹਿੰਦੇ ਸੀ। ਤੇ ਬਾਹਰਲੇ ਮੁਲਕਾਂ ਦੇ ਵਿੱਚ ਸਿੰਗਾਪੁਰ ਤੇ ਮਲੇਸ਼ੀਆ ਵਗੈਰਾ ਸਾਰੇ ਇਹਨਾਂ ਥਾਵਾਂ ਤੇ ਉਹਨਾਂ ਨੇ ਜਾ ਕੇ ਆਪਣੀ ਸੇਵਾ ਨਿਭਾਈ। ਤੇ ਉਸ ਤੋਂ ਬਾਅਦ ਮੇਰੇ ਮਾਤਾ ਜੀ ਸੀਗੇ, ਮੇਰੇ ਫਾਦਰ ਦਾ ਨਾਮ ਸਰਦਾਰ ਗੰਜਨ ਸਿੰਘ ਤੇ ਮੇਰੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਗਿਆਨ ਕੌਰ, ਜਿਹੜੇ ਇੱਕ ਬਹੁਤ ਹੀ ਹਾਊਸ ਵਾਈਫ ਸੀ, ਪਰ ਉਹਨੂੰ ਲਿਟਰੇਚਰ ਦੇ ਨਾਲ, ਕਿਤਾਬਾਂ ਦੇ ਨਾਲ ਵੀ ਉਹਨਾਂ ਨੂੰ ਲਗਾਓ ਸੀ। ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਕਹਿਣ ਤੇ ਹੀ ਸ਼ਹਿਰ ਤੋਂ ਇੱਕ ਕਿਤਾਬ, ਇੱਕ ਕਿੱਸਾ ਸੀਗਾ ਕੋਈ ਜਾਨਵਰਾਂ ਦਾ,
ਸਟੋਰੀ ਸੀ ਕਵਿਤਾ ਦੇ ਵਿੱਚ ਲਿਖੀ ਹੋਈ, ਉਹ ਖਰੀਦ ਕੇ ਲਿਆ ਸੀ। ਤੇ ਉਸ ਤੋਂ ਬਾਅਦ ਮੈਂ ਪੱਕੇ ਤੌਰ ਤੇ ਲਿਟਰੇਚਰ ਨਾਲ ਜੁੜ ਗਿਆ ਸੀਗਾ। ਗੀਤ ਲਿਖਣੇ, ਕਵਿਤਾਵਾਂ ਲਿਖਣੀਆਂ, ਗੀਤ ਗਾਉਣੇ, ਤੇ ਇਸ ਤਰ੍ਹਾਂ ਮੇਰਾ ਸੱਭਿਆਚਾਰਕ ਇੱਕ ਪੱਖ ਹੈਗਾ। ਇਹ ਦੇਖੋ ਤੁਸੀਂ ਸ਼ੁਰੂਆਤ ਕਰ ਲਈ, ਹਾਂਜੀ। ਕੀ ਤੁਹਾਨੂੰ ਸਕੂਲ ਦੀਆਂ ਸਭਾਵਾਂ 'ਚ ਕਵਿਤਾ ਗਾਉਣੀ ਜਾਂ ਗੀਤ ਗਾਉਣੇ ਉੱਥੋਂ ਵੀ ਕੋਈ ਮੋਟੀਵੇਸ਼ਨ ਮਿਲੀ, ਜਾਂ ਸਭ ਤੋਂ ਪਹਿਲਾਂ ਇੱਕ ਅਗਲੀ ਜਿਹੜੀ ਗੱਲ ਹੈ ਕਿ ਤੁਹਾਡੀ ਕਿਹੜੀ ਰਚਨਾ ਸੀ ਜਿਹਨੂੰ ਜਾਂ ਕਿਸੇ ਅਖਬਾਰ ਨੇ, ਕਿਸੇ ਰਸਾਲੇ ਨੇ ਵੀ ਜਿਹੜੀ ਪਹਿਲੀ ਰਚਨਾ ਛਪੀ, ਤੇ ਉਸ ਰਚਨਾ ਦੇ ਛਪਣ ਦੀ ਖੁਸ਼ੀ ਕੀ ਸੀ? ਸਾਡੇ ਇੱਕ ਸਕੂਲ ਦੇ ਵਿੱਚ ਸਰਦਾਰ ਬਹਾਦਰ ਸਿੰਘ ਪੀਟੀ ਮਾਸਟਰ ਹੁੰਦੇ ਸੀਗੇ, ਮੇਰੇ ਕੋਰਸ ਸੀ ਕਬੱਡੀ ਦੇ, ਔਰ ਉਹ ਆਪ ਖੁਦ ਬਹੁਤ ਸੋਹਣਾ ਕੀਮਾ ਮਲ ਕੇ ਗਾਉਂਦੇ ਹੁੰਦੇ ਸੀ। ਉਹਨਾਂ ਤੋਂ ਗਾਉਣ ਦੀ ਚੇਤਕ ਲੱਗੀ। ਸਭਾਵਾਂ ਹੁੰਦੀਆਂ ਸੀ ਜਿਹਦੇ ਵਿੱਚ ਅਸੀਂ ਕਵਿਤਾਵਾਂ ਤੇ ਆਪਣੇ ਗੀਤ ਪੇਸ਼ ਕਰਦੇ, ਤੇ ਮੈਨੂੰ ਰਿਦਮ ਦੇ ਨਾਲ ਬਹੁਤ ਪਿਆਰ ਸੀ। ਮੈਂ ਰਿਦਮ ਨਾਲ ਵਜਾਉਂਦਾ ਤੇ ਉਹਨਾਂ ਨੇ ਬੜੀ ਖੁਸ਼ ਹੋਣਾ। ਮੈਂ ਸਾਰੇ ਬੱਚਿਆਂ ਨਾਲ ਮਤਲਬ ਤਾਲਮੇਲ ਕਰਕੇ ਅਸੀਂ ਆਪਣੀ ਕਵਿਤਾਵਾਂ ਜੋੜਨੀਆਂ, ਗਾਉਣੀਆਂ। ਸਭ ਤੋਂ ਪਹਿਲਾਂ ਚਹਿਲ ਸਾਹਿਬ ਮੈਂ ਇੱਕ ਕਵਿਤਾ ਲਿਖੀ ਸੀ। ਪੰਜਾਬ ਦੇ ਹਾਲਾਤ ਸੀਗੇ ਜਿਹੜੇ ਉਦੋਂ ਬਹੁਤ ਮਾੜੇ ਚੱਲ ਰਹੇ ਸੀ, 84 85 82 83 ਦੀਆਂ ਗੱਲਾਂ ਨੇ। ਤੇ ਮੈਂ ਜਦੋਂ ਅੰਮ੍ਰਿਤਾ ਪ੍ਰੀਤਮ ਤੋਂ ਪ੍ਰਭਾਵਿਤ ਸੀ ਕਿ ਜਿਵੇਂ 1947 ਦੇ ਵਿੱਚ ਜਦੋਂ ਸਾਡਾ ਦੇਸ਼ ਉਜੜ ਗਿਆ, ਡਿਵਾਈਡ ਹੋ ਗਿਆ, ਪਾਰਟੀਸ਼ਨ ਹੋ ਗਈ, ਉਹਨਾਂ ਨੇ ਲਿਖਿਆ ਸੀ ਵੀ ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਹੋਲ। ਇਸੇ ਤਰ੍ਹਾਂ ਹੀ ਮੇਰੇ ਇੱਕ ਦਿਨ ਧਿਆਨ 'ਚ ਆਈ ਕਵਿਤਾ। ਮੈਂ ਕਿਹਾ ਵੀ ਇਸ ਮਾੜੇ ਦੌਰ 'ਚ, ਇਸ ਖੂਨੀ ਜੰਗ ਦੇ ਵਿੱਚ, ਇਸ ਸੱਤਾ ਤੇ ਆਪੋਜੀਟ ਜਿਹੜੀ ਖਾੜਕੂ ਲਹਿਰ ਹੈ, ਇਹਦੇ ਵਿੱਚ ਦੋਨੇ ਧਿਰਾਂ ਮਰ ਰਹੀਆਂ ਸੀ, ਤੇ ਮੈਂ ਕਿਹਨੂੰ ਆਵਾਜ਼ ਮਾਰਾਂ? ਤੇ ਮੈਂ ਫਿਰ ਅੰਮ੍ਰਿਤਾ ਪ੍ਰੀਤਮ ਨੂੰ ਹੀ ਆਵਾਜ਼ ਮਾਰੀ, ਨੀ ਕੁੜੀਏ ਨਜ਼ਮਾਂ ਬੰਨੀਏ, ਕਦੇ ਪੇਵ ਕੜੇ ਘਰ ਆ, ਤੇਰੇ ਭਾਈਆਂ ਸੰਦੀਆਂ ਘੋੜੀਆਂ, ਅੱਜ ਪਈਆਂ ਪੁੱਠੜੇ ਰਾਹ, ਅੱਜ ਸ਼ਾਲੂ ਕਫਨ ਹੋ ਗਏ, ਇਸ ਘਰ ਨੂੰ ਲੱਗੇ ਢਾਹ, ਕੋਈ ਵਿਹੜਾ ਜਾਮਨ ਨਾ ਬਣੇ, ਕੋਈ ਕੰਧ ਨਾ ਬਣੇ ਗਵਾਹ, ਇਹ ਗਲੀਆਂ ਵਾਵਲ ਵਾਲੀਆਂ, ਇਹਦਾ ਕਬਰੇ ਜਾਂਦਾ ਰਾਹ, ਇੱਥੇ ਉੱਗਣ ਵਾਲੇ ਤੀਲੀਆਂ ਤੇ ਆਥਣ ਹੋਏ ਸਵਾ। ਇਹ ਕਵਿਤਾ ਮੈਂ ਪਹਿਲੀ ਕਵਿਤਾ ਲਿਖੀ ਤੇ ਮੈਂ ਅੰਮ੍ਰਿਤਾ ਪ੍ਰੀਤਮ ਹੋਰਾਂ ਨੂੰ ਭੇਜਤੀ, ਤੇ ਉਹਨਾਂ ਨੇ ਮੈਨੂੰ 6 ਮਹੀਨੇ ਕੋਈ ਰਿਸਪੌਂਸ ਨਹੀਂ ਦਿੱਤਾ। ਮੈਂ ਭੁੱਲ ਭੁਲਾ ਗਿਆ। ਇੱਕ ਦਿਨ ਅਚਾਨਕ ਉਹਨਾਂ ਦੀ ਲੰਬੀ ਚਿੱਠੀ ਆਈ ਕਿ ਤੁਹਾਡੀ ਨਜ਼ਮ ਮੇਰੇ ਕੋਲ ਇੱਕ ਅਮਾਨਤ ਵਾਂਗ ਸਾਂਭ ਕੇ ਰੱਖੀ ਹੋਈ ਹੈ, ਤੇ ਮੈਂ ਥੋੜੀ ਜਿਹੀ ਉਹ 'ਚ ਤਰਮੀਮ ਕਰ ਰਹੀ ਹਾਂ, ਪਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਉਹਦੇ ਵਿੱਚ ਕੁਝ ਤਰਮੀਮ ਕਰ ਰਹੀ ਹਾਂ। ਪਰ ਮੈਂ ਸਮਝਦੀ ਹਾਂ ਕਿ ਤੁਹਾਡਾ ਪਿਆਰ ਅਤੇ ਦੁੱਖ ਦਰਦ ਮੈਨੂੰ ਹੱਕ ਦੇ ਸਕਦਾ, ਤੇ ਮੈਨੂੰ ਬਹੁਤ ਖੁਸ਼ੀ ਹੋਈ ਜਿਹਨੇ ਮੇਰੇ ਪਰ ਲੱਗ ਗਏ। ਉਹ ਟਾਈਟਲ ਪੇਜ ਦੇ ਉੱਤੇ ਉਹਨਾਂ ਨੇ ਨਾਗਮਣੀ ਦੇ, ਇੱਕ ਉਹਨਾਂ ਦਾ ਬਹੁਤ ਵੱਡਾ ਮੈਗਜ਼ੀਨ ਸੀ ਨਾਗਮਣੀ, ਜਿਹਨੂੰ ਲੋਕ ਉਡੀਕਦੇ ਸੀ, ਅੱਜ ਵੀ ਉਹਦੀਆਂ ਗੱਲਾਂ ਹੁੰਦੀਆਂ ਨੇ। ਉਹ ਤੇ ਟਾਈਟਲ ਪੇਜ ਦੇ ਉੱਤੇ ਉਹ ਕਵਿਤਾ ਉਹਨਾਂ ਨੇ ਛਾਪੀ, ਤੇ ਉਸ ਤੋਂ ਬਾਅਦ ਮੈਂ ਲਿਟਰੇਚਰ ਦੇ ਵਿੱਚ, ਸਾਹਿਤ ਦੇ ਵਿੱਚ ਮੇਰਾ ਐਜ ਏ ਕਵੀ ਜਾਣ ਪਛਾਣ ਹੋ ਗਈ, ਤੇ ਮੈਨੂੰ ਲੋਕ ਜਾਣਨ ਲੱਗ ਗਏ ਸੀ। ਵਾਹ ਜੀ ਵਾਹ। ਦੇਖੋ ਕਿੰਨੀ ਵੱਡੀ ਪ੍ਰਾਪਤੀ। ਉਸ ਸਮੇਂ ਨਾਗਮਣੀ ਦਾ ਇੱਕ ਬਹੁਤ ਵੱਡਾ ਨਾਮ ਸੀ, ਤੇ ਤੁਸੀਂ ਉਸ ਵੇਲੇ ਤੁਹਾਡੀ ਇੱਕ ਕਵਿਤਾ ਦਾ ਛਪਣਾ। ਤੇ ਇਹ ਦੱਸੋ ਕਿ ਉਸ ਵੇਲੇ ਤੁਸੀਂ ਪੜ੍ਹਾਈ ਕਰ ਰਹੇ ਸੀ ਜਾਂ ਨੌਕਰੀ ਕਰ ਰਹੇ ਸੀ? ਥੋੜਾ ਪੜ੍ਹਾਈ ਬਾਰੇ ਵੀ ਸਾਨੂੰ ਚਾਨਣਾ ਪਾਉਣਾ ਵੀ ਸਕੂਲ ਟਾਈਮ ਤੋਂ ਬਾਅਦ ਉਸ ਤੋਂ ਬਾਅਦ ਮੈਂ ਇਹ 88 ਦੀਆਂ ਗੱਲਾਂ ਨੇ, ਮੈਂ ਸਰਵਿਸ ਦੇ ਵਿੱਚ ਆ ਗਿਆ ਸੀ, ਕਿਉਂਕਿ ਮੈਂ ਡਿਪਲੋਮਾ ਕੀਤਾ ਸਿਵਲ ਇੰਜੀਨੀਅਰਿੰਗ ਦੇ ਵਿੱਚ, ਡਰਾਫਟਸਮੈਨਸ਼ਿਪ ਦਾ, ਤੇ ਮੇਰੀ ਪੋਸਟਿੰਗ ਇੱਥੇ ਹੋ ਚੁੱਕੀ ਸੀਗੀ ਪਟਿਆਲੇ। ਇਹ 98 ਦੀ ਗੱਲ ਹੈ, ਇਹ ਉਹਨਾਂ ਦੀ ਗੱਲ ਹੈ। ਤੇ ਮੈਂ ਜਦੋਂ ਸਾਹਿਤ ਦੇ ਵਿੱਚ ਮਤਲਬ ਪੂਰਾ ਸਰਗਰਮ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਮੈਂ ਪਟਿਆਲੇ ਹੀ ਪੱਕੇ ਤੌਰ ਤੇ ਮਤਲਬ ਆ ਕੇ ਰਹਿਣ ਲੱਗ ਪਿਆ। ਤੇ ਪਰ ਜੜ੍ਹਾਂ ਜਿਹੜੀਆਂ ਸੀ ਉਹ ਮੇਰੇ ਮਾਲਵੇ ਦੇ ਵਿੱਚ, ਮੇਰੇ ਪਿੰਡ ਆਲਮਪੁਰ ਮੰਦਰਾਂ, ਮਾਨਸਾ, ਬੁਢਲਾਡਾ, ਉੱਥੇ ਸੀ। ਤੇ ਮੈਂ ਦੋਸਤਾਂ ਨੂੰ ਮਿਲਦਾ ਰਹਿੰਦਾ ਸੀ, ਮਹਿਫਲਾਂ ਲੱਗਦੀਆਂ ਰਹਿੰਦੀਆਂ ਸੀ, ਬੜੀਆਂ ਵਿਚਾਰ ਚਰਚਾ ਹੁੰਦੀਆਂ, ਬੜੇ ਬੜੇ ਫੰਕਸ਼ਨ ਹੁੰਦੇ, ਸਮਾਗਮ ਹੁੰਦੇ। ਤੇ ਇਸ ਦੇ ਦੌਰਾਨ ਹੀ ਮਤਲਬ ਸਟੈਪ ਬਾਈ ਸਟੈਪ ਕਿਤਾਬਾਂ ਤੱਕ ਪਹੁੰਚ ਗਿਆ। ਕਿਤਾਬਾਂ ਦੇ ਤੇ ਜਦੋਂ ਇੱਕ ਤੁਹਾਨੂੰ ਕਿਤਾਬਾਂ ਤੇ ਸਟੈਪ ਬਾਈ ਸਟੈਪ ਕਹਿੰਦੇ ਪਹੁੰਚ ਗਏ, ਜਦੋਂ ਪਟਿਆਲਾ ਸ਼ਹਿਰ ਚ ਆਏ ਤਾਂ ਤੁਸੀਂ ਕਾਬਕ ਹਲਕਿਆਂ ਦੇ ਵਿੱਚ ਪ੍ਰਵੇਸ਼ ਕੀਤਾ, ਔਰ ਜਾਂ ਉਹਦੇ ਸਮਾਨਾਂਤਰ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਗਤੀਵਿਧੀ ਦੇ ਵਿੱਚ ਸਰਗਰਮੀ ਦਿਖਾਈ? ਜਦੋਂ ਇੱਥੇ ਸ਼ਾਇਦ ਤੁਸੀਂ ਬਿਜਲੀ ਬੋਰਡ ਦੇ ਵਿੱਚ ਜੌਬ ਕੀਤੀ, ਜਿਹਦਾ ਨਾਮ ਹੁਣ ਬਦਲ ਚੁੱਕਿਆ ਹੈਗਾ। ਬਿਲਕੁਲ। ਜਦੋਂ ਮੈਂ ਇੱਥੇ ਪਟਿਆਲੇ ਆਇਆ ਤਾਂ ਜਿਵੇਂ ਕਹਿੰਦੇ ਹੁੰਦੇ ਨੇ, ਆਪਣੇ ਨੇਚਰ ਦੇ ਬੰਦੇ ਮਿਲ ਜਾਂਦੇ ਨੇ, ਤੁਹਾਡੇ ਸੁਭਾਅ ਦੇ, ਤੁਹਾਡੇ ਟੇਸਟ ਦੇ, ਤੁਹਾਡੇ ਦਿਲਚਸਪੀ ਜੋ ਤੁਸੀਂ ਰੱਖਦੇ ਹੋ, ਉਸ ਹਿਸਾਬ ਦੇ ਬੰਦੇ ਤੁਹਾਨੂੰ ਮਿਲ ਜਾਂਦੇ ਨੇ। ਇੱਥੇ ਸਾਡਾ ਡਿਪਾਰਟਮੈਂਟ ਉਦੋਂ PSC ਵੀ ਸੀ, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ, ਤੇ ਅੱਜ ਕੱਲ੍ਹ PSPCL ਹੈ। ਇਹਦੇ ਵਿੱਚ ਬਹੁਤ ਸਾਰੇ ਕਲਾਕਾਰ ਸੀ, ਗੁਰਦਾਸ ਮਾਨ ਤੋਂ ਲਾ ਕੇ ਮਤਲਬ ਹੋਰ ਵੱਡੇ ਵੱਡੇ ਕਲਾਕਾਰ, ਜਸਪਾਲ ਭੱਟੀ, ਬੜੀਆਂ ਸਰਗਰਮੀਆਂ ਹੁੰਦੀਆਂ ਸੀ। ਜਿਹੜਾ ਸਾਡਾ ਡਿਪਾਰਟਮੈਂਟ ਸੀ ਇਹ ਸਪੋਰਟਸ ਤੇ ਕਲਚਰ ਨੂੰ ਬੜਾ ਇਹ ਉਹਨੂੰ ਪ੍ਰੋਤਸਾਹਿਤ ਕਰਤਾ ਸੀਗਾ, ਮਤਲਬ ਉਹਨੂੰ ਉਤਸ਼ਾਹ ਦਿੰਦਾ ਸੀਗਾ।
ਜਿਹੜੇ ਮੁੰਡੇ ਮਤਲਬ ਨਵੇਂ ਆਉਂਦੇ ਸੀ ਉਹਨਾਂ ਤੋਂ ਪੁੱਛਿਆ ਜਾਂਦਾ ਸੀ ਤੁਹਾਡੀ ਐਕਟੀਵਿਟੀ ਕੀ ਹੈ। ਜਦੋਂ ਮੈਂ ਇੱਥੇ ਆਇਆ ਪਟਿਆਲੇ ਤੇ ਇੱਥੇ ਕਾਫੀ ਸਾਰੇ ਦੋਸਤ ਮੇਰੇ ਥੀਏਟਰ ਦੇ, ਲਿਟਰੇਚਰ ਦੇ, ਫੋਕ ਡਾਂਸ, ਫੋਕ ਸਿੰਗਰਸ ਮੈਨੂੰ ਮਿਲੇ ਤੇ ਸਾਡਾ ਬਹੁਤ ਵੱਡਾ ਗਰੁੱਪ ਬਣ ਗਿਆ। ਤੇ ਜਿਹਦੇ ਵਿੱਚ ਅਸੀਂ ਕਦੇ ਕਦੇ ਪੰਮੀ ਬਾਈ ਹੋਰੀ ਵੀ ਆ ਜਾਂਦੇ ਸੀ ਨੱਚਦੀ ਜਵਾਨੀ ਦੇ, ਸਾਡੇ ਬਖਸ਼ੀਸ਼ ਬੱਗਾ ਹੁੰਦੇ ਸੀਗੇ ਭੰਗੜਾ ਕੋਚ ਮਤਲਬ ਸਾਡੇ ਗਰੁੱਪ ਦੇ, ਇੱਕ ਆਦ ਮੰਚ ਦੇ ਹਰਜੀਤ ਸਿੰਘ ਡਾਇਰੈਕਟਰ ਸੀਗੇ ਉਹ ਮਿਲੇ, ਫਿਰ ਮੋਹਨ ਕੰਬੋਜ, ਪ੍ਰੇਮ ਹਾਂਡਾ, ਮੈਡਮ ਪਰਮਿੰਦਰਪਾਲ ਕੌਰ ਡਿਪਟੀ ਡਾਇਰੈਕਟਰ ਸਾਡੀ ਕਲਚਰ ਅਫੇਅਰਸ ਦੀ, ਜਿਹਦੇ ਅੰਡਰ ਅਸੀਂ ਬਹੁਤ ਸਾਰਾ ਕੰਮ ਕੀਤਾ। ਆਲ ਓਵਰ ਇੰਡੀਆ ਅਸੀਂ ਮਤਲਬ ਪਰਫਾਰਮ ਕੀਤਾ ਤੇ ਬਾਹਰ ਵੀ। ਜਿਹੜਾ ਨਾਲ ਇਹ ਦੱਸ ਰਹੇ ਹੋ ਤੁਸੀਂ ਭੰਗੜਾ ਵੀ ਪਾਇਆ ਤੇ ਤੁਸੀਂ ਰੰਗਮੰਚ ਵੀ, ਤੇ ਮੈਨੂੰ ਆਪਣੀ ਗੈਰ ਰਸਮੀ ਗੱਲ ਹੋਈ ਸੀ ਕਿ ਤੁਸੀਂ ਸਰਜੀਤ ਸੇਠੀ ਉਹਨਾਂ ਨਾਲ ਵੀ ਤੁਹਾਨੂੰ ਕੰਮ ਕਰਨ ਦਾ ਮਾਣ ਮਿਲਿਆ, ਬੜੇ ਵੱਡੇ ਨਾਟਕਕਾਰ ਨੇ ਰਹੇ ਉਹ ਆਪਣੇ ਜਵਾਨੇ ਦੇ। ਤਾਂ ਇਸ ਦੇ ਸਮਾਨਾਂਤਰ ਕਵਿਤਾ ਜਿਹੜੀ ਹੈ ਉਹਦੇ 'ਚ ਤੁਹਾਡੀ ਇੱਕ ਵਿਸ਼ੇਸ਼ ਪਹਿਚਾਣ ਹੈ ਜੀ, ਤੁਸੀਂ ਨਿਰੰਤਰ ਜਿਹੜੀਆਂ ਪੁਸਤਕਾਂ ਲਿਖੀਆਂ ਨੇ। ਆਪਣੀਆਂ ਪੁਸਤਕਾਂ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਸਾਨੂੰ ਇੱਕ ਅਜਿਹੀ ਨਜ਼ਮ ਸੁਣਾਓ ਜਿਹਦਾ ਤੁਹਾਡੇ ਪਿੰਡ ਦੀ ਕਿਸੇ ਸ਼ਖਸੀਅਤ ਨਾਲ ਜਾਂ ਪਿੰਡ ਨਾਲ ਕੋਈ ਬੜਾ ਗੂੜਾ ਰਿਸ਼ਤਾ ਹੋਵੇ, ਵੀ ਜਿਹਦੇ ਝਲਕ ਪੈਂਦੀ ਕਿ ਚਹਿਲ ਸਾਹਿਬ ਜੀ, ਮੈਨੂੰ ਤੁਸੀਂ ਕਿਹਾ ਕਿ ਮੇਰੀ ਕਵਿਤਾ ਦੇ ਵਿੱਚ ਕਿਸੇ ਪਿੰਡ ਦਾ ਜ਼ਿਕਰ, ਮੇਰੇ ਉਸ ਕਿਰਦਾਰਾਂ ਦਾ ਜ਼ਿਕਰ ਮਤਲਬ ਆਵੇ। ਜਿਹੜੇ ਕਿਰਦਾਰ ਨੇ ਆਪਣੇ ਅੰਦਰ, ਜਿਹੜੇ ਪਾਤਰ ਨੇ ਮਤਲਬ ਉਹ ਤਾਂ ਜਿਉਂਦੇ ਰਹਿੰਦੇ ਨੇ, ਚਾਹੇ ਉਹ ਦੋਸਤ ਨੇ, ਚਾਹੇ ਉਹ ਕਿਸਾਨ ਹੈ, ਕੋਈ ਮਜ਼ਦੂਰ ਹੈ, ਜਾਂ ਕੋਈ ਹੋਰ ਕਿਸੇ ਕਿਸਮ ਦਾ ਕੋਈ ਤੁਹਾਡੇ ਦਾਇਰੇ ਦੇ ਵਿੱਚ ਬੰਦਾ। ਤੇ ਹਾਂ, ਮੈਂ ਖਾਸ ਤੌਰ ਤੇ ਗੱਲ ਕਰ ਰਿਹਾ ਕਿ ਡਾਕੀਆ ਹੰਸਰਾਜ ਮੇਰਾ ਇੱਕ ਬਹੁਤ ਹੀ ਪਿਆਰਾ ਦੋਸਤ ਸੀ। ਸਾਡਾ ਡਾਕ ਦਾ ਕੰਮ ਵੀ ਦੇਖਦਾ ਸੀ, ਡਾਕੇ ਵੀ ਆਪ ਹੀ, ਪੋਸਟ ਮਾਸਟਰ ਵੀ ਉਹ ਆਪ ਹੀ ਸੀਗੇ। ਤੇ ਉਹ ਮੈਂ ਪਿੱਛੇ ਜੇ ਵਿਆਹ ਤੇ ਗਿਆ, ਕਾਫੀ ਪੁਰਾਣੀ ਗੱਲ ਹੈ, ਤੇ ਉਹ ਮੈਨੂੰ ਨਾ ਘੁੱਟ ਕੇ ਮਿਲੇ, ਕਹਿੰਦੇ ਵੀ ਮੈਂ ਹੁਣ ਸੌਖਾ ਮਰ ਜਾਊਂਗਾ। ਕਹਿੰਦਾ ਮੈਂ ਬਹੁਤ ਉਡੀਕਦਾ ਰਹਿੰਦਾ ਵੀ ਤੇਰਾ ਕੋਈ ਮਨੀ ਆਰਡਰ ਆਵੇ, ਤੇਰਾ ਕੋਈ ਕਾਗਜ਼ ਆਵੇ, ਤੇਰਾ ਮੈਗਜ਼ੀਨ ਆਵੇ, ਕੋਈ ਅਖਬਾਰ ਆਵੇ। ਮੇਰੇ ਆਉਂਦੇ ਰਹਿੰਦੇ ਸੀ, ਪਿੰਡ ਰਹਿੰਦਾ ਸੀ। ਉਹ ਬੜੇ ਚਾਅ ਨਾਲ ਮੈਨੂੰ ਦੇ ਕੇ ਜਾਂਦਾ, ਤੇ ਪੰਜਾਬੀ ਟ੍ਰਿਬਿਊਨ ਵੱਲੋਂ ਪੈਸੇ ਕਈ ਵਾਰੀ ਆਉਂਦੇ, ਛੋਟੇ ਛੋਟੇ 50 ਰੁਪਏ ਜਾਂ 40 ਰੁਪਏ 60 ਰੁਪਏ ਉਦੋਂ ਆਰਟੀਕਲ ਦੇ ਹੁੰਦੇ ਸੀ, ਮੈਂ ਛਪਦਾ ਰਹਿੰਦਾ ਸੀ। ਸੋ ਉਹਨਾਂ ਦੇ ਨਾਮ ਫਿਰ ਮੈਨੂੰ ਇੱਕ ਦਿਨ ਅਚਾਨਕ ਹੀ ਉਹ ਛਾ ਗਏ ਤੇ ਮੈਂ ਉਹਨਾਂ ਦਾ ਲਿਖਿਆ ਡਾਕੀਆ ਹੰਸਰਾਜ। ਡਾਕੀਆ ਹੰਸਰਾਜ ਜਦੋਂ ਵੀ ਦਰਵਾਜ਼ੇ ਤੇ ਦਸਤਕ ਦਿੰਦਾ ਸੀ, ਅਚਾਨਕ ਜਦੋਂ ਵੀ ਡਾਕੀਆ ਹੰਸਰਾਜ ਦਰਵਾਜ਼ੇ ਤੇ ਦਸਤਕ ਦਿੰਦਾ ਸੀ ਅਚਾਨਕ, ਤਾਂ ਲੱਗਦਾ ਲੈ ਕੇ ਆ ਰਿਹਾ ਕੋਈ ਸੁਨੇਹਾ। ਅੰਦਰੋਂ ਤੁਰ ਪੈਂਦੇ ਸੀ ਨਿਆਗਰਾ ਫਾਲਜ਼, ਦਰਵਾਜ਼ੇ ਤੱਕ ਜਾਂਦੇ ਭਿੱਜ ਜਾਂਦਾ ਸੀ ਆਪਾ ਕਿਸੇ ਦੈਵੇ ਅਹਿਸਾਸ ਨਾਲ। ਸਾਈਕਲ ਦੀ ਟੱਲੀ ਖੜਕਦੀ, ਵੱਜ ਉੱਠਦਾ ਜਿਵੇਂ ਅੰਦਰਲਾ ਸੁੱਤਾ ਆਰਕੈਸਟਰਾ। ਨੀਲੇ ਲਿਫਾਫੇ ਖਾਕੀ ਕਾਰਡ ਲੈ ਕੇ ਸੰਭਾਲ ਕੇ ਤੁਰਦਾ ਸਰਨਾਮਿਆਂ ਦੀ ਸ਼ਿੱਦਤ, ਆਪਣੇ ਬੈਗ 'ਚ ਪੂਰੇ ਪਿੰਡ ਦੀਆਂ ਖੁਸ਼ੀਆਂ ਗਮੀਆਂ, ਮਨੀ ਆਰਡਰ, ਪੂਰਾ ਸੰਸਾਰ ਲੈ ਕੇ। ਚਾਈ ਚਾਈ ਆਉਂਦਾ, ਕਾਲੇ ਕਦਮੀ ਮੁੜ ਜਾਂਦਾ, ਕਿਸੇ ਤਿੱਥ ਤਿਉਹਾਰ ਵਧਾਈਆਂ ਦਿੰਦਾ। ਸੇਵਾ ਮੁਕਤ ਹੋ ਗਿਆ ਡਾਕੀਆ ਹੰਸਰਾਜ, ਆਉਂਦਾ ਤਾਂ ਅੱਜ ਕੱਲ੍ਹ ਵੀ ਹੈ, ਦਸਤਕ ਦਿੰਦਾ ਹੈ ਮੇਰੇ ਸਮਾਰਟਫੋਨ ਉੱਤੇ। ਆਉਂਦਾ ਤਾਂ ਅੱਜ ਕੱਲ੍ਹ ਵੀ ਹੈ, ਦਸਤਕ ਦਿੰਦਾ ਹੈ ਮੇਰੇ ਸਮਾਰਟਫੋਨ ਉੱਤੇ। SMS WhatsApp ਮੈਸੇਂਜਰ ਗੁੱਡ ਮਾਰਨਿੰਗ ਭੇਜਦਾ, ਪਰ ਹੰਸਰਾਜ ਦਾ ਉਹ ਖੁਸ਼ੀਆਂ ਗਮੀਆਂ ਮਨੀ ਆਰਡਰਾਂ ਵਾਲਾ ਬੈਗ ਗੁੰਮ ਹੁੰਦਾ। ਸ਼ਿੱਦਤ ਹੁੰਦੀ ਉਹੀ, ਉਡੀਕ ਦੀ ਤਲਬ ਵੀ ਉਹੀ, ਤੇ ਮੇਰੇ ਅੰਦਰਲੇ ਨਿਆਗਰਾ ਫਾਲਜ਼ ਕਿੱਥੇ ਸੁੱਕ ਗਏ ਨੇ। ਭਿੱਜਣਾ ਤਾਂ ਮੈਂ ਹੀ ਕਦੋਂ ਨਾ ਭੁੱਲ ਗਿਆ ਹਾਂ, ਭਿੱਜਣਾ ਤਾਂ ਮੈਂ ਹੀ ਕਦੋਂ ਨਾ ਭੁੱਲ ਗਿਆ ਹਾਂ। ਵਾਹ ਜੀ ਵਾਹ, ਇਹ ਜਿਹੜੀ ਤੁਸੀਂ ਅਵਤਾਰਜੀਤ ਦੀ ਗੱਲ ਕੀਤੀ ਹੈ, ਇਹ ਅਜੋਕਾ ਸੰਦਰਭ ਵੀ ਹੈ। ਜਿਹੜੀ ਅਜੋਕਾ ਸਮਾਂ ਹੈ, ਜਿੱਥੋਂ ਤੱਕ ਸਾਡਾ ਅੱਜ ਦਾ ਦੌਰ ਪਹੁੰਚ ਗਿਆ ਕਿ ਚਿੱਠੀਆਂ ਦੀ ਜਗ੍ਹਾ ਕਿਸ ਚੀਜ਼ ਨੇ ਲੈ ਲਈ, ਡਿਜੀਟਲਾਈਜੇਸ਼ਨ ਹੋ ਗਈ। ਬਿਲਕੁਲ ਬਿਲਕੁਲ ਹਾਂ, ਇਹ ਇਸ ਤਰ੍ਹਾਂ ਦੀ ਨਜ਼ਮ ਹੈ। ਉਹ ਕੋਈ ਵੀ ਜਿਹੜੀ ਰਚਨਾ ਹੈ, ਜਦੋਂ ਕੋਈ ਵੀ ਬੰਦਾ ਪਿਛਲੇ ਪੜਾਅ ਦੀ ਤੇ ਮੌਜੂਦਾ ਪੜਾਅ ਦੀ ਕੰਪੈਰੀਟਿਵ ਸਟੱਡੀ ਕਰਦਾ ਹੈ ਤਾਂ ਉਹ ਜ਼ਰੂਰ ਆਕਰਸ਼ਕ ਬਣਦੀ ਹੈ। ਤੇ ਮੈਂ ਦਾਦ ਦਿੰਦਾ ਇਸ ਕਵਿਤਾ ਰਾਹੀਂ ਤੁਸੀਂ ਆਪਣੇ ਪਿੰਡ ਨੂੰ, ਵਿਰਾਸਤ ਨੂੰ ਵੀ ਨਾਲ ਜੋੜਿਆ ਤੇ ਅਜੋਕੇ ਸਮੇਂ ਦੀ ਵੀ ਗੱਲ ਕੀਤੀ। ਕਈ ਲੋਕਾਂ ਨੂੰ ਹੈ ਜਿਹੜੀ ਵਿਰਾਸਤ ਨਾਲ ਰੁਚੀ ਨਹੀਂ ਹੁੰਦੀ, ਅਜੋਕੇ ਸਮੇਂ ਨਾਲ ਹੁੰਦੀ ਹੈ, ਪਰ ਜਦੋਂ ਤੁਸੀਂ ਦੋਨਾਂ ਦਾ ਸੁਮੇਲ ਕੀਤਾ ਤਾਂ ਹੁਣ ਵਾਲਿਆਂ ਨੂੰ ਵੀ ਇਸ ਕਵਿਤਾ ਨਾਲ ਜੁੜਨ ਦਾ ਜਿਹੜਾ ਮੌਕਾ ਨਾ ਦੇਖੋ, ਜਦੋਂ ਜਿਵੇਂ ਕਹਿੰਦਾ ਜਿਵੇਂ ਅਸੀਂ ਮਾਡਰਨ ਪੋਇਟਰੀ ਦੇ 5-7-10 ਦੋਸਤਾਂ ਜਿਹੜੇ ਮਾਡਰਨ ਪੋਇਟਰੀ ਦੇ ਵਿੱਚ ਸਾਨੂੰ ਗਿਣਿਆ ਜਾਂਦਾ, ਪਰ ਮੇਰੀ ਕਵਿਤਾ ਦੇ ਵਿੱਚ ਚਹਿਲ ਸਾਹਿਬ ਸੱਭਿਆਚਾਰਕ ਪਿੱਠ ਭੂਮੀ ਹੈ, ਜਿਹੜੇ ਸੱਭਿਆਚਾਰਕ ਫਲੇਵਰ, ਸੱਭਿਆਚਾਰਕ ਰਵਾਇਤੀ ਇੱਕ ਰੰਗ ਸਾਡੇ ਰਿਸ਼ਤਿਆਂ ਦਾ, ਸਾਡੇ ਕਲਚਰ ਦਾ, ਉਹ ਮੈਂ ਕਿਵੇਂ ਨਾ ਕਿਵੇਂ ਉਹ ਮੇਰੀ ਕਵਿਤਾ ਦੇ ਵਿੱਚ ਸ਼ਾਮਲ ਹੋ ਜਾਂਦਾ।
ਅਵਤਾਰ ਜੀ ਦੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆਪਣੀ ਕਵਿਤਾ ਰਾਹੀਂ ਹੰਸਰਾਜ ਡਾਕੀ ਦੇ ਜਰੀਏ ਬੜੀ ਜਿਹੜੀ ਸੀਗੀ ਆਪਣੇ ਪਿੰਡ ਦਾ ਇੱਕ ਕਿਰਦਾਰ ਨੂੰ ਪੇਸ਼ ਕੀਤਾ। ਕੋਈ ਸਾਨੂੰ ਅਜਿਹੀ ਰਚਨਾ ਸੁਣਾਓ ਜਿਹਦੇ ਵਿੱਚ ਤੁਹਾਡੇ ਦਿਲ ਦੇ ਵਿੱਚ, ਕਿਉਂਕਿ ਬੰਦੇ ਦੀਆਂ ਕਈ ਜ਼ਿੰਦਗੀ 'ਚ ਘਾਟਾਂ ਹੁੰਦੀਆਂ ਨੇ, ਕਿਸੇ ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਕਿ ਮੇਰੀ ਮਾਤਾ ਜੀ ਸੀ ਜਿਹੜੇ ਉਹ ਮੇਰੀਆਂ ਪ੍ਰਾਪਤੀਆਂ ਮੈਨੂੰ ਕਿਸੇ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ, ਦੇਖਣ ਤੋਂ ਪਹਿਲਾਂ ਸਵਰਗਵਾਸ ਹੋ ਗਏ ਸੀ, ਤੇ ਤੁਸੀਂ ਉਹਨਾਂ ਦੇ ਸੰਦਰਭ ਵਿੱਚ ਵੀ ਕੁਛ ਨਾ ਕੁਛ ਜ਼ਰੂਰ ਰਚਿਆ ਹੋਣਾ। ਹਾਂ, ਮੈਂ ਉਹ ਸੁਣਾਉਂਗਾ। ਉਹਨਾਂ ਦੇ ਸੰਦਰਭ ਦੇ ਵਿੱਚ ਮੈਂ ਮੇਰੀ ਜਿਹੜੀ ਟੋਟਲ ਸ਼ਾਇਰੀ ਹੈ, ਟੋਟਲ ਮੇਰੀ ਕਵਿਤਾ ਜੈਲ ਸਾਹਿਬ, ਉਹ ਹੰਢਾਇਆ ਹੋਇਆ ਸੱਚ ਹੈ। ਬਿਲਕੁਲ ਵੀ ਮੈਂ ਮਤਲਬ ਹੰਢਾਏ ਹੋਏ ਸੱਚ ਤੋਂ ਬਿਨਾਂ ਮੈਂ ਫੈਸ਼ਨ ਦੇ ਤੌਰ ਤੇ ਨਹੀਂ ਲਿਖਦਾ। ਵੀ ਡਾਇਰੈਕਟ ਐਂਡ ਡਾਇਰੈਕਟ ਮੇਰੇ ਨਾਲੋਂ ਬੀਤੀ ਹੁੰਦੀ ਹੈ ਜਾਂ ਮੇਰੇ ਨਾਲ ਵਾਪਰ ਰਿਹਾ ਹੁੰਦਾ ਤੇ ਉਹ ਮੇਰਾ ਮਤਲਬ ਕਿਰਦਾਰ ਬਣ ਕੇ ਕਿਸੇ ਪਾਤਰ ਦਾ ਮੇਰੀ ਕਵਿਤਾ ਦੇ ਵਿੱਚ ਆ ਜਾਂਦਾ। ਤੇ ਜਿਹੜੀ ਵੀ ਅੱਜ ਤੱਕ ਮੈਂ ਰਚਨਾ ਕੀਤੀ ਹੈ ਉਹ ਸਾਰੇ ਦਾ ਸਾਰਾ ਮੇਰਾ ਇੱਕ ਲੰਬਾ ਪੈਂਡਾ ਲਿਟਰੇਚਰ ਦੇ ਵਿੱਚ, ਕਲਾ ਦੇ ਖੇਤਰ ਦੇ ਵਿੱਚ ਹੈ। ਉਹ ਮੈਂ ਸਾਰਾ ਆਪਣੇ ਹੱਡਾਂ ਤੇ ਹੰਢਾਇਆ। ਜੋ ਵੀ ਮੈਂ ਸੋਚਦਾ, ਜੋ ਵੀ ਮੈਂ ਹੰਢਾਉਣਾ, ਉਹ ਵੀ ਮੈਂ ਲਿਖਦਾ। ਇੱਕ ਵਾਰ ਮੈਂ ਬਹੁਤ ਇੱਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਜਾ ਰਿਹਾ ਸੀ ਤੇ ਮੈਨੂੰ ਮਾਂ ਯਾਦ ਆਈ ਤੇ ਮੈਂ ਉਹ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਨੇ। ਨਿੱਕੇ ਨਿੱਕੇ ਪਰ ਮੇਰੇ ਮੰਜ਼ਿਲਾਂ ਨੇ ਭਾਰੀਆਂ, ਦੱਸੀ ਮਾਏ ਮੇਰੀਏ ਕਿਉਂ ਥੱਕੀਆਂ ਉਡਾਰੀਆਂ। ਨਿੱਕੀ ਜਿਹੀ ਤਲੀ ਉੱਤੇ ਸੁਪਨਾ ਸੀ ਧਰਿਆ, ਨਿੱਕੀ ਜਿਹੀ ਤਲੀ ਉੱਤੇ ਸੁਪਨਾ ਸੀ ਧਰਿਆ। ਤੇਰੇ ਦੁੱਧ ਤੇ ਲਹੂ ਨਾਲ ਲਿਖਿਆ ਜੋ ਨਾਮਾ ਸੀ, ਨਾ ਤੇਰਾ ਪਰਛਾਵਾਂ ਨਾ ਉਹ ਮੇਰਾ ਸਰਨਾਮਾ ਸੀ। ਥੱਕ ਗਏ ਬੂਹੇ ਬੰਦ ਹੋਏ ਬੂਹੇ ਵਾਰੀਆਂ, ਦੱਸੀ ਮਾਏ ਮੇਰੀਏ ਕਿਉਂ ਥੱਕੀਆਂ ਉਡਾਰੀਆਂ। ਨਿੱਕੇ ਨਿੱਕੇ ਪਰ ਮੇਰੇ ਮੰਜ਼ਿਲਾਂ ਨੇ ਭਾਰੀਆਂ। ਵਾਹ ਜੀ ਵਾਹ। ਅਵਤਾਰ ਜੀ ਬੜੀ ਸੋਹਣੇ ਤੁਸੀਂ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਹੀ ਆਪਣੀ ਮਾਂ ਬਾਰੇ ਵੀ ਇਹਦੇ ਚਿੱਤਰਨ ਕੀਤਾ ਤੇ ਆਪਣੇ ਜੀਵਨ ਬਾਰੇ ਵੀ ਤੁਸੀਂ ਕਿੰਨੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਲੈ ਕੇ ਚੱਲ ਰਹੇ ਹੋ। ਤਾਂ ਇੱਕ ਤੁਸੀਂ ਹੋਰ ਜਿਹੜੀ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ ਤੇ ਦੇਖੀ, ਕਾਫੀ ਤੁਹਾਡੀ ਉਹ ਚਰਚਿਤ ਹੋਈ, ਭਾਸ਼ਾ ਵਿਭਾਗ ਨੇ ਵੀ ਤੁਹਾਨੂੰ ਉਸ ਕਵਿਤਾ ਦੇ ਜਿਹੜਾ ਮਾਣ ਦਿੱਤਾ ਗਿਆ ਆਪਣੇ ਪੇਜ ਦੇ ਉੱਤੇ ਪਾ ਕੇ, ਤੇ ਬਹੁਤ ਅੱਛੇ ਲੋਕਾਂ ਦੇ ਜਿਹੜੇ ਕਮੈਂਟ ਹੈ, ਟਿੱਪਣੀਆਂ ਆਏ ਨੇ, ਉਹ ਜ਼ਰੂਰ ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਬਿਲਕੁਲ ਚੈਲ ਸਾਹਿਬ, ਇੱਕ ਸਮਾਂ ਸੀ ਜਦੋਂ ਅਸੀਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਸੀ ਜਾਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਸੀ, ਜਦੋਂ ਕੋਈ ਆਈਡੀਆ ਆਉਣਾ ਜਾਂ ਕਵਿਤਾ ਆਉਣੀ ਜਾਂ ਗੀਤ ਦਾ ਕੋਈ ਮਤਲਬ ਕਨਸੈਪਟ ਬਣਨਾ, ਤੁਸੀਂ ਟਿਕਟ ਦੇ ਪਿੱਛੇ ਹੀ ਲਿਖ ਲੈਂਦੇ ਸੀ। ਤੇ ਹੁਣ ਤਾਂ ਡਿਜੀਟਲ ਸਮਾਂ ਹੋ ਗਿਆ ਤੇ ਸਾਰਾ ਇਲੈਕਟ੍ਰੋਨਿਕ ਮੀਡੀਆ ਹੈਗਾ ਤੇ ਹੁਣ ਸਾਰਾ ਕੁਝ ਆਪਾਂ ਆਪਣੇ ਜਿਹੜਾ ਹੈਗਾ ਉਹ ਫੋਨ ਦੇ ਵਿੱਚ ਹੀ ਰੱਖਦੇ। ਮੈਂ ਫੋਨ 'ਚ ਸੁਣਾਉਣਾ। ਜਿਵੇਂ ਕਹਿੰਦੇ ਹੁੰਦੇ ਆ ਵੀ ਮਾਂ ਦਾ ਜਿਹੜਾ ਹੈਗਾ, ਮਾਂ ਤਾਂ ਬੰਦੇ ਦੇ ਹਮੇਸ਼ਾ ਹੀ, ਚਾਹੇ ਉਹ ਆਪਾਂ ਤੋਂ ਦੂਰ ਹੋ ਜਾਣ, ਹਮੇਸ਼ਾ ਹੀ ਆਪਣੇ ਦਰਮਿਆਨ ਰਹਿੰਦੇ ਨੇ। ਇਸ ਜਾਂ ਉਹਨਾਂ ਦੀਆਂ ਗੱਲਾਂ ਆਪਾਂ ਨੂੰ ਚੇਤੇ ਰਹਿੰਦੀਆਂ ਨੇ। ਸੋ ਮੈਂ ਇੱਕ ਨਜ਼ਮ ਪਿੱਛੇ ਜਿਹੜੀ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਪੇਜ ਦੇ ਉੱਤੇ ਮਤਲਬ ਉਹ ਪ੍ਰਿੰਟ ਕਰਕੇ ਤੇ ਇੱਕ ਪੋਸਟਰ ਬਣਾ ਕੇ ਉਹਨਾਂ ਨੇ ਪੇਸ਼ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੋਈ ਸੀ, ਜਿਹਦੇ ਵਿੱਚ ਸਾਡੇ ਤੇਜਿੰਦਰ ਗਿੱਲ ਭਾਜੀ ਨੇ ਮੇਰੇ ਕੋਲ ਡਿਪਟੀ ਡਾਇਰੈਕਟਰ ਅਸਿਸਟੈਂਟ ਡਾਇਰੈਕਟਰ ਨੇ, ਉਹਨਾਂ ਵੱਲੋਂ ਬੜਾ ਮਾਣ ਦਿੱਤਾ ਗਿਆ, ਪੂਰੇ ਭਾਸ਼ਾ ਵਿਭਾਗ ਵੱਲੋਂ ਮਾਣ ਦਿੱਤਾ ਗਿਆ। ਕੋਈ ਭਾਸ਼ਾ ਵਿਭਾਗ ਨਾਲ ਮੈਂ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ, ਸਾਰਿਆਂ ਨੂੰ ਬੜਾ ਪਿਆਰ ਸੀ। ਉਹ ਮੈਂ ਕਵਿਤਾ ਤੁਹਾਨੂੰ ਸੁਣਾਉਣਾ। ਮਾਂ ਅਕਸਰ ਆਖਦੀ ਪੁੱਤ ਰੋਟੀ ਖਾ ਲਓ। ਮਾਂ ਅਕਸਰ ਆਖਦੀ ਪੁੱਤ ਰੋਟੀ ਖਾ ਲਓ। ਰੋਟੀ ਨੂੰ ਜਦੋਂ ਹਵਾ ਲੱਗ ਜਾਵੇ ਰੋਟੀ ਸੁੱਕ ਜਾਂਦੀ ਹੈ। ਰੋਟੀ ਨੂੰ ਜਦੋਂ ਹਵਾ ਲੱਗ ਜਾਵੇ ਰੋਟੀ ਸੁੱਕ ਜਾਂਦੀ ਹੈ। ਅੱਜ ਵੀ ਕਈ ਵਾਰ ਸੋਚਦਾ ਕਿ ਬੰਦੇ ਨੂੰ ਵੀ ਜਦੋਂ ਹਵਾ ਲੱਗ ਜਾਵੇ ਤਾਂ ਉਹ ਅੰਦਰੋਂ ਬਾਹਰੋਂ ਸੁੱਕ ਜਾਂਦਾ ਹੈ। ਅੱਜ ਵੀ ਕਈ ਵਾਰ ਸੋਚਦਾ ਕਿ ਬੰਦੇ ਨੂੰ ਵੀ ਜਦ ਹਵਾ ਲੱਗ ਜਾਵੇ ਉਹ ਅੰਦਰੋਂ ਬਾਹਰੋਂ ਸੁੱਕ ਜਾਂਦਾ ਹੈ। ਮਾਂ, ਰੋਟੀ, ਹਵਾ ਮੇਰੇ ਦਰਮਿਆਨ ਹਮੇਸ਼ਾ ਹਾਜ਼ਰ ਹੋ ਜਾਂਦੀ ਹੈ। ਮਾਂ, ਰੋਟੀ, ਹਵਾ ਤੇ ਮੇਰੇ ਦਰਮਿਆਨ ਹਮੇਸ਼ਾ ਹਾਜ਼ਰ ਹੋ ਜਾਂਦੀ ਹੈ। ਇੱਕ ਵਾਰੀ ਫਿਰ ਭਾਸ਼ਾ ਵਿਭਾਗ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਇੱਕ ਗੱਲ ਮੈਂ ਭੁੱਲ ਗਿਆ, ਮਤਲਬ ਜਿਹੜੇ ਗੀਤਾਂ ਦੀ ਸ਼ੁਰੂਆਤ ਸੀਗੀ ਪੋਇਟਰੀ ਦੀ, ਉਹ ਇਹ ਵੀ ਸੀ ਕਿ ਅੰਮ੍ਰਿਤਸਰ ਦੇ ਉੱਤੋਂ ਫਿਲਮੀ ਸੰਸਾਰ ਨਾਮ ਦਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਸੀ, ਉਹਦੇ ਵਿੱਚ ਉਹ ਤੁਕ ਦਿੰਦੇ ਸੀ, ਇੱਕ ਲਾਈਨ ਦਿੰਦੇ ਸੀ, ਉਸ ਲਾਈਨ ਤੇ ਗੀਤ ਲਿਖਣਾ ਹੁੰਦਾ ਸੀ। ਤੇ ਮੇਰੇ ਲਗਾਤਾਰ ਉਹਦੇ ਵਿੱਚ ਬਹੁਤ ਸਾਰੇ ਗੀਤ ਛਪਦੇ ਰਹਿੰਦੇ ਸੀ, ਗਜ਼ਲਾਂ ਜਾਂ ਗੀਤ ਉਹਦੇ ਲਿਖਦੇ ਸੀ, ਛਪਦੇ ਰਹਿੰਦੇ ਸੀ। ਤੇ ਕੀ ਤੁਸੀਂ ਕਵਿਤਾ ਤੋਂ ਇਲਾਵਾ ਕਦੇ ਹੋਰ ਕਿਸੇ ਵਿਧਾ ਦੇ ਵਿੱਚ ਵੀ ਲਿਖਿਆ ਵੀ, ਜਾਂ ਸ਼ੁਰੂ ਤੋਂ ਕਵਿਤਾ ਹੀ ਲਿਖਦੇ ਆਏ ਹੋ? ਨਹੀਂ, ਪਹਿਲਾਂ ਸ਼ੁਰੂਆਤ ਮੇਰੀ ਕਹਾਣੀ ਤੋਂ ਹੋਈ ਸੀ। ਅੱਛਾ ਜੀ। ਜੈਲ ਸਾਹਿਬ, ਸ਼ੁਰੂਆਤ ਮੇਰੀ ਕਹਾਣੀ ਤੋਂ ਹੋਈ। ਕਹਾਣੀਆਂ ਮੈਂ ਲਿਖੀਆਂ, ਕੁਝ ਚੰਦ ਕਹਾਣੀਆਂ ਲਿਖੀਆਂ 5-7, ਜਗਬਾਣੀ, ਪੰਜਾਬੀ ਟ੍ਰਿਬਿਊਨ, ਹੋਰ ਵੱਡੇ ਮੈਗਜ਼ੀਨ ਦੇ ਵਿੱਚ ਉਹ ਛਪਦੀਆਂ ਰਹੀਆਂ।
ਤੇ ਜੇ ਇੱਕ ਸੀਗੀ ਕਾਲੇ ਕਦਮਾਂ ਦਾ ਪਿੰਡ ਆ, ਜਿਹੜੀ ਮੈਂ ਪੰਜਾਬੀ ਪੇਂਡੂ ਕਲਚਰ ਦੇ ਉੱਤੇ ਲਿਖੀ ਸੀ। ਇੱਕ ਪੜ੍ਹ ਤੋਂ ਪੰਜਾਬ ਜਿਹੜੀ ਨਸ਼ਿਆਂ ਦੇ ਉੱਤੇ, ਉਹ ਦੇਸ਼ ਸੇਵਕ ਨੇ ਛਾਪੀ ਸੀ ਪੂਰੇ ਪੇਜ ਦੇ ਉੱਤੇ। ਤੇ ਹੋਰ ਬਹੁਤ ਸਾਰੀਆਂ ਕਹਾਣੀਆਂ। ਹੁਣ ਮੇਰਾ ਮਨ ਬਣਦਾ ਕਿ ਮੇਰੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਨੇ, ਮੈਂ ਵੀ ਉਹਨਾਂ ਕਹਾਣੀਆਂ ਨੂੰ ਲਿਖਾਂ, ਵਾਰਤਕ ਲਿਖਾਂ। ਪਰ ਕਵਿਤਾ ਹੈ ਜਿਹੜੀ, ਕਵਿਤਾ ਤਾਂ ਅਚਾਨਕ ਹੀ ਆਪਣੇ, ਜਿਵੇਂ ਮੀਂਹ ਆ ਜਾਂਦਾ, ਬਾਰਿਸ਼ ਆ ਜਾਂਦੀ, ਉਸ ਤਰ੍ਹਾਂ ਆ ਜਾਂਦੀ ਹੈ। ਵਾਰਤਕ ਲਿਖਣ ਵਾਸਤੇ ਥੋੜੀ ਗੰਭੀਰਤਾ ਤੇ ਬਹੁਤ ਸਮੇਂ ਦੀ ਲੋੜ ਹੁੰਦੀ ਹੈ। ਸੋ ਹੁਣ ਮੈਂ ਜਦੋਂ ਸਮਾਂ ਮਿਲਿਆ ਤਾਂ ਮੈਂ ਕਹਾਣੀਆਂ ਉਹ ਜ਼ਰੂਰ ਤੇ ਕਿਤਾਬੀ ਰੂਪ ਦੇ ਵਿੱਚ ਵੀ ਪੇਸ਼ ਕਰੂੰਗਾ। ਤੁਸੀਂ ਅਵਤਾਰਜੀਤ ਜੀ ਹੁਣ ਤੱਕ ਕਿੰਨੀਆਂ ਜਿਹੜੀਆਂ ਪੁਸਤਕਾਂ ਹੈ ਉਹ ਰਚ ਚੁੱਕੇ ਹੋ? ਕਵਿਤਾਵਾਂ ਤੁਹਾਡੀਆਂ ਪਤਾ ਨਹੀਂ ਕਿੰਨੇ ਕੁ ਮੈਗਜ਼ੀਨਾਂ, ਸ਼ਾਇਦ ਤੁਹਾਨੂੰ ਵੀ ਨਾ ਯਾਦ ਹੋਵੇ, ਛਪ ਚੁੱਕੀਆਂ ਨੇ। ਤੇ ਮੈਨੂੰ ਤੁਹਾਡੀਆਂ ਜਿਹੜੀਆਂ ਕਿਤਾਬਾਂ ਨੇ, ਸਾਨੂੰ ਉਹਦੇ ਬਾਰੇ ਲੜੀਵਾਰ ਆ ਜਿਹੜਾ ਜਾਣਕਾਰੀ ਦਿਓ, ਕਿਉਂਕਿ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਪਾਠਕ ਨੇ, ਸਹਿਜ ਰੁਚੀ ਰੱਖਣ ਵਾਲੇ ਲੋਕ ਨੇ, ਉਹ ਤੁਹਾਡੀਆਂ ਕਿਤਾਬਾਂ ਨੂੰ ਖਰੀਦ ਕੇ ਪੜ੍ਹ ਸਕਣ ਤੇ ਤੁਹਾਡੀ ਸ਼ਾਇਰੀ ਦਾ ਜਿਹੜਾ ਆਨੰਦ ਹੈ ਉਹ ਮਾਣ ਸਕਣ। ਹਾਂਜੀ ਚਹਿਲ ਸਾਹਿਬ, ਮੇਰੀ ਪਹਿਲੀ ਕਿਤਾਬ ਆਈ ਸੀਗੀ 93 ਦੇ ਵਿੱਚ, 1993 ਦੇ ਵਿੱਚ, ਮਿੱਟੀ ਕਰੇ ਸੰਵਾਦ। ਉਦੋਂ ਟੈਰੋਰਿਜ਼ਮ ਬਹੁਤ ਸੀਗਾ ਪੰਜਾਬ ਦੇ ਵਿੱਚ, ਤੇ ਉਹ ਪੂਰੇ ਦੀ ਪੂਰੀ ਕਿਤਾਬ ਹੈ ਜਿਹੜੀ, ਉਹ ਪੰਜਾਬ ਦੇ ਸੰਤਾਪ ਤੇ ਸੀ, ਰਿਸ਼ਤਿਆਂ ਦੀ ਗੱਲ ਸੀ ਉਹਦੇ ਵਿੱਚ, ਮਿੱਟੀ ਦੀ ਗੱਲ ਸੀ, ਧਰਤੀ ਦੀ ਗੱਲ ਸੀ। ਤੇ ਉਸ ਕਿਤਾਬ ਨੂੰ ਬਹੁਤ ਹੰਗਾਰਾ ਪਾਠਕਾਂ ਦਾ ਮਿਲਿਆ, ਆਲੋਚਕਾਂ ਦਾ ਮਿਲਿਆ, ਮੇਰਾ ਕਾਫੀ ਨੋਟਿਸ ਲਿਆ ਗਿਆ ਉਸ ਕਿਤਾਬ ਤੇ। ਉਸ ਤੋਂ ਬਾਅਦ ਚੰਗੀ ਤਰ੍ਹਾਂ ਉਸ ਕਿਤਾਬ ਦੀ ਜਿਹੜੀ ਪਾਠਕਾਂ ਤੱਕ ਪਹੁੰਚ ਨਹੀਂ ਬਣ ਸਕੀ। ਤੇ ਉਸ ਤੋਂ ਬਾਅਦ ਮੇਰੀ ਕਿਤਾਬ ਕਾਫੀ ਲੰਬਾ ਸਮਾਂ ਗੈਪ ਰਿਹਾ ਇੱਕ। ਤੇ ਦੋਸਤ ਮਿੱਤਰ ਸਾਰੇ ਕਹਿੰਦੇ ਤੂੰ ਪੋਇਟਰੀ ਨਹੀਂ ਲਿਖਦਾ, ਤੂੰ ਗੀਤ ਗਾਉਣ ਲੱਗ ਗਿਆ, ਤੂੰ ਐਂ ਕਰਨ ਲੱਗ ਗਿਆ, ਤੂੰ ਜਾਂਦਾ ਨਹੀਂ, ਤੂੰ ਆਉਂਦਾ ਨਹੀਂ, ਉਹਨਾਂ ਦੇ ਲਾਂਭੇ ਮਿਲਦੇ ਰਹੇ। ਤੇ ਹੁਣ ਪਿਛਲੇ ਸਾਲ 2021-22 ਦੇ ਵਿੱਚ ਮੇਰੀਆਂ 4 ਕਿਤਾਬਾਂ ਹੋਰ ਆ ਗਈਆਂ, ਜਿਹੜੀਆਂ ਮੋਹੇ ਰੰਗ ਦੇ ਸ਼ਬਦ ਲੋਕ ਲੁਧਿਆਣਾ ਨੇ ਛਾਪੀ। ਫਿਰ ਕੈਲੀਬਰ ਪਬਲੀਕੇਸ਼ਨ ਵੱਲੋਂ ਮੇਰੀ ਕਿਤਾਬ ਆਈ ਹੈ ਚਿੱਤਰਲੀਲਾ, ਤੇ ਗ੍ਰੇਸ਼ੀਅਸ ਪ੍ਰਕਾਸ਼ਨ ਵੱਲੋਂ ਆਈ ਹੈ ਮੇਰੀ ਕਿਤਾਬ ਕਾਲ ਦ੍ਰਿਸ਼। ਤੇ ਤਰਸਰੇਣ ਹਿੰਦੁਸਤਾਨ ਦੇ ਸਭ ਤੋਂ ਵੱਡੇ ਪਬਲੀਕੇਸ਼ਨ ਗਰੁੱਪ ਹਾਊਸ ਨਵਯੁਗ ਪ੍ਰਕਾਸ਼ਨ ਨੇ ਛਾਪੀ ਹੈ। ਵੱਡੇ ਵੱਡੇ ਪ੍ਰਕਾਸ਼ਨਾਂ ਨੇ ਮੇਰੀ ਕਿਤਾਬਾਂ ਛਾਪੀਆਂ ਨੇ। ਔਰ ਜਿਹੜੀ ਚਿੱਤਰਲੀਲਾ ਕਿਤਾਬ ਹੈ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਤਰ੍ਹਾਂ ਦੀ ਇਹਦੇ ਵਿੱਚ ਆਟੋਬਾਇਓਗ੍ਰਾਫੀ ਹੀ ਹੈ, ਵੀ ਜਿਹਦੇ ਵੀ ਜ਼ਿੰਦਗੀ 'ਚ ਮੇਰੇ ਲੋਕ ਮੈਨੂੰ ਮਿਲੇ ਜਾਂ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਰਿਹਾ, ਉਹਨਾਂ ਬਾਰੇ ਮੈਂ ਇਹ ਕਿਤਾਬ ਲਿਖੀ। ਇਹਦੇ ਵਿੱਚ ਕਾਵ ਚਿੱਤਰ ਨੇ, ਇੱਕ ਨਵੀਂ ਸਿਨਫ ਹੈ ਵੀ ਕਿਸੇ ਦੀ ਪਰਸਨੈਲਿਟੀ ਨੂੰ, ਕਿਸੇ ਦੀ ਕਰੈਕਟਰ ਨੂੰ, ਕਿਸੇ ਦੀ ਕਿਰਦਾਰ ਨੂੰ ਤੁਸੀਂ ਆਪਣੀ ਕਵਿਤਾ ਦੇ ਵਿੱਚ ਕਿਵੇਂ ਪੇਸ਼ ਕਰਦੇ ਹੋ। ਠੀਕ ਹੈ, ਇਹਦੇ ਵਿੱਚ ਕਾਫੀ ਲੋਕ ਨੇ, ਪ੍ਰੋਫੈਸਰ ਅਨੂਪ ਬਿਰਕ, ਪ੍ਰੋਫੈਸਰ ਪੂਰਨ ਸਿੰਘ, ਅਮਰਤਾ ਪ੍ਰੀਤਮ, ਖੁਸ਼ਵੰਤ ਸਿੰਘ, ਬਲਵੰਤ ਗਾਰਗੀ, ਇਮਰੋਜ਼ ਚਿੱਤਰਕਾਰ, ਸਾਰਾ ਸ਼ਗੁਫਤਾ ਪਾਕਿਸਤਾਨ ਦੇ ਸ਼ਾਇਰਾ ਸੀ, ਪਾਸ਼, ਮਿਲਖਾ ਸਿੰਘ, ਬਰਜਿੰਦਰ ਸਿੰਘ ਹਮਦਰਦ, ਡਾਕਟਰ ਤੇਜਵੰਤ ਮਾਨ, ਗੁਰਦਾਸ ਮਾਨ, ਜਿਨ੍ਹਾਂ ਨੂੰ ਮੈਂ ਬਹੁਤ ਹੀ ਪਿਆਰ ਕਰਦਾ, ਬਹੁਤ ਜ਼ਿਆਦਾ ਮਤਲਬ ਉਹਨਾਂ ਤੋਂ ਪ੍ਰਭਾਵਿਤ, ਉਹਨਾਂ ਦੀ ਗਾਇਕੀ ਤੋਂ, ਉਹਨਾਂ ਦੀ ਸ਼ਾਇਰੀ ਤੋਂ। ਪ੍ਰੀਤਮ ਸਿੰਘ ਰਾਹੀ, ਦਰਸ਼ਨ ਬੁੱਟਰ, ਭਾਸ਼ੋ, ਸਵਰਨਜੀਤ ਸਵੀ, ਰਾਮ ਸਿੰਘ ਚਾਹਲ, ਮੋਹਨ ਤਿਆਗੀ, ਭੁਪਿੰਦਰ, ਦਰਸ਼ਨ ਦਰਵੇਸ਼, ਸੋ ਲక్ష్ਮੀ ਨਾਰਾਇਣ ਭਿੱਖੀ, ਨਵਦੀਪ ਚਹਿਲ ਮੇਰਾ ਬਹੁਤ ਅੱਛਾ ਦੋਸਤ ਆ, ਅਫੀਸਰ ਹੈ ਮੇਰੇ ਨਾਲ, ਦੇਸਰਾਜ ਮੋਗਾ, ਬਲਜੀਤ ਬਰਾੜ, ਵਿਕਰਮਜੀਤ, ਰਾਣੀ ਤੱਤ, ਹਰਮਨਜੀਤ। ਤੇ ਇਸ ਤਰ੍ਹਾਂ ਬੇਬੇ ਗਿਆਨ ਕੌਰ ਤੇ ਬਾਪੂ ਸੂਬੇਦਾਰ ਗੱਜਣ ਸਿੰਘ। ਤੇ ਮੇਰੀ ਪਹਿਲਾ ਮੇਰੇ ਖਿਆਲ ਕਵੀ ਹੋਊਗਾ ਜਿਹਨੇ ਆਪਣੀ ਵਾਈਫ ਤੇ ਕਵਿਤਾ ਲਿਖੀ ਹੈ, ਨਜਮ, ਉਹ ਇੱਕ ਸਾਂਵਲੀ ਜਿਹੀ ਸਖੀ ਰਵਾਲ ਮੇਰੀ ਵਾਈਫ ਹੈ, ਤੇ ਜਿਹੜੀ ਮੇਰੀ ਕਵਿਤਾ ਦੀ ਪਹਿਲੀ ਪਾਠਕ ਵੀ ਰਹੀ ਹੈ। ਤੇ ਮੈਂ ਕਿਤੇ ਮਿੱਟੀ ਦਾ ਮਹਿਕ ਦਾ ਵਜੂਦ, ਅੰਜੂ ਕੌਸ਼ਲ, ਕੁਲਵੀਰ ਕੌਰ ਵਿਰਕ, ਇੱਕ ਸੇ ਨਵੀਨਾ, ਇਹ ਸਾਰੇ ਬਾਬਾ ਦੇਵਾ ਸਿੰਘ ਤੇ ਬਾਬੇ ਬੁੱਲੇ ਨੂੰ ਬੁਲਾਉਂਦਾ ਮੇਰੇ ਦਾਦਾ ਜੀ ਸਰਦਾਰ ਦੇਵਾ ਸਿੰਘ, ਇਹ ਸਾਰੇ ਜਿਹੜੇ ਕਰੈਕਟਰ ਨੇ, ਇਹ ਸਾਰੇ ਜਿਹੜੇ ਇਹਨਾਂ ਦੇ ਕਾਵਿ ਚਿੱਤਰ ਨੇ, ਪਰਸਨੈਲਿਟੀ ਜਿਹਨੇ ਮੈਂ ਇਹਨਾਂ ਕਿਤਾਬਾਂ ਦੇ ਵਿੱਚ, ਇਸ ਕਿਤਾਬ ਦੇ ਵਿੱਚ ਪਰੋਇਆ। ਇਹ ਮੈਂ ਤਾਕੀਦ ਕਰਦਾ ਵੀ ਸਾਰੇ ਕਿਤਾਬ ਨੂੰ ਪੜ੍ਹਨ। ਤੇ ਜਿਹੜੀ ਇਹ ਮੇਰੀ ਕਾਲ ਦ੍ਰਿਸ਼ ਸੀਗੀ ਕਿਤਾਬ, ਇਹ ਹੈਗੀ ਹੈ ਜਦੋਂ ਕਰੋਨਾ ਆਇਆ, ਉਸ ਸੰਤਾਪ ਦੇ ਦੌਰਾਨ, ਉਸ ਸੰਕਟ ਦੇ ਦੌਰਾਨ ਜਿਹੜਾ ਲੋਕਾਂ ਨੇ ਸਾਹ ਰੋਕ ਕੇ ਉਹਨੂੰ ਹੰਢਾਇਆ, ਉਹਦੇ ਸੰਬੰਧ 'ਚ ਹੈ ਕੁਛ ਮੇਰੀ ਪਰਸਨੈਲਿਟੀ ਬਾਰੇ ਵਿੱਚ ਮੇਰੀ ਇੰਟਰਵਿਊਜ਼ ਹੈ ਲੰਬੀ। ਤੇ ਸੋ ਇਹ ਤਰਸਰੇਣ ਹੈਗੀ ਆ, ਤੇ ਇਹ ਕਿਤਾਬ ਹੈਗੀ ਹੈ ਸ਼ਬਦ ਲੋਕ ਵੱਲੋਂ ਮੋਹੇ ਰੰਗ ਦੇ। ਅਵਤਾਰਜੀਤ ਜੀ, ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਪਹਿਲਾਂ ਮੁਸ਼ਾਇਰੇ ਹੁੰਦੇ ਸੀ, ਕਵੀ ਦਰਬਾਰ ਹੁੰਦੇ ਸੀ,
ਤੇ ਉਹ ਸੀਗੇ, ਉਹਨਾਂ ਦੇ ਵਿੱਚ ਅਸੀਂ ਦੇਖਦੇ ਸੀ ਅਕਸਰ ਹੀ ਕਿ ਕਵੀਆਂ ਨੂੰ ਇੱਕ ਮੰਚ ਮਿਲਦਾ, ਲੋਕ ਸੁਣਨ ਆਉਂਦੇ। ਤੇ ਕੀ ਜਿਵੇਂ ਤੁਸੀਂ ਹੁਣ ਇਹ ਦੱਸਿਆ ਕਿ ਸੋਸ਼ਲ ਮੀਡੀਆ ਤੇ ਤਕਰੀਬਨ ਤੁਸੀਂ ਅਕਸਰ ਰੋਜ਼ਾਨਾ ਇੱਕ ਕਵਿਤਾ ਪਾਉਂਦੇ ਹੋ, ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਸਾਡਾ ਰੋਜ਼ ਹੀ ਮੁਸ਼ਾਇਰਾ ਹੁੰਦਾ ਹੈ ਜਾਂ ਮੁਸ਼ਾਇਰੇ ਦਾ ਤਰੀਕਾ ਬਦਲ ਗਿਆ, ਤੇ ਕੀ ਪਿਛਲੇ ਮੁਸ਼ਾਇਰਿਆਂ ਨੂੰ ਤੁਸੀਂ ਮਿਸ ਨਹੀਂ ਕਰਦੇ? ਅਸਲ 'ਚ ਹੁਣ ਨਾ ਮੁਸ਼ਾਇਰੇ ਇੰਟਰਨੈਸ਼ਨਲ ਹੋ ਗਏ ਨੇ। ਮੁਸ਼ਾਇਰੇ ਪਹਿਲਾਂ ਮੈਂ ਪਤਾ ਲੱਗਦੀਆਂ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ, ਮੈਨੂੰ ਬੁਲਾਉਂਦੇ ਆ, ਮੈਂ ਕਈ ਵਾਰ ਜਾਂਦਾ, ਕਈ ਵਾਰ ਟਾਈਮ ਨਹੀਂ ਮਿਲਦਾ। ਪਰ ਉਸ ਚੀਜ਼ ਨੂੰ ਪਹਿਲਾਂ ਮੁਸ਼ਾਇਰੇ ਹੁੰਦੇ, ਗੋਸ਼ਟੀਆਂ ਹੁੰਦੀਆਂ, ਸਭਾਵਾਂ ਹੁੰਦੀਆਂ, ਉਹਦੇ ਵਿੱਚ ਲਿਟਰੇਚਰ ਬਾਰੇ ਬੜੀ ਗੰਭੀਰ ਚਰਚਾ ਹੁੰਦੀ ਸੀ, ਔਰ ਕਵਿਤਾ ਬਾਰੇ, ਗਜ਼ਲ ਬਾਰੇ, ਗੀਤ ਬਾਰੇ, ਨਾਵਲ ਬਾਰੇ, ਕਹਾਣੀ ਬਾਰੇ। ਪਰ ਅੱਜ ਕੱਲ੍ਹ ਜਿਹੜਾ ਹੈਗਾ ਸੋਸ਼ਲ ਮੀਡੀਆ ਨੇ ਥੋੜ੍ਹਾ ਜਿਹਾ ਇਸ ਨੂੰ ਇਫੈਕਟ ਕੀਤਾ ਕਿ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਲੋਕ ਇੰਡੀਵਿਜੂਅਲ ਹੋ ਗਏ ਨੇ। ਰਾਈਟਰ ਵੀ ਕਿਤੇ ਨਾ ਕਿਤੇ ਇੰਡੀਵਿਜੂਅਲ ਹੋ ਗਿਆ, ਕਿਉਂਕਿ ਉਹ ਬਹੁਤੇ ਲੋਕਾਂ 'ਚ ਜਾਣਾ ਨਹੀਂ ਚਾਹੁੰਦਾ ਜਾਂ ਆਪਣੀ ਗੱਲ ਸੋਸ਼ਲ ਮੀਡੀਆ 'ਤੇ ਕਹਿ ਦਿੰਦਾ। ਜਦੋਂ ਇੱਕ ਕਵਿਤਾ ਪਾਉਂਦਾ ਤਾਂ ਉਹਨੂੰ 500-400 ਲਾਈਕਸ ਮਿਲ ਜਾਂਦੇ ਆ, ਉਹਨੂੰ ਬੱਲੇ ਬੱਲੇ ਮਿਲ ਜਾਂਦੀ ਹੈ, ਤੇ ਉਹ ਲੋੜ ਹੀ ਨਹੀਂ ਸਮਝਦਾ ਵੀ ਮੈਂ ਕਿਸੇ ਮਹਿਫਿਲ ਦੇ ਵਿੱਚ ਜਾਵਾਂ। ਤੇ ਮੁਸ਼ਾਇਰੇ ਹੁਣ ਵੀ ਹੁੰਦੇ ਨੇ, ਵੈਬੀਨਾਰ ਹੁੰਦੇ ਨੇ, ਮਤਲਬ ਇਹਦੇ ਵਿੱਚ ਤੁਸੀਂ ਇੰਟਰਨੈਸ਼ਨਲ, ਕੋਈ ਕੈਨੇਡਾ ਦਾ, ਕੋਈ ਅਮਰੀਕਾ, ਕੋਈ ਲੰਡਨ, ਕੋਈ ਕਿਤੋਂ ਦਾ, ਸਾਰੇ ਸ਼ਾਇਰ ਮਤਲਬ ਇਕੱਠੇ ਹੋ ਕੇ ਵੀ ਹੁਣ ਗੋਸ਼ਟੀਆਂ ਵੀ ਹੁੰਦੀਆਂ ਨੇ ਤੇ ਮੁਸ਼ਾਇਰੇ ਵੀ ਹੁੰਦੇ ਨੇ। ਚਲੋ ਜਿਹੜੀ ਤਬਦੀਲੀ ਹੈ ਉਹ ਤਾਂ ਵਕਤ ਦੀ, ਤੁਹਾਨੂੰ ਪਤਾ ਵਕਤ ਦੇ ਹਿਸਾਬ ਨਾਲ ਸਭ ਕੁਝ ਬਦਲਦਾ। ਪਰ ਜਿੱਥੋਂ ਤੱਕ ਮੈਂ ਸੋਚਦਾ ਵੀ ਇਲੈਕਟ੍ਰੋਨਿਕ ਮੀਡੀਆ ਨੇ ਲਿਟਰੇਚਰ ਨੂੰ, ਕਿਤਾਬ ਨੂੰ ਕਿਤੇ ਨਾ ਕਿਤੇ ਢਾਟ ਲਾਈ ਹੈ। ਆਪਾਂ ਦਰਸ਼ਕੋ ਦੇਖੋ, ਤੁਸੀਂ ਜਿਹੜੀ ਸਮੁੱਚੀ ਆਪਾਂ ਗੱਲਬਾਤ ਅਵਤਾਰਜੀਤ ਜੀ ਨਾਲ ਕੀਤੀ, ਉਹ 'ਚੋਂ ਇਹ ਲੱਗਿਆ ਕਿ ਉਹ ਸਮੇਂ ਦੇ ਹਾਣ ਦੇ ਰਹੇ ਨੇ ਹਮੇਸ਼ਾ ਹੀ। ਜਿਵੇਂ ਹੁਣ ਅੱਜ ਕੱਲ੍ਹ ਉਹ ਸੋਸ਼ਲ ਮੀਡੀਆ 'ਤੇ ਛਾਏ ਹੋਏ ਨੇ। ਪਹਿਲਾਂ ਜਦੋਂ ਆਏ ਉਸ ਜ਼ਮਾਨੇ 'ਚ ਪਟਿਆਲੇ 'ਚ ਆ ਕੇ ਸ਼ੁਰੂਆਤ ਕੀਤੀ, ਰੰਗਮੰਚ 'ਤੇ ਚਮਕੇ ਔਰ ਭੰਗੜੇ ਦਾ ਆਪਣਾ ਜਿਹੜਾ ਸੀਗਾ ਅੰਦਰਲਾ ਟੇਲੈਂਟ ਦਿਖਾਇਆ। ਇਹਨਾਂ ਨੇ ਗਾਇਕੀ ਦੇ ਵਿੱਚ ਵੀ ਇਹਨਾਂ ਨੇ ਕਾਫੀ ਆਪਣੇ ਸੀ ਜਿਹੜੇ ਸਟੇਜ ਸ਼ੋਅ ਕਰਦੇ ਰਹੇ ਨੇ, ਜਿਵੇਂ ਦੱਸਿਆ ਬਿਜਲੀ ਬੋਰਡ ਵੱਲੋਂ। ਅਖੀਰਲਾ ਮੈਂ ਸਵਾਲ ਕਰਨਾ ਚਾਹੂੰਗਾ ਤੁਹਾਨੂੰ ਕਿ ਅਜੋਕੀ ਪੀੜ੍ਹੀ ਨੂੰ ਥੋੜ੍ਹੀ ਜਿਹੀ ਸਾਹਿਤ ਦੀ ਸਾਰਥਕਤਾ ਦੱਸੋ, ਸਾਹਿਤ ਦਾ ਕੀ ਮੁੱਲ ਹੈ ਤੇ ਉਹ ਕਿਵੇਂ ਸਾਹਿਤ ਨਾਲ ਜੁੜੋ? ਦੇਖੋ, ਨੌਜਵਾਨ ਪੀੜ੍ਹੀ ਜਿੱਥੇ ਬਹੁਤ ਬੁਰੀ ਤਰ੍ਹਾਂ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੀ ਹੋਈ ਹੈ, ਉੱਥੇ ਮਤਲਬ ਕਿਤਾਬਾਂ ਨਾਲ ਵੀ ਜੁੜੀ ਹੈ। ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਤਾਬ ਨਾਲ ਵੀ ਜੁੜੀ ਹੈ। ਜਿਹੜਾ ਲਿਟਰੇਚਰ ਹੈ, ਲਿਟਰੇਚਰ ਸੱਚ ਹੁੰਦਾ। ਲਿਟਰੇਚਰ ਨਾਲ ਜੁੜ ਕੇ, ਕਿਤਾਬਾਂ ਨਾਲ ਜੁੜ ਕੇ ਤੁਸੀਂ ਸੋਹਣੇ ਹੋ ਸਕਦੇ ਹੋ, ਸੁਨੱਖੇ ਹੋ ਸਕਦੇ ਹੋ। ਤੁਸੀਂ, ਤੁਹਾਡਾ ਜਿਹੜਾ ਫਿਊਚਰ ਹੈ ਉਹ ਬਹੁਤ ਹੀ, ਭਵਿੱਖ ਹੈ ਜਿਹੜਾ ਉਹ ਬਹੁਤ ਅੱਛਾ ਹੋ ਸਕਦਾ ਹੈ। ਕਿਉਂਕਿ ਲਿਟਰੇਚਰ ਦੇ ਵਿੱਚੋਂ ਕਿਸੇ ਵੀ ਕਹਾਣੀ, ਕਵਿਤਾ 'ਚੋਂ ਜਾਂ ਨਾਵਲ 'ਚੋਂ ਤੁਸੀਂ ਬਹੁਤ ਸੋਹਣਾ ਆਪਣੇ, ਤੁਹਾਡੇ ਹਿਸਾਬ ਦਾ ਜਿਹੜਾ ਸੋਹਣਾਪਣ ਹੁੰਦਾ ਤੁਸੀਂ ਉਹ ਲੈ ਸਕਦੇ ਹੋ। ਠੀਕ ਹੈ, ਕਿਤੇ ਨਾ ਕਿਤੇ ਇਲੈਕਟ੍ਰੋਨਿਕ ਮੀਡੀਆ, ਜਿਵੇਂ PDF ਆ ਗਿਆ, PDF ਪੜ੍ਹ ਲੈਂਦੇ ਆ, ਪਰ PDF ਪੜ੍ਹਨ ਦਾ ਨੌਜਵਾਨਾਂ ਦੇ ਵਿੱਚ ਰੁਝਾਨ ਥੋੜ੍ਹਾ ਜ਼ਿਆਦਾ ਵਧਿਆ। ਅਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕਿਤਾਬ ਨਾਲ ਜੁੜੋ, ਕਿਉਂਕਿ ਕਿਤਾਬ ਨਾਲ ਜੁੜੀ ਹੈ ਨੌਜਵਾਨ ਪੀੜ੍ਹੀ, ਐਸੀ ਗੱਲ ਨਹੀਂ। ਹੁਣ ਜਿਹੜੇ ਸਾਡੇ ਪੁਸਤਕ ਮੇਲੇ ਹੁੰਦੇ ਨੇ, ਪੁਸਤਕ ਮੇਲੇ ਪਬਲਿਸ਼ਰ ਤਾਂ ਬਹੁਤ ਰੌਲਾ ਪਾਉਂਦੇ ਨੇ ਵੀ ਕਿਤਾਬਾਂ ਵਿਕਦੀਆਂ ਨਹੀਂ, ਕਿਤਾਬ ਪੰਜਾਬੀ ਪੜ੍ਹਦੇ ਨਹੀਂ। ਪੰਜਾਬੀਆਂ ਨੂੰ ਵੈਸੇ ਬਦਨਾਮ ਕੀਤਾ ਹੋਇਆ ਵੀ ਪੰਜਾਬੀ ਪੜ੍ਹਦੇ ਨਹੀਂ, ਪੰਜਾਬੀ ਸ਼ਰਾਬ ਪੀਂਦੇ ਨੇ, ਬੋਤਲ ਤਾਂ ਲੈ ਲੈਂਦੇ 1000-2000 ਦੀ, ਪਰ ਕਿਤਾਬ 200 ਰੁਪਏ ਦੀ ਨਹੀਂ ਲੈਂਦੇ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਮੇਰਾ ਨਿੱਜੀ ਤਜਰਬਾ ਹੈ ਕਿ ਪਿਛਲੇ ਦੌਰ ਤੋਂ, ਕਾਫੀ ਸਾਲਾਂ ਤੋਂ ਪੁਸਤਕ ਮੇਲੇ ਸ਼ੁਰੂ ਹੋਏ ਨੇ। ਪੁਸਤਕ ਮੇਲਿਆਂ ਦੇ ਉੱਤੇ ਕਈ ਕਰੋੜ ਦੀਆਂ ਕਿਤਾਬਾਂ, ਲੱਖਾਂ ਕਰੋੜਾਂ ਦੀਆਂ ਕਿਤਾਬਾਂ, 1.5-2, 2.5 ਕਰੋੜ ਦੀਆਂ ਕਿਤਾਬਾਂ ਵਿਕਦੀਆਂ ਨੇ। ਜੇ ਉਹ ਪੰਜਾਬੀ ਹੀ ਨਹੀਂ ਜਿਹੜੇ ਮਤਲਬ ਕਿਤਾਬਾਂ ਨੂੰ ਲੈ ਕੇ ਪੜ੍ਹਦੇ ਨੇ, ਤੇ ਸੋ ਇਹ ਵੀ ਕੋਈ ਗਿਲਾ ਨਹੀਂ ਹੈ ਨੌਜਵਾਨ ਪੀੜ੍ਹੀ ਤੇ ਜਾਂ ਸਾਡੇ ਪੰਜਾਬੀਆਂ ਤੇ ਕਿ ਉਹ ਕਿਤਾਬ ਨਹੀਂ ਪੜ੍ਹਦੇ, ਕਿਤਾਬ ਨਾਲ ਜੁੜੇ ਹੋਏ ਨੇ। ਤੇ ਮੈਂ ਫਿਰ ਗੁਜ਼ਾਰਿਸ਼ ਕਰਦਾ ਹਾਂ ਸਾਰਿਆਂ ਨੂੰ ਕਿ ਕਿਤਾਬ ਨਾਲ ਵੱਧ ਤੋਂ ਜੁੜੋ, ਲਿਟਰੇਚਰ ਨਾਲ ਜੁੜੋ। ਬਹੁਤ ਬਹੁਤ ਸ਼ੁਕਰੀਆ ਅਵਤਾਰਜੀਤ ਜੀ। ਔਰ ਦਰਸ਼ਕੋ, ਇਹ ਸਨ ਅਵਤਾਰਜੀਤ, ਅਭੀ ਅਟਵਾਲ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ, ਔਰ ਜਿਨ੍ਹਾਂ ਨੇ ਬਹੁਤ ਹੀ ਬੜਮੁੱਲੀਆਂ ਜਿਹੜੀਆਂ ਗੱਲਾਂ ਲਿਟਰੇਚਰ ਬਾਰੇ, ਕਲਾ ਬਾਰੇ ਸਾਡੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਦਾ ਜਿਹੜਾ ਸਫ਼ਰ ਹੈ ਜੀਵਨ ਦਾ, ਬੜੇ ਵਿਖਿਆਤ ਹਾਲਾਤਾਂ 'ਚੋਂ ਗੁਜ਼ਰਿਆ। ਮਾਂ ਪਿਓ ਜਲਦੀ ਚਲੇ ਗਏ ਸੰਸਾਰ ਤੋਂ, ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ। ਉਹ ਆਪਣੇ ਮਾਂ ਪਿਓ ਲਈ, ਆਪਣੇ ਪਾਠਕਾਂ ਲਈ ਹਮੇਸ਼ਾ ਲਿਖਦੇ ਰਹੇ, ਕੁਛ ਨਾ ਕੁਛ ਕਰਦੇ ਰਹੇ। ਤਾਂ ਸਾਨੂੰ ਜ਼ਰੂਰ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ, ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅਵਤਾਰਜੀਤ ਜੀ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਅਖਾੜਾ ਚੈਨਲ ਦੇ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਚਹਿਲ ਸਾਹਿਬ, ਤੁਹਾਡਾ ਕੈਮਰਾਮੈਨ ਦਾ, ਤੁਹਾਡੀ ਸਾਰੀ ਸਮੁੱਚੀ ਟੀਮ ਦਾ। ਮੈਂ ਅਖਾੜਾ ਚੈਨਲ ਰਾਹੀਂ ਤੁਹਾਡੇ ਸਾਰੇ ਪਿਆਰ ਕਰਨ ਵਾਲੇ ਦੋਸਤਾਂ ਦਾ, ਮਿੱਤਰਾਂ ਦਾ, ਲੇਖਕਾਂ ਦਾ, ਸ਼ਾਇਰਾਂ ਦਾ, ਕਲਾਕਾਰਾਂ ਦਾ, ਜਿਹੜੇ ਵੀ ਮੇਰੇ ਨਾਲ ਜੁੜੇ ਰਹੇ ਨੇ, ਜਾਂ ਜਿਹੜੇ ਮੈਨੂੰ ਹੁਣ ਵੇਖਣਗੇ ਜਾਂ ਮੇਰੀਆਂ ਗੱਲਾਂ ਤੋਂ ਜਿਹੜੇ ਪ੍ਰਭਾਵਿਤ ਹੋਣਗੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਖਾੜਾ ਚੈਨਲ ਦੀ ਜਿਹੜੀ ਕਾਮਯਾਬੀ ਦਾ, ਇਹਦੀ ਤਰੱਕੀ ਦਾ ਲਈ ਦੁਆ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ।
ਅਖੀਰ ਦੇ ਵਿੱਚ ਇੱਕ ਵਾਰੀ ਫੇਰ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਕੈਮਰਾਮੈਨ ਲਵਪ੍ਰੀਤ ਕਸਿਆਣਾ ਦਾ ਬਹੁਤ ਬਹੁਤ ਸ਼ੁਕਰੀਆ।